ਹੁਣ ਜਣਾ ਖਣਾ ਉੱਠ ਕੇ ਜੇ ਫਿਲਮ ਦੇ ਕਲਾ ਦੇ ਮਾਮਲੇ ਵਿੱਚ ਦਖਲ ਦੇਊਗਾ, ਪ੍ਰੋਬਲਮ ਇਹ ਹੈ ਕਿ ਕਲਾ ਚੱਲੂਗੀ ਕਿਵੇਂ, ਸਿਨੇਮਾ ਚੱਲੂਗਾ ਕਿਵੇਂ। ਤੁਸੀਂ ਅਗਨੀਪਥ ਦੇਖੀ? ਹਾਂਜੀ ਦੇਖੀ। ਛੋਟਾ ਹੁੰਦਾ ਅਮਿਤਾਭ ਬੱਚਨ ਕਤਲ ਕਰ ਦਿੰਦਾ, ਫਿਰ ਪੂਰਾ ਇੰਡੀਆ ਕਤਲ ਕਰੀ ਜਾਂਦਾ ਉਹਨਾਂ ਦਾ। ਬਿਨਾਂ ਗੱਲ ਤੋਂ ਧਾਰਮਿਕ ਭਾਵਨਾਵਾਂ ਭੜਕੀ ਜਾਵੇ। ਹੁਣ ਅਸੀਂ ਕਿੱਥੇ ਕਿੱਥੇ ਉਹਨੂੰ ਆਪਾਂ ਚੱਲੀ ਜਾਵਾਂਗੇ ਕਿ ਜਦੋਂ ਤੱਕ ਗੁਰੂ ਤੇਗ ਬਹਾਦਰ ਜੀ ਆ ਕੇ ਦੇਸ਼ ਦੇ ਲਈ ਕੁਰਬਾਨੀ ਦੇ ਦੇਣ ਤਾਂ ਉਹ ਗੁੱਡ ਐਂਡ ਵੈਲ ਹੈ। ਫਿਰ ਤਾਂ ਤੁਸੀਂ ਉਹਨਾਂ ਦੀ ਗੱਲ ਵਾਰ-ਵਾਰ ਕਰੋ। ਨਹੀਂ ਮਹਾਰਾਜ, ਤੇ ਜੇ ਸਾਡੇ ਵਿੱਚੋਂ 4 ਬੰਦੇ ਉੱਠ ਕੇ ਪੰਜਾਬ ਦੇ ਹੱਕਾਂ ਦੇ ਲਈ ਜਾਂ ਸਿੱਖਾਂ ਦੇ ਹੱਕਾਂ ਲਈ ਲੜ ਪੈਣ ਤਾਂ ਫਿਰ ਸਾਨੂੰ ਇਤਰਾਜ਼ ਵੀ ਸ਼ਹਾਦਤਾਂ ਪੂਰੇ ਭਾਰਤ ਨੇ ਦਿੱਤੀਆਂ। ਜੇ ਕਹਿਣ ਵੀ ਮਹਾਰਾਣਾ ਪ੍ਰਤਾਪ ਨੇ ਦਿੱਤੀ, ਸ਼ਿਵਾਜੀ ਆ ਤੇ ਉਹਨਾਂ ਦੇ ਫਿਲਮਾਂ ਬਣ ਵੀ ਤਾਂ ਰਹੀ ਹੈ, ਕੋਈ ਇਤਰਾਜ਼ ਵੀ ਤਾਂ ਨਹੀਂ ਕਰਦਾ। ਉਹਨਾਂ ਨੂੰ ਗਲੋਰੀਫਾਈ ਕਰੀ ਜਾਂਦੇ ਆ। ਗਾਂਧੀ ਸਾਡਾ ਕਾਤਲ ਸੀ। ਗਾਂਧੀ ਨੂੰ ਸਜ਼ਾ ਦੇਣ ਲਈ ਨਥੂਰਾਮ ਗੌਡਸੇ ਦੇ 101% ਹਮਾਇਤੀ ਸੀ। ਜੇ ਗੌਡਸੇ ਗੋਲੀ ਚਲਾਏ ਉਹ ਤੇ ਹੋ ਗਿਆ ਠੀਕ, ਤੇ ਜੇ ਕੋਈ ਪੰਜਾਬ ਵਿੱਚ ਕੋਈ ਆਪਣੇ ਇੱਥੇ ਇਸ ਵਾਸਤੇ ਗੋਲੀ ਚਲਾਉਂਦਾ ਤੇ ਉਹ ਬੱਚਿਆਂ ਨੂੰ ਖਰਾਬ ਕਰਦਾ ਹੈ। ਹਰ ਗੱਲ ਦੇ ਵਿੱਚ ਜਿੱਥੇ ਕੁਛ ਨਾ ਕੁਛ ਪੰਥਕ ਹੁੰਦਾ ਹੈ, ਉਹਦੇ 'ਚ ਲੱਤ ਅੜਾਉਣੀ ਜ਼ਰੂਰੀ ਹੁੰਦੀ ਹੈ ਕਿ ਆ ਕੇ ਵਿਰੋਧ ਕਰ ਦਿਓ ਜਾਂ ਬਿਨਾਂ ਕਿਸੇ ਲੌਜਿਕ ਤੋਂ ਆ ਕੇ ਤੁਸੀਂ ਇਹ ਗੱਲ ਕਰੋ ਕਿ ਇਹ ਨਹੀਂ ਚੱਲਣੀ ਚਾਹੀਦੀ। ਬਾਲੀਵੁੱਡ 'ਚ ਕਿੰਨੀਆਂ ਕੁ ਫਿਲਮਾਂ ਬਣਦੀਆਂ ਜਿਹੜੀਆਂ ਸਾਰਾ ਦਿਨ ਪ੍ਰਵਚਨ ਦਿੰਦੀਆਂ ਹੋਣ ਜਾਂ ਬਹੁਤ ਚੰਗੀ ਗੱਲ ਕਰਦੀ ਹੋਵੇ। RRR ਬਣੀ ਹੈ, ਬਾਹੂਬਲੀ ਬਣੀ ਹੈ, ਪੁਸ਼ਪਾ ਬਣੀ ਹੈ। ਸੰਜੇ ਦੱਤ ਦੀ ਵਾਸਤਵ ਨੇ ਕਿੰਨੇ ਕੁ ਬੰਦਿਆਂ ਨੂੰ ਗੈਂਗਸਟਰ ਬਣਾਤਾ। ਉਹਦੇ ਵਿੱਚ ਜਿਹੜੇ ਤੁਹਾਡੀ ਇਸ ਫਿਲਮ ਦੇ ਵਿੱਚ ਡਾਇਲੌਗ ਨੇ, ਸੋਧਣਾ ਕਈ ਗੱਲਾਂ, ਠੀਕ ਹੈ, ਕਿਸੇ ਸਪੈਸ਼ਲ ਇੱਕ ਡਾਇਲੋਗ ਤੇ ਇਤਰਾਜ਼ ਹੋ ਸਕਦਾ ਨਾ ਤੁਹਾਨੂੰ, ਤੁਸੀਂ ਕਹਿ ਦਿਓ ਕਿ ਆ ਡਾਇਲੋਗ ਤੇ ਇਤਰਾਜ਼ ਹੈ, ਡਾਇਲੋਗ ਕੱਢ ਦਿਓ, ਸਾਨੂੰ ਫਿਲਮ ਨਾਲ ਕੋਈ ਦਿੱਕਤ ਨਹੀਂ ਹੈ। 35,000 ਉਹਨਾਂ ਬੰਦਿਆਂ ਦੇ ਘਰ ਵੀ ਲੈ ਕੇ ਜਾਇਆ ਜਾਏ, ਉਹਨਾਂ ਲੋਕਾਂ ਦੇ ਪਰਿਵਾਰਾਂ ਨੂੰ ਵੀ ਦੱਸਿਆ ਜਾਏ ਜਿਹੜਾ ਤੁਸੀਂ 35,000 ਇਹਨੂੰ ਇੱਥੇ ਕਿਉਂ ਲੈ ਕੇ ਆ ਰਹੇ ਹੋ? ਅਖੀਰ ਉਹ 30-35,000 ਵਾਲੀ ਗੱਲ ਤੇ ਆ ਕੇ ਅਸੀਂ ਫਿਲਮ ਦੀ ਗੱਲ ਕਰ ਰਹੇ ਹਾਂ, ਅਸੀਂ ਪੋਜ਼ਿਟਿਵਿਟੀ ਦੀ ਗੱਲ ਕਰ ਰਹੇ ਹਾਂ। ਉਹ ਕਹਿੰਦੇ ਫਿਰ ਦਿਖਾਓ, ਪਰ ਉਹ 35,000 ਪਰਿਵਾਰ ਵੀ ਦਿਖਾ ਦਿਓ, ਜਿਹੜਾ ਪਰਿਵਾਰ ਮਾਰਿਆ ਉਹ ਵੀ ਦਿਖਾ ਦਿਓ। ਉਹ ਕਹਿੰਦੇ ਦਿਖਾ ਲਓ, ਤੁਸੀਂ ਦਿਖਾ ਲਓ। 35,000 ਜਿਹੜਾ ਬੰਦਾ ਮਾਰਿਆ ਉਹਦੀ ਲਿਸਟ ਲਿਆ ਕੇ ਵਿਖਾ ਦਿਓ, ਅਸੀਂ ਉਹਨਾਂ ਦਾ ਵਿਖਾ ਦਾਂਗੇ। ਤੁਹਾਨੂੰ ਸਿਰਫ ਸੌਦਾ ਸ਼ਬਦ ਤੋਂ ਦਿੱਕਤ ਹੋਗੀ। ਕਈ ਸ਼ੋਦਾ ਜਿਵੇਂ ਕਹਿ ਰਹੇ ਆ ਕਿ ਸਾਡੀ ਆਮ ਬੋਲਚਾਲ ਦੀ ਇਹ ਬੋਲੀ ਹੈ, ਸਾਡੀ ਆਮ ਬੋਲਚਾਲ 'ਚ ਜਿਹੜੇ ਸਿੱਖ ਯੋਧੇ ਇਹ ਸ਼ਬਦ ਵਰਤ ਲੈਂਦੇ, ਤਾਂ ਉਹਦੇ ਤੋਂ ਕੀ ਦਿੱਕਤ ਹੈ? ਫੱਕੜ ਸਾਹਿਬ, ਜਿਹੜੀ ਬੋਲੀ ਹੈ ਨਾ, ਜਿਹੜੀ ਭਾਸ਼ਾ ਹੈ, ਮੈਂ ਦੋਵੇਂ ਦੇਸ਼ਾਂ ਦੀ, ਦੋਵੇਂ ਪੰਜਾਬਾਂ ਦੀ ਚੰਗੀ ਤਰ੍ਹਾਂ ਜਾਣਦਾ। ਪੂਲੇ ਨਿਹੰਗ ਦਾ ਪਰਿਵਾਰ ਹਾਈ ਕੋਰਟ ਗਿਆ, ਉਹ ਕਹਿੰਦੇ ਕਿ ਸਾਨੂੰ ਤਕਲੀਫ ਹੈ ਕਿ ਪੂਲਾ ਨਿਹੰਗ ਨੂੰ ਅੱਤਵਾਦੀ ਦੇ ਤੌਰ ਤੇ ਪੇਸ਼ ਕੀਤਾ ਗਿਆ, ਸਾਨੂੰ ਇਸ ਗੱਲ 'ਚ ਦਿੱਕਤ ਹੈ। ਹਮੇਸ਼ਾ ਵਿਰੋਧ ਕਰਦਾ ਰਿਹਾ, ਮੈਂ ਖੁਦ ਪੂਲੇ ਨਿਹੰਗ ਦਾ ਵਿਰੋਧ ਕਰਦਾ, ਸਨਾਤਨੀ ਵਿਰੋਧ ਕਰਦੇ ਰਹੇ ਆ। ਉਹ ਇੱਕ ਏਜੰਸੀਆਂ ਦਾ ਬੰਦਾ ਸੀ, ਏਜੰਸੀਆਂ ਨੇ ਮਸਤਿਆ ਹਾਥੀ ਪੰਜਾਬ 'ਚ ਛੱਡਿਆ ਸੀ। ਇੱਕ ਪਾਸੇ ਤਾਂ ਅਸੀਂ ਇਤਰਾਜ਼ ਕਰਦੇ ਹਾਂ ਕਿ ਪੰਜਾਬੀ ਫਿਲਮਾਂ ਦੇ ਵਿੱਚ ਹੁੰਦਾ ਕੀ ਹੈ ਜੀ, ਹੀ ਕਮੇਡੀ ਹੁੰਦੀ ਹੈ, ਕੋਈ ਸਿਰ ਪੈਰ ਦੀ ਸਟੋਰੀ ਨਹੀਂ ਹੁੰਦੀ, ਕੋਈ ਚੱਜ ਦੀ ਗੱਲ ਨਹੀਂ ਕਰਦੇ। ਜੇ ਅਸੀਂ ਕੋਈ ਚੱਜ ਦੀ ਗੱਲ ਕਰਨ ਲੱਗਦੇ ਹਾਂ, ਉਸ ਵੇਲੇ ਕੋਈ ਨਾ ਕੋਈ ਸੈਕਟ ਇਤਰਾਜ਼ ਲੈ ਕੇ ਪਹੁੰਚ ਜਾਂਦਾ। ਤੁਹਾਡਾ ਭਾਈ ਅਮਰਤਪਾਲ ਸਿੰਘ ਬਾਰੇ ਕੀ ਓਪੀਨੀਅਨ ਹੈ? ਵੀ ਆ ਉਹ ਵੀ ਜਿਹੜਾ ਪੰਜਾਬ ਦਾ ਕਲਚਰ ਹੈ ਉਹਨੂੰ ਕਿਤੇ ਨਾ ਕਿਤੇ ਅੱਗ ਲਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ। ਇਹਨਾਂ ਨੂੰ ਵੀ ਕਹਿ ਦੇ ਵੀ ਆ ਪਿਸਤੌਲ ਚੱਕੋ ਤੇ ਤੁਸੀਂ ਆਪਣੇ ਕੋਲ ਮੋਟਰਸਾਈਕਲ ਨਾ ਲਓ ਤੇ ਪਿਸਤੌਲ ਰੱਖੋ, ਉਹ ਠੀਕ ਕਹਿੰਦਾ। ਜੇ ਉਹ ਕਹਿੰਦਾ ਵੀ ਜਿਹੜੇ 2% ਨੇ ਉਹਨਾਂ ਨੂੰ ਮਸਲ ਦਿਓ, ਮਾਰ ਦਿਓ, ਇਹ ਠੀਕ ਕਹਿੰਦਾ। ਉਦੋਂ ਕਿਉਂ ਨਹੀਂ ਕੋਈ ਵਿਰੋਧ ਕਰਦਾ? ਜੇ ਸੂਰੇ ਮਰਿਆ, ਆਪਣੇ ਕਤੂਤੋਂ ਮਰਿਆ, ਉਹਨੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਭੜਕਾਈਆਂ, ਉਹਦੀ ਵਜ੍ਹਾ ਨਾਲ ਕਈ ਜਿਹੜੇ ਬੇਕਸੂਰ ਮਾਰੇ ਜਾ ਸਕਦੇ ਸੀਗੇ। ਇਸ ਕਰਕੇ ਜਿਹੜਾ ਬੰਦਾ ਭੜਕਾਊ ਬਿਆਨ, ਉਹ ਤਾਂ ਉਹਦੇ ਮਾਰਨ ਤੋਂ ਬਾਅਦ ਵੀ ਹਾਲਾਤ ਖਰਾਬ ਹੋ ਸਕਦੇ ਸੀਗੇ, ਉਹਦਾ ਮਰਨਾ ਤੈਅ ਆ। ਅਮਰਤਪਾਲ ਉਹ ਬੀਜੇਪੀ ਦਾ ਨੁਮਾਇੰਦਾ ਪੰਜਾਬ ਦੇ ਵਿੱਚ, ਤੇ ਬੀਜੇਪੀ ਦੇ ਕਹਿਣ ਤੇ ਇਸ਼ਾਰੇ ਦੇ ਕੰਮ ਕਰ ਰਿਹਾ। ਮੈਂ ਜੇ ਕਹਾਂ ਤੁਸੀਂ ISI ਦੇ ਪਾਕਿਸਤਾਨ ਦੇ ਇਸ਼ਾਰੇ ਤੇ ਬੈਠੇ ਹੋ ਇੱਥੇ, ਜੇ ਮੈਂ ਤੁਹਾਨੂੰ ਕਹਾਂ ਤਾਂ ਅੰਮ੍ਰਿਤਸਰ ਦੇ ਵਿੱਚ ਸੂਰੀ ਕਤਲ ਤੋਂ ਬਾਅਦ ਇੱਕ ਪੰਜਾਬੀ ਫਿਲਮ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਬੜਾ ਵੱਡਾ ਸਵਾਲ ਹੈ ਕਿ ਆਖਰ ਫਿਲਮ ਨੂੰ ਜਾਂ ਐਂਟਰਟੇਨਮੈਂਟ ਇੰਡਸਟਰੀ ਨੂੰ ਫਿਰਕੂ ਨਜ਼ਰ ਦੇ ਨਾਲ ਕਿਉਂ ਦੇਖਿਆ ਜਾ ਰਿਹਾ ਹੈ? ਫਿਲਮ ਪਸੰਦ ਆ ਰਹੀ ਹੈ। ਫਿਲਮ ਪਸੰਦ ਦੇ ਵਿੱਚ ਕੁਝ ਐਸੇ, ਹਾਲਾਂਕਿ ਟ੍ਰੇਲਰ ਆਇਆ, ਸਿਰਫ ਟ੍ਰੇਲਰ ਤੋਂ ਹੀ ਬਹੁਤ ਵੱਡੀ ਦਿੱਕਤ ਜਿਹੜੀ ਹੈ ਇੱਕ ਖਾਸ ਤਬਕੇ ਨੂੰ ਹੋਣੀ ਸ਼ੁਰੂ ਹੋਈ। ਇਸ ਦੇ ਉੱਤੇ ਅੱਜ ਚਰਚਾ ਕਰਾਂਗੇ ਕਿ ਪੰਜਾਬ ਦੇ ਮੌਜੂਦਾ ਹਾਲਾਤ ਔਰ ਐਂਟਰਟੇਨਮੈਂਟ ਦੀ ਇੰਡਸਟਰੀ ਜਿਹੜੀ ਪਹਿਲਾਂ ਹੀ ਬਹੁਤ ਬੁਰੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ, ਕਿਉਂਕਿ ਫਾਈਨੈਂਸ਼ੀਅਲੀ ਐਂਟਰਟੇਨਮੈਂਟ ਇੰਡਸਟਰੀ ਇਸ ਟਾਈਮ ਪੰਜਾਬ ਦੀ ਬਹੁਤਾ ਵਧੀਆ ਪਰਫਾਰਮ ਨਹੀਂ ਕਰ ਰਹੀ, ਤਾਂ ਫਿਲਮਾਂ ਨੂੰ ਫਿਰਕੂ ਨਜ਼ਰ ਨਾਲ ਕਿਉਂ ਦੇਖਿਆ ਜਾਂਦਾ ਹੈ ਔਰ ਬਣਦੀਆਂ ਫਿਲਮਾਂ ਤੇ ਇੰਨੀ ਸੈਂਸਰਸ਼ਿਪ ਕਿਉਂ ਹੋ ਜਾਂਦੀ ਹੈ ਕਿ ਸਮਾਜ ਦਾ ਇੱਕ ਹਿੱਸਾ ਜਿਹੜਾ ਹੈ ਉਹਨੂੰ ਐਕਸੈਪਟ ਨਹੀਂ ਕਰ ਰਿਹਾ। ਸਮਾਜ ਦਾ ਇੱਕ ਹਿੱਸਾ ਜਿਹੜਾ ਹੈ ਉਹ ਇਹ ਕਹਿ ਰਿਹਾ ਕਿ ਇਹ ਸਾਡੇ ਖਿਲਾਫ ਹੈ, ਜਾਂ ਉਹ ਉਸ ਦੌਰ ਦੇ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਲੈ ਜਾਊ ਜਿੱਥੋਂ ਅਸੀਂ ਬਾਹਰ ਕੱਢ ਕੇ ਲਿਆਏ ਹਾਂ।
ਇਹਦੇ ਉੱਤੇ ਅੱਜ ਖਾਸ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਫਿਲਮ ਸਮੀਖਿਅਕ ਤੇ ਫਿਲਮ ਰਾਈਟਰ ਪਾਲੀ ਭੁਪਿੰਦਰ ਸਾਹਿਬ ਅੱਜ ਸਾਡੇ ਨਾਲ ਨੇ, ਜੋ ਇੰਡਸਟਰੀ ਨੂੰ ਅੱਜ ਰਿਪਰੈਜ਼ੈਂਟ ਕਰਨਗੇ। ਬਹੁਤ ਸਵਾਗਤ ਹੈ ਪਾਲੀ ਜੀ ਤੁਹਾਡਾ। ਬਹੁਤ ਬਹੁਤ ਸ਼ੁਕਰੀਆ। ਸਾਡੇ ਨਾਲ ਬਗੀਚਾ ਸਿੰਘ ਜੀ ਨੇ, ਜੋ ਇਸ ਫਿਲਮ ਦੇ ਹੱਕ ਦੇ ਵਿੱਚ ਆਏ ਆ, ਔਰ ਅਕਸਰ ਤੁਸੀਂ ਸਿੱਖ ਪੰਥ ਦੇ ਨਾਲ ਜੁੜੀਆਂ तमाम ਇਸ਼ੂਜ਼ ਦੇ ਉੱਤੇ ਇਹਨਾਂ ਨੂੰ ਬੋਲਦੇ ਦੇਖਦੇ ਹੋ। ਇਹਨਾਂ ਦਾ ਇੱਕ ਵੱਡਾ ਇਤਿਹਾਸ ਰਿਹਾ ਹੈ। ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ। ਗੱਗੀ ਪੰਡਤ ਜੀ ਵੀ ਸਾਡੇ ਨਾਲ ਨੇ, ਫਿਲਮ ਦਾ ਵਿਰੋਧ ਕਰ ਰਹੇ ਆ ਔਰ ਉਹਨਾਂ ਦਾ ਮੰਨਣਾ ਹੈ ਕਿ ਫਿਲਮ ਨਹੀਂ ਰਿਲੀਜ਼ ਹੋਣੀ ਚਾਹੀਦੀ ਹੈ, ਫਿਲਮ ਨਹੀਂ ਲੱਗਣੀ ਚਾਹੀਦੀ। ਐਸਾ ਕਿਉਂ ਸੋਚਦੇ ਹੈ? ਸ਼ੁਰੂਆਤ ਉਹਨਾਂ ਤੋਂ ਕਰੂੰਗਾ। ਬਹੁਤ ਸਵਾਗਤ ਹੈ ਗੱਗੀ ਜੀ ਤੁਹਾਡਾ। ਪੰਡਤ ਜੀ, ਕੀ ਕਿਉਂ ਲੱਗਦਾ ਤੁਹਾਨੂੰ ਕਿ ਹਰ ਗੱਲ ਦੇ ਵਿੱਚ ਜਿੱਥੇ ਕੁਛ ਨਾ ਕੁਛ ਪੰਥਕ ਹੁੰਦਾ ਹੈ, ਉਹਦੇ 'ਚ ਲੱਤ ਅੜਾਉਣੀ ਜ਼ਰੂਰੀ ਹੁੰਦੀ ਹੈ ਕਿ ਆ ਕੇ ਵਿਰੋਧ ਕਰ ਦਿਓ, ਜਾਂ ਬਿਨਾਂ ਕਿਸੇ ਲੌਜਿਕ ਤੋਂ ਆ ਕੇ ਤੁਸੀਂ ਇਹ ਗੱਲ ਕਰੋ ਕਿ ਇਹ ਨਹੀਂ ਚੱਲਣੀ ਚਾਹੀਦੀ? ਮੱਕੜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਸਟੇਟ ਦੇ ਹਾਲਾਤਾਂ ਤੇ ਵੀ ਤੇ ਪਿਕਚਰ ਦੇ ਹਾਲਾਤਾਂ ਤੇ ਵੀ ਗੱਲ ਕਰਨ ਵਾਸਤੇ ਤੁਸੀਂ ਦਾਸ ਨੂੰ ਸੱਦਿਆ। ਤੁਹਾਡੀ ਆਡੀਅנס ਦਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ, ਜਿਹੜਾ ਤੁਹਾਡਾ ਪ੍ਰਸ਼ਨ ਸੀ ਵੀ ਸਪੈਸ਼ਲ ਜਿਹੜਾ ਫਿਰਕਾ ਹੈ ਉਹਦੇ ਵਿੱਚ ਲੱਤ ਫਸਾਣੀ ਜਾਂ ਉਹਨਾਂ ਦੇ ਕੰਮਾਂ ਕਾਰਾਂ 'ਚ ਲੱਤ ਫਸਾਣੀ, ਮੈਂ ਸਮਝਦਾ ਵੀ ਜੇ ਪੰਜਾਬੀ ਹੋਣ ਦੇ ਨਾਤੇ ਮੈਂ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਇਆ ਤੇ ਇਹ ਜੇ ਪੰਜਾਬੀ ਹਾਜ਼ਰ ਹੋਇਆ, ਨਾ ਕਿ ਕਿਸੇ ਫਿਰਕੇ ਵੱਲੋਂ ਹਾਜ਼ਰ ਹੋਇਆ। ਦੂਜੀ ਗੱਲ, ਮੈਂ ਭਵਿੱਖ 'ਚ ਵੀ ਭੂਤਕਾਲ 'ਚ ਵੀ ਸਾਰੀਆਂ ਥਾਵਾਂ ਤੇ ਹਮੇਸ਼ਾ ਜਿਹੜੀ ਨੁਮਾਇੰਦਗੀ ਕੀਤੀ ਆ ਉਹ ਹੱਕ ਤੇ ਸੱਚ ਦੀ ਕੀਤੀ ਹੈ। ਦੂਸਰੀ ਗੱਲ ਉਹਦੇ ਨਾਲ ਵੀ ਜਿਹੜੀ ਪਿਕਚਰ ਹੈ ਉਹਦੇ ਵਿੱਚ ਹਥਿਆਰਾਂ ਨੂੰ ਵੀ ਪ੍ਰਮੋਟ ਕੀਤਾ ਗਿਆ ਕਿਤੇ ਨਾ ਕਿਤੇ। ਦੂਸਰੀ ਗੱਲ ਹੈ ਜਿਹੜੀ ਡਾਇਲੌਗ ਨੇ ਉਹਦੇ, ਉਹ ਬੜੇ ਹੀ ਸਮਾਜ ਵਾਸਤੇ ਖਤਰਨਾਕ ਨੇ, ਕਿਉਂਕਿ ਸਮਾਜ ਨੂੰ ਅੱਜ ਪੰਜਾਬ ਨੂੰ ਇੱਕ ਠੰਡੀ ਲੱਸੀ ਦੇ ਛਿੱਟੇ ਦੀ ਲੋੜ ਹੈ, ਨਾ ਕਿ ਅਜਿਹੀਆਂ ਫਿਲਮਾਂ ਦੀ ਲੋੜ ਹੈ। ਪਿੱਛੇ ਬੱਬਰ ਫਿਲਮ ਆਈ ਸੀ, ਮੈਂ ਉਹਦਾ ਵੀ ਬੜਾ ਵਿਰੋਧ ਕੀਤਾ ਸੀ। ਉਹਦੇ 'ਚ ਪ੍ਰਾਇਮਰੀ ਸਕੂਲ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਕ੍ਰਾਈਮ ਕਰਨਾ ਤੇ ਕ੍ਰਿਮੀਨਲ ਬਣਨਾ ਸਿਖਾਇਆ ਗਿਆ ਸੀ। ਜੇ ਇਹ ਪਿਕਚਰ ਸਾਡੇ ਸਟੂਡੈਂਟ ਦੇਖਣਗੇ, ਸਾਡੇ ਤੋਂ ਜੂਨੀਅਰ ਜਿਹੜੀ ਪਨੀਰੀ ਹੈ, ਆਉਣ ਵਾਲੀ ਪੀੜ੍ਹੀ ਆ, ਉਹ ਵੇਖੇਗੀ, ਉਹਨਾਂ ਨੂੰ ਸਾਡਾ ਜਿਹੜਾ ਵਿਰਸਾ ਹੈ, ਸਹੀ ਵਿਰਸੇ ਦਾ ਨਾ ਪਤਾ ਲੱਗ ਸਕੇਗਾ ਤੇ ਨਾ ਹੀ ਉਹ ਲੋਕ ਆਪਣਾ ਜਿਹੜਾ ਪਿਛਲਾ ਲੰਘਿਆ ਹੋਇਆ ਕਾਲ ਹੈ ਉਹ ਨਹੀਂ ਜਾਣ ਸਕਣਗੇ। ਬਾਲੀਵੁੱਡ 'ਚ ਕਿੰਨੀਆਂ ਕੁ ਫਿਲਮਾਂ ਬਣਦੀਆਂ ਜਿਹੜੀਆਂ ਸਾਰਾ ਦਿਨ ਪ੍ਰਵਚਨ ਦਿੰਦੀਆਂ ਹੋਣ ਜਾਂ ਬਹੁਤ ਚੰਗੀ ਗੱਲ ਕਰਦੀ ਹੋਵੇ? RRR ਬਣੀ ਹੈ, ਬਾਹੂਬਲੀ ਬਣੀ ਹੈ, ਪੁਸ਼ਪਾ ਬਣੀ ਹੈ, ਸੰਜੇ ਦੱਤ ਦੀ ਵਾਸਤਵ ਨੇ ਕਿੰਨੇ ਕੁ ਬੰਦਿਆਂ ਨੂੰ ਗੈਂਗਸਟਰ ਬਣਾਤਾ। ਬਿਲਕੁਲ ਸਹੀ ਹੈ, ਪਰ ਗੱਲ ਪੰਜਾਬ ਦੇ ਤੇ ਪੰਜਾਬ ਦੇ ਹਾਲਾਤਾਂ ਦੀ ਹੈ, ਪੰਜਾਬ ਦੀ ਨੌਜਵਾਨੀ ਦੀ ਹੈ, ਜਿਹੜੀਆਂ ਸਟੇਟਾਂ ਦੀ। ਮੈਂ ਸਿਰਫ ਇਹ ਪੁੱਛ ਰਿਹਾ ਕਿ ਕੀ ਸੰਜੇ ਦੱਤ ਦੀ ਵਾਸਤਵ ਦੇਖ ਕੇ ਹਰੇਕ ਨੇ ਬੰਦੂਕ ਚੱਕ ਲਈ ਸੀ, ਗੈਂਗਸਟਰ ਬਣ ਗਏ ਸੀ? ਉਹਦੇ ਵਿੱਚ ਕਿਸੇ ਵੀ ਸਪੈਸ਼ਲ ਫਿਰਕੇ ਨੂੰ ਜਾਂ ਫਿਰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਗੱਲ ਫਿਰ ਫਿਰਕੇ ਤੇ ਆ ਗਈ। ਨਹੀਂ, ਉਹਦੇ ਵਿੱਚ ਜਿਹੜੇ ਤੁਹਾਡੀ ਇਸ ਫਿਲਮ ਦੇ ਵਿੱਚ ਡਾਇਲੌਗ ਨੇ, ਸੋਧਣਾ, ਕਈ ਗੱਲਾਂ, ਠੀਕ ਹੈ, ਕਿਸੇ ਸਪੈਸ਼ਲ ਇੱਕ ਡਾਇਲੌਗ ਤੇ ਇਤਰਾਜ਼ ਹੋ ਸਕਦਾ ਨਾ ਤੁਹਾਨੂੰ, ਤੁਸੀਂ ਕਹਿ ਦਿਓ ਕਿ ਆ ਡਾਇਲੌਗ ਤੇ ਇਤਰਾਜ਼ ਹੈ, ਡਾਇਲੌਗ ਕੱਢ ਦਿਓ, ਸਾਨੂੰ ਫਿਲਮ ਨਾਲ ਕੋਈ ਦਿੱਕਤ ਨਹੀਂ ਹੈ। ਦੇਖੋ ਜੀ, ਫਿਲਮ ਜਿਹੜਾ ਸਿਸਟਮ ਹੈ ਉਹ ਸਾਰੇ ਪੰਜਾਬ ਦੇ ਜਿਹੜੇ ਬੁੱਧੀਜੀਵੀ ਲੋਕ ਹੈ, ਮੈਨੂੰ ਲੱਗਦਾ ਵੀ ਸੈਂਸਰ ਹੈ ਜਿਹੜਾ ਉਹ ਇਸ ਕਾਬਲ ਨਹੀਂ ਵੀ ਜਿਹੜਾ ਫਿਲਮ ਦੀ ਨਿਰੀਖਤਾ ਕਰ ਸਕੇ। ਜੇ ਨਿਰੀਖਤਾ ਕਰ ਪਾਉਂਦਾ ਤੇ ਅਜਿਹੀਆਂ ਫਿਲਮਾਂ, ਜਿਵੇਂ ਪਹਿਲਾਂ ਮੈਂ ਫਿਰ ਦੁਬਾਰਾ ਉੱਥੇ ਲੈ ਕੇ ਜਾਊਂਗਾ ਵੀ ਬੱਬਰ ਆ ਗਈ ਮਾਰਕੀਟ ਦੇ ਵਿੱਚ, ਹੁਣ ਇਹ ਆ ਗਈ, ਅਜਿਹੀਆਂ ਫਿਲਮਾਂ ਨਾ ਆਉਂਦੀਆਂ, ਨਾ ਹੀ ਇਹ ਕਲਚਰਾਂ ਦਾ ਗਨ ਕਲਚਰ, ਤੇ ਨਾ ਹੀ ਪੰਜਾਬ ਇਸ ਰਾਹ ਤੇ ਤੁਰਦਾ ਜਿਹੜੇ ਤੇ ਅੱਜ ਤੁਰ ਪਿਆ। ਪੰਜਾਬ ਤੁਸੀਂ ਚਾਹੁੰਦੇ ਨਹੀਂ ਆਪਦੇ ਇਤਿਹਾਸ ਤੋਂ ਜਾਣੂ ਹੋਵੇ, ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹਨੂੰ ਪਤਾ ਨਾ ਲੱਗੇ ਪੰਜਾਬ ਆਪਣੇ ਕੀ ਹੋਇਆ, ਕੀ ਪੰਜਾਬ 10 ਗੁਰੂਆਂ ਤੋਂ ਜਾਣੂ ਹੋਵੇ, ਪੰਜਾਬ ਆਪਣੇ ਯੋਧਿਆਂ ਤੋਂ ਜਾਣੂ ਹੋਵੇ, ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਜਾਣੂ ਹੋਵੇ, ਨਾ ਕਿ ਗਨ ਕਲਚਰ ਤੋਂ ਜਾਣੂ ਹੋਵੇ। ਜਿਹੜੇ ਪਿਛਲੇ 30 ਸਾਲਾਂ 'ਚ ਪੰਜਾਬ 'ਚ ਵਾਪਰਿਆ, ਤੁਸੀਂ ਚਾਹੁੰਦੇ ਨਹੀਂ ਕਿ ਉਹ ਪਤਾ ਲੱਗੇ? ਪੰਜਾਬ ਮੈਂ ਜਾਣਾ, ਪਰ ਚਾਹਨਾ ਇਹ ਵੀ ਆ ਵੀ 35,000 ਉਹਨਾਂ ਬੰਦਿਆਂ ਦੇ ਘਰ ਵੀ ਲੈ ਕੇ ਜਾਇਆ ਜਾਏ, ਉਹਨਾਂ ਲੋਕਾਂ ਦੇ ਪਰਿਵਾਰਾਂ ਨੂੰ ਵੀ ਦੱਸਿਆ ਜਾਏ ਜਿਹੜਾ 35,000 ਇਹਨੂੰ ਇੱਥੇ ਕਿਉਂ ਲੈ ਕੇ ਆ ਰਹੇ ਹੋ? ਅਖੀਰ ਉਹ 30-35,000 ਵਾਲੀ ਗੱਲ ਤੇ ਆ ਕੇ ਅਸੀਂ ਫਿਲਮ ਦੀ ਗੱਲ ਕਰ ਰਹੇ ਹਾਂ, ਅਸੀਂ ਪੋਜ਼ਿਟਿਵਿਟੀ ਦੀ ਗੱਲ ਕਰ ਰਹੇ ਹਾਂ। ਮੈਂ ਤੁਹਾਡੇ ਵੱਲ ਵਾਪਸ ਆਉਣਾ, ਮੈਂ ਰਿਐਕਸ਼ਨ ਚਾਹੁੰਦਾ। ਬਗੀਚਾ ਸਿੰਘ ਜੀ ਉਹ ਕਹਿ ਰਿਹਾ ਸੋਧਾ ਸ਼ਬਦ ਤੋਂ ਦਿੱਕਤ ਹੈ, ਫਿਲਮ ਜਿਹੜੀ ਹੈ ਇਸ ਤਰ੍ਹਾਂ ਦੀਆਂ ਫਿਲਮਾਂ ਪੰਜਾਬ ਦੇ ਵਿੱਚ ਬੱਚਿਆਂ ਦੇ ਹੱਥ 'ਚ ਹਥਿਆਰ ਦੇ ਦੇਣਗੀਆਂ। ਦੇਖੋ ਜੀ, ਇਹ ਜਦੋਂ ਵੀ ਕੋਈ ਪੰਜਾਬ ਦੇ ਮਸਲਿਆਂ ਤੇ ਗੱਲ ਹੁੰਦੀ ਆ, ਜਿਹੜਾ ਪੰਜਾਬ ਦੇ ਵਿੱਚ ਸਿੱਖ ਜਵਾਨੀ ਤੇ ਧੱਕਾ ਹੋਇਆ, ਜੋ ਨਜਾਇਜ਼ ਕੀਤੀ ਗਈ ਪੰਜਾਬ ਦੇ ਵਿੱਚ, ਜਦੋਂ ਉਹਦੀ ਅਸਲੀਅਤ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਹਮੇਸ਼ਾ ਕੁਝ ਫਿਰਕਾ ਜਿਹੜਾ ਉਹਦਾ ਵਿਰੋਧ ਕਰਦਾ ਹੈ। ਹੁਣ ਜਿਵੇਂ ਤੁਸੀਂ ਅੱਗੇ ਵੀ ਗੱਲ ਕੀਤੀ ਕਿ ਬਾਲੀਵੁੱਡ ਵਿੱਚ ਬਹੁਤ ਇਹੋ ਜਿਹੀਆਂ ਫਿਲਮਾਂ ਬਣਦੀਆਂ, ਉਹਦੇ ਵਿੱਚ ਕਿਹੜਾ ਲੋਕਾਂ ਨੂੰ ਪ੍ਰਵਚਨ ਦਿੱਤੇ ਜਾਂਦੇ ਆ। ਤੁਸੀਂ ਫਿਲਮ ਵੇਖੀ ਹੋਣੀ ਆ, ਆਸ਼ਰਮ ਫਿਲਮ ਆਈ, ਉਹਦੇ ਵਿੱਚ ਪੁਲਿਸ ਦਾ ਰੋਲ ਵਿਖਾਇਆ ਗਿਆ ਵੀ ਕਿਵੇਂ ਉਹ ਜਿਨ੍ਹਾਂ ਦੇ ਉੱਤੇ ਧੱਕਾ ਹੁੰਦਾ, ਜਿਹਦੇ ਨਾਲ ਜ਼ੁਲਮ ਹੁੰਦਾ, ਪੁਲਿਸ ਜਿਹੜੀ ਆ ਉਹ ਵੀ ਉਹਦੇ ਨਾਲ ਰਲ ਜਾਂਦੀ ਆ ਤੇ ਹੱਕ ਸੱਚ ਦੇ ਨਾਲ ਖੜਨ ਵਾਲੇ ਬੰਦੇ ਉਹ ਇਕੱਲੇ ਹੀ ਰਹਿ ਜਾਂਦਾ। ਉਹ ਬਾਅਦ ਵਿੱਚ ਹਥਿਆਰ ਚੱਕਦਾ ਤੇ ਉਹਨਾਂ ਨੂੰ, ਪੁਲਿਸ ਨੂੰ ਵੀ ਮਾਰਦਾ, ਤੇ ਉਹ ਜਿਹੜੇ ਉੱਥੇ ਪਹਿਲੋਂ ਆਪਣੇ ਆਪ ਨੂੰ ਸਾਰਾ ਕੁਝ ਆਗੂ ਸਮਝਦੇ ਆ ਉਹਨਾਂ ਨੂੰ ਵੀ ਮਾਰਦਾ। ਕਿ ਉਹਦੇ ਵਿੱਚ ਸਾਰੇ ਲੋਕ ਇਸੇ ਹੀ ਬਣਨਗੇ?
ਜਿਹੜੇ ਪੰਜਾਬ ਦੇ ਵਿੱਚ ਹੋਇਆ, ਜੋ ਉਹਨੂੰ ਸੱਚ ਵਿਖਾਉਣ ਵਾਸਤੇ ਕੋਈ ਵੀ ਫਿਲਮ ਬਣਦੀ ਆ ਉਹਦਾ ਵਿਰੋਧ ਕਰਨਾ, ਇਹ ਕੁਝ ਲੋਕਾਂ ਦਾ ਉਹ ਕਹਿੰਦੇ ਫਿਰ ਦਿਖਾਓ, ਪਰ ਉਹ 35000 ਪਰਿਵਾਰ ਵੀ ਦਿਖਾ ਦਿਓ, ਜਿਹੜਾ 35,000 ਪਰਿਵਾਰ ਮਾਰਿਆ ਉਹ ਵੀ ਦਿਖਾ ਦਿਓ। ਉਹ ਕਹਿੰਦੇ ਦਿਖਾ ਲਓ, ਤੁਸੀਂ ਦਿਖਾ ਲਓ। 35,000 ਜਿਹੜਾ ਬੰਦਾ ਮਾਰਿਆ ਉਹਦੀ ਲਿਸਟ ਲਿਆ ਕੇ ਵਿਖਾ ਦਿਓ, ਅਸੀਂ ਉਹਨਾਂ ਦਾ ਵਿਖਾ ਦਾਂਗੇ, ਵਿਖਾਓ ਲਿਸਟ। ਇਹ ਅੱਜ ਇਸ ਗੱਲ ਦਾ ਨਿਤਾਰਾ ਕਰ ਦਿਓ ਤੁਸੀਂ। ਰਣਜੀਤ ਬਾਵਾ ਦੀ ਜਿਹੜੀ ਫਿਲਮ ਆਈ, ਨਹੀਂ ਮੈਂ ਇਹਦੇ ਤੇ ਆ ਰਿਹਾ, ਪਰ ਇਸ ਗੱਲ ਦਾ ਨਿਤਾਰਾ ਕਰ ਦਿਓ ਤੁਸੀਂ। ਹਰ ਵਾਰ ਇਹਦੇ ਉੱਤੇ ਚਰਚਾ ਹੁੰਦੀ ਹੈ, ਤੁਸੀਂ ਗਿਣਤੀ ਦੇ ਦਿੰਦੇ ਹੋ, ਕਹਿੰਦੇ ਲਿਸਟ ਦੇ ਦਿਓ ਕੋਈ ਹੈਗੀ ਤਾਂ। ਮੈਂ ਬੜੀ ਨੇੜੇ ਆਪਣੇ ਪਿੰਡ 'ਚ ਲੈ ਚੱਲਦਾ, ਤੁਹਾਡੇ ਤੋਂ 3 ਕਿਲੋਮੀਟਰ ਤੇ ਮੇਰਾ ਪਿੰਡ ਹੈ, ਠੀਕ ਹੈ। ਮੈਂ ਆਪਣੇ ਪਿੰਡ ਤੋਂ ਸ਼ੁਰੂ ਕਰ ਦੇਣਾ, ਤੁਹਾਨੂੰ 6 ਜਾਂ 7 ਬੰਦੇ ਉੱਥੇ ਗਿਣਾ ਦੇਣਾ। ਗੱਲ 35,000 ਦੀ ਹੈ ਜੀ। ਮੈਂ 35,000 ਦੀ ਆਵਾਂ, ਨਹੀਂ 35,000 ਦੀ ਹਰ ਵਾਰੀ 35,000 ਕਿਹਾ ਜਾਂਦਾ। ਅੰਮ੍ਰਿਤਸਰ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਬਰਾਗੀਆਂ ਦੇ ਪਰਿਵਾਰ ਇੱਕੋ ਦਿਨ 33 ਬੰਦੇ ਮਾਰੇ ਗਏ, ਠੀਕ ਹੈ। ਉਹ ਵੀ ਫਿਰਕੂ ਸੀ, ਸਿਰਫ ਨਸਲ ਦੇ ਆਧਾਰ ਤੇ ਉਹਨਾਂ ਦਾ ਕਤਲ ਕੀਤਾ ਗਿਆ। ਤੁਸੀਂ ਫਿਲਮਾਂ ਵੇਖੀਆਂ ਵਹਿੰਦੇ ਹੋਗੇ ਨਾ, ਫਿਲਮ ਦੇ ਵਿੱਚ ਵਿਖਾਇਆ ਜਾਂਦਾ ਜਿਹੜੀ ਪਿਕਚਰ ਆਈ ਹੈ, ਰਣਜੀਤ ਬਾਵੇ ਦੀ ਫਿਲਮ ਆਈ ਹੈ, ਹੋਰ ਫਿਲਮਾਂ ਆਈਆਂ, ਦਲਜੀਤ ਦੀਆਂ ਪਿਕਚਰਾਂ ਆਈਆਂ, ਉਹਨਾਂ ਦਾ ਵਿਰੋਧ ਕਰਨ ਲਈ ਕਦੀ ਕੋਈ ਸਮਾਜਿਕ ਲੋਕ ਨਹੀਂ ਉੱਠ ਕੇ ਗਏ। ਕਿਉਂ? ਉਹਨਾਂ ਨੇ ਆਪਣਾ ਦਰਦ ਬਿਆਨ ਕੀਤਾ, ਉਹਨਾਂ ਦਾ ਦਰਦ ਬਿਆਨ ਦੇਖਣਾ ਵੀ ਚਾਹੀਦਾ, ਸੁਣਨਾ ਵੀ ਚਾਹੀਦਾ, ਜਸਟਿਸ ਮਿਲਣਾ ਵੀ ਚਾਹੀਦਾ। ਪਰ ਗੱਲ ਇਹ ਹੈ, ਜਦੋਂ ਤੁਸੀਂ ਸਪੈਸ਼ਲ ਤੌਰ ਤੇ ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰੋਗੇ, ਫਿਰ ਬੋਲਣਾ ਫਰਜ਼ ਬਣਦਾ। ਪਾਲੀ ਭੁਪਿੰਦਰ ਜੀ, ਕਮਿਊਨਿਟੀ ਟਾਰਗੇਟ ਟ੍ਰੇਲਰ ਦੇਖਿਆ ਤਾਂ ਤੁਹਾਨੂੰ ਲੱਗ ਰਿਹਾ ਕਮਿਊਨਿਟੀ ਟਾਰਗੇਟ ਕੀਤੀ ਗਈ ਹੈ ਇੱਥੇ? ਨਹੀਂ, ਪਹਿਲੀ ਗੱਲ ਤਾਂ ਹੈ ਕਿ ਹਾਲੇ ਸਿਰਫ ਟ੍ਰੇਲਰ ਸਾਹਮਣੇ ਆਇਆ ਫਿਲਮ ਦਾ, ਔਰ ਜਿੰਨੇ ਕੁ ਫਿਲਮ ਦੇ ਕੁਝ ਉਹਦੇ ਬਾਰੇ ਜੋ ਆਸੇ-ਪਾਸੇ ਮਾਰਕੀਟ ਦੇ ਵਿੱਚ ਗੱਲਾਂ ਹੁੰਦੀਆਂ ਨੇ, ਇਸ ਲਾਈਨ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸੁਣ ਕੇ ਹੀ ਕੁਝ ਧਿਰਾਂ ਜਿਹੜੀਆਂ ਸੀ ਹਾਈ ਕੋਰਟ ਚਲੀਆਂ ਗਈਆਂ। ਤਾਂ ਇਕੱਲੇ ਟ੍ਰੇਲਰ ਤੋਂ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਸਾਰੀ ਫਿਲਮ ਦੇ ਵਿੱਚ ਕੀ ਹੈ, ਔਰ ਨਾ ਹੀ ਸਾਨੂੰ ਲਗਾਉਣਾ ਚਾਹੀਦਾ। ਔਰ ਮੈਂ ਨਹੀਂ ਮੰਨਦਾ ਕਿ, ਕਿਉਂਕਿ ਮੈਂ ਉਸ ਜਿੰਨੇ ਫਿਲਮ ਮੇਕਰਸ ਨੇ, ਮੈਂ ਉਹਨਾਂ ਸਾਰਿਆਂ ਨੂੰ ਬਹੁਤ ਨਿੱਜੀ ਤੌਰ ਤੇ ਜਾਣਦਾ, ਤੇ ਮੈਂ ਉਹਨਾਂ ਦੇ ਬਿਹਾਫ ਤੇ ਕਹਿ ਸਕਦਾ ਕਿ ਉਹ ਨਹੀਂ, ਉਹਨਾਂ ਵਿੱਚੋਂ ਕੋਈ ਵੀ ਇਹੋ ਜਿਹੀ ਬਦਨੀਤ ਵਾਲਾ ਬੰਦਾ ਨਹੀਂ ਹੈਗਾ ਕਿ ਉਹ ਜਾਣਬੁੱਝ ਕੇ ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰ ਰਿਹਾ ਹੋਊਗਾ। ਔਰ ਜੇ ਹੁੰਦਾ ਹੈ ਅਜਿਹਾ ਕੁਝ, ਭਾਰਤੀ ਸੈਂਸਰ ਬੋਰਡ ਕਦੇ ਇਸ ਫਿਲਮ ਨੂੰ ਨਿਕਲਣ ਹੀ ਨਾ ਦਿੰਦਾ। ਜੇ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਬਕਾਇਦਾ ਇੱਕ ਸੈਂਸਰ ਪਾਸ ਕੀਤਾ ਹੈ, ਤਾਂ ਇਹਦਾ ਮਤਲਬ ਉਹਨਾਂ ਨੇ ਪਾਇਆ ਕਿ ਇਹਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੈ। ਉਹ ਕਹਿ ਰਹੇ ਕਿ ਜਿਵੇਂ ਕਤਲ ਨਹੀਂ, ਸਾਡੇ ਸੋਧਾ ਕਹਿੰਦੇ ਆ, ਇਹ ਗੱਲਾਂ ਕਿਉਂ ਹੋ ਰਹੀਆਂ? ਦੇਖੋ, ਇਹ ਇੱਕ ਭਾਸ਼ਾ ਦਾ ਰੌਲਾ ਹੈ, ਤਾਂ ਇਹ ਇੱਕ ਸਾਡੇ ਪੰਜਾਬ ਦੀ ਆਮ ਭਾਸ਼ਾ ਹੈ, ਇਹ ਸਿੱਖੀ ਦੇ ਨਾਲ ਜੁੜੀ ਹੋਈ ਭਾਸ਼ਾ ਹੈ। ਜਦੋਂ ਵੀ ਅਤੀਤ ਵਿੱਚ ਵੀ ਸਿੱਖ ਯੋਧੇ ਨੇ ਜਦੋਂ ਲੜਾਈਆਂ ਲੜੀਆਂ, ਸਿੰਘਾਂ ਦੇ ਬੋਲੇ ਬਿਲਕੁਲ ਵੱਖਰੇ ਨੇ, ਤੁਸੀਂ ਜਾਣਦੇ ਹੋ, ਅਸੀਂ ਉਹਨਾਂ ਨੂੰ ਸਿੰਘਾਂ ਦੇ ਬੋਲੇ ਕਹਿੰਦੇ ਹਾਂ। ਫਿਰ ਪਿਕਚਰ ਹੀ ਗੁਰਮੁਖੀ 'ਚ ਆ ਜਾਣੀ ਚਾਹੀਦੀ। ਹਾਂ, ਤੇ ਫਿਲਮ ਗੁਰਮੁਖੀ ਦੇ ਵਿੱਚ ਸਾਰੀ ਗੁਰਮੁਖੀ ਪਿਕਚਰ ਆ ਜਾਣੀ ਚਾਹੀਦੀ ਹੈ, ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਾਸ਼ਾ ਹੈ ਉਸ ਭਾਸ਼ਾ ਦੇ ਤਹਿਤ ਆ ਜਾਣੀ ਚਾਹੀਦੀ ਹੈ। ਅਸੀਂ ਵੀ ਪੂਰੇ ਆਦਰ ਸਤਿਕਾਰ ਨਾਲ ਸਾਰੇ ਦੇਖਣ ਜਾਵਾਂਗੇ। ਨਹੀਂ, ਇਹ ਫਿਲਮ ਗੁਰਮੁਖੀ, ਤੁਹਾਨੂੰ ਸਿਰਫ ਸੋਧਾ ਸ਼ਬਦ ਤੋਂ ਦਿੱਕਤ ਹੋਗੀ। ਕਈ ਸੋਧਾ ਜਿਵੇਂ ਕਹਿ ਰਹੇ ਆ ਕਿ ਸਾਡੀ ਆਮ ਬੋਲਚਾਲ ਦੀ ਇਹ ਬੋਲੀ ਹੈ, ਸਾਡੀ ਆਮ ਬੋਲਚਾਲ 'ਚ ਜਿਹੜੇ ਸਿੱਖ ਯੋਧੇ ਇਹ ਸ਼ਬਦ ਵਰਤ ਲੈਂਦੇ, ਤਾਂ ਉਹਦੇ ਤੋਂ ਕੀ ਦਿੱਕਤ ਹੈ? ਮੱਕੜ ਸਾਹਿਬ, ਜਿਹੜੀ ਬੋਲੀ ਹੈ ਨਾ, ਜਿਹੜੀ ਭਾਸ਼ਾ ਹੈ, ਮੈਂ ਦੋਵੇਂ ਦੇਸ਼ਾਂ ਦੀ, ਦੋਵੇਂ ਪੰਜਾਬਾਂ ਦੀ ਚੰਗੀ ਤਰ੍ਹਾਂ ਜਾਣਦਾ, ਕਿਉਂਕਿ ਜਿਹੜਾ ਮੇਰਾ ਪਿਛੋਕੜ ਆ ਪਿਛਲੇ ਪੰਜਾਬ ਦਾ, ਪਾਕਿਸਤਾਨ ਵਾਲੇ ਦਾ, ਤੇ ਮੇਰਾ ਜਿਹੜਾ ਹੁਣ ਦਾ ਜੀਵਨ ਹੈ ਉਹ ਇਸ ਪੰਜਾਬ ਦਾ। ਮੈਂ ਦੋਵੇਂ ਭਾਸ਼ਾਵਾਂ ਨੂੰ ਬਹੁਤ ਚੰਗੀ ਤਰ੍ਹਾਂ ਗਿਆਨ ਰੱਖਦਾ। ਗੱਲ ਇਹ ਆ, ਆਪਾਂ ਆਪਣਾ ਪੱਖ ਰੱਖਣ ਵਾਸਤੇ ਕੋਈ ਵੀ ਪਲੀ ਲੈ ਸਕਦੇ ਆ, ਪਰ ਜਿਹੜੇ ਲੋਕ ਹਾਈ ਕੋਰਟ ਗਏ ਉਹਨਾਂ ਨੂੰ ਫਿਲਮ ਦਿਖਾ ਦੇਣੀ ਸੀ, ਉਹਨਾਂ ਨੂੰ ਪਿਕਚਰ ਦਿਖਾਣੀ ਬਣਦੀ ਸੀ, ਨਾ ਕਿ ਉਹਨਾਂ ਨੂੰ ਆਪਣਾ ਕੰਪੀਟੀਸ਼ਨ ਕਰਨਾ ਬਣਦਾ ਸੀ। ਸ਼ਾਇਦ ਹੋ ਜਿਹੜੇ ਹਾਈ ਕੋਰਟ ਗਏ ਉਹ ਤਾਂ ਪੂਲੇ ਨਿਹੰਗ ਦਾ ਪਰਿਵਾਰ ਹਾਈ ਕੋਰਟ ਗਿਆ, ਉਹ ਕਹਿੰਦੇ ਕਿ ਸਾਨੂੰ ਤਕਲੀਫ ਹੈ ਕਿ ਪੂਲਾ ਨਿਹੰਗ ਨੂੰ ਅੱਤਵਾਦੀ ਦੇ ਤੌਰ ਤੇ ਪੇਸ਼ ਕੀਤਾ ਗਿਆ, ਸਾਨੂੰ ਇਸ ਗੱਲ 'ਚ ਦਿੱਕਤ ਹੈ। ਹਮੇਸ਼ਾ ਵਿਰੋਧ ਕਰਦਾ ਰਿਹਾ, ਮੈਂ ਖੁਦ ਪੂਲੇ ਨਿਹੰਗ ਦਾ ਵਿਰੋਧ ਕਰਦਾ, ਸਨਾਤਨੀ ਵਿਰੋਧ ਕਰਦੇ ਰਹੇ ਆ। ਉਹ ਇੱਕ ਏਜੰਸੀਆਂ ਦਾ ਬੰਦਾ ਸੀ, ਏਜੰਸੀਆਂ ਨੇ ਮਸਤਿਆ ਹਾਥੀ ਪੰਜਾਬ 'ਚ ਛੱਡਿਆ ਸੀ, ਉਹਨੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ, ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਠੀਕ ਹੈ। ਕੱਲੇ ਪੂਲੇ ਨਿਹੰਗ ਦੇ ਪਰਿਵਾਰ ਨੂੰ ਮੰਨ ਕੇ ਇਹ ਗੱਲ ਨਾ ਮੰਨੀ ਜਾਏ ਵੀ ਪਿਕਚਰ ਦਾ ਵਿਰੋਧ ਤਾਂ ਤੇ ਪੰਜਾਬ ਦਾ ਜਿਹੜਾ ਉਹ ਹੈ, ਪਰ ਜੋ ਹਕੀਕਤ ਹੈ ਉਹ ਤੋਂ ਇਨਕਾਰ ਵੀ ਨਾ ਕੀਤਾ ਜਾਏ ਵੀ ਉਹ ਪਿਕਚਰ ਹੈ ਜਿਹੜੀ ਉਹ ਕਿਤੇ ਨਾ ਕਿਤੇ ਪੰਜਾਬ ਦੀ ਜਵਾਨੀ ਨੂੰ ਕਿਰਾਏ ਪਾਏਗੀ। ਇੱਕ ਮੈਂ ਦੇਖ ਰਿਹਾ ਸੀ ਵਿਰੋਧ ਇਸ ਗੱਲ ਦਾ ਹੋ ਰਿਹਾ ਵੀ ਟਿੱਕਾ ਲਾਇਆ ਮੱਥੇ ਦੇ ਉੱਤੇ ਤੇ ਉਹ ਇੱਕ ਹਿੰਦੂ ਸ਼ਖਸ ਨੂੰ ਮਾਰਿਆ ਜਾ ਰਿਹਾ, ਔਰ ਇਸ ਤਰ੍ਹਾਂ ਦੀ ਗੱਲ ਦੇ ਵਿੱਚ ਉਹ ਵਿਰੋਧ ਕਰ ਰਹੇ ਲੋਕ ਇਸ ਗੱਲ ਦੇ ਵਿੱਚ ਆ ਕੇ। ਇਸ ਤਰ੍ਹਾਂ ਦਾ ਫਿਰ ਬਾਲੀਵੁੱਡ 'ਚ ਫਿਲਮਾਂ ਬਣਦੀਆਂ ਜਿੱਥੇ ਮੁਸਲਮਾਨ ਬਣਾਇਆ ਹੁੰਦਾ ਤੇ ਉਹਨੂੰ ਮਾਰਿਆ ਜਾਂਦਾ, ਫਿਰ ਤਾਂ ਕੋਈ ਫਿਲਮ ਇਸ ਤਰੀਕੇ ਨਾਲ ਬਣੂਗੀ ਨਹੀਂ। ਨਹੀਂ, ਇਹਦੇ ਵਿੱਚ ਇੱਕ ਪਹਿਲਾਂ ਤਾਂ ਆਪਾਂ ਇਸ ਗੱਲ ਦਾ ਨਿਤਾਰਾ ਕਰ ਲਈਏ। ਮੈਂ ਤੁਹਾਨੂੰ ਦੱਸਾਂ ਕਿ ਇਹ ਫਿਲਮ ਕਹੀ ਜਾ ਰਹੀ ਹੈ ਕਿ ਪੂਲੇ ਦੇ ਉੱਪਰ ਬਣੀ ਹੋਈ ਹੈ, ਠੀਕ ਹੈ, ਪੂਲੇ ਨਿਹੰਗ ਦੇ ਉੱਪਰ ਬਣੀ ਹੋਈ ਹੈ, ਪਰ ਮੇਕਰ ਨਹੀਂ ਕਹਿ ਰਹੇ, ਉਹ ਕਹਿ ਰਹੇ ਅਸੀਂ ਇਹੋ ਜਿਹਾ ਕੋਈ ਕਲੇਮ ਨਹੀਂ ਕਰਦੇ। ਉਹ ਇੰਨਾ ਜ਼ਰੂਰ ਕਲੇਮ ਕਰਦੇ ਆ ਵੀ ਇਹ ਰੀਅਲ ਫੈਕਟਸ ਤੋਂ ਪ੍ਰਭਾਵਿਤ ਫਿਲਮ ਹੈਗੀ। ਦੇਖੋ, ਸਾਰੇ ਦਾ ਸਾਰਾ ਲਿਟਰੇਚਰ, ਸਾਰੇ ਦਾ ਸਾਰਾ ਪਰਫਾਰਮਿੰਗ ਆਰਟ ਮਟੀਰੀਅਲ ਤਾਂ ਜ਼ਿੰਦਗੀ ਚੋਂ ਹੀ ਲੈਂਦਾ ਨਾ, ਕਰੈਕਟਰ ਤਾਂ ਜ਼ਿੰਦਗੀ ਚੋਂ ਹੀ ਲੈਂਦਾ ਨਾ। ਸਾਡੇ ਆਲੇ ਦੁਆਲੇ ਕੋਈ ਘਟਨਾ ਵਾਪਰ ਗਈ, ਉਸ ਤੋਂ ਪ੍ਰਭਾਵਿਤ ਹੋ ਕੇ ਜੇ ਕੋਈ ਬੰਦਾ ਫਿਲਮ ਬਣਾਉਂਦਾ, ਤੁਸੀਂ ਉਸ ਨੂੰ ਰੋਕ ਥੋੜੀ ਸਕਦੇ ਹੋ। ਤੁਸੀਂ ਆਪਣੇ ਚੈਨਲ ਤੇ ਡਿਸਕਸ ਕਰ ਸਕਦੇ ਹੋ, ਮੈਂ ਡਿਸਕਸ ਕਰ ਸਕਦਾ, ਗੱਗੀ ਵੀਰ ਜੀ ਆਪਣੇ ਘਰੇ ਬੈਠ ਕੇ ਡਿਸਕਸ ਕਰ ਸਕਦੇ ਆ, ਤੇ ਇੱਕ ਮੇਕਰ ਜਿਹੜਾ ਹੈ, ਇੱਕ ਆਰਟਿਸਟ ਹੈ, ਕਿਉਂ ਉਹ ਪਰਦੇ ਤੇ ਡਿਸਕਸ ਨਹੀਂ ਕਰ ਸਕਦਾ? ਕਹਿ ਰਹੇ ਹਾਲਾਤ ਐਸੇ ਨਹੀਂ ਹੈ, ਤੁਸੀਂ ਇੱਕ
ਖਾਸ ਤਬਕੇ ਨੂੰ ਟਾਰਗੇਟ ਕਰਦੇ ਹੋ। ਬਿਲਕੁਲ ਫਿਲਮ ਨਹੀਂ ਟਾਰਗੇਟ ਕਰਕੇ ਤੁਸੀਂ ਬਣਦੀ ਹੈ। ਹਾਲੇ- ਪਰ ਇਸ ਤਰ੍ਹਾਂ ਦੀਆਂ ਜਿੰਨੀਆਂ ਫਿਲਮਾਂ, ਬੱਬਰ ਫਿਲਮ ਦਾ ਵੀ ਜ਼ਿਕਰ ਕਰ ਰਹੇ ਸੀ ਕਿ ਇਹ ਫਿਲਮਾਂ ਜਾਣਬੁੱਝ ਕੇ ਬਣਾਈਆਂ ਜਾਂਦੀਆਂ। ਮੈਂ ਕਹਿੰਦਾ ਬਿਲਕੁਲ ਨਹੀਂ ਬਣਾਈਆਂ ਜਾਂਦੀਆਂ। ਜੇ ਇਹੋ ਜਿਹੀਆਂ ਫਿਲਮਾਂ ਵਿੱਚ ਟਾਰਗੇਟ ਕੀਤਾ ਗਿਆ ਹੁੰਦਾ ਤਾਂ ਭਾਰਤੀ ਸੈਂਸਰ ਬੋਰਡ ਕਿਉਂ ਇਹਨਾਂ ਨੂੰ ਸਰਟੀਫਿਕੇਟ ਦਿੰਦਾ? ਉਹ ਦੇ ਰਿਹਾ ਤਾਂ ਇਟ ਮੀਨਸ ਉਹਨਾਂ ਨੂੰ ਕੋਈ ਇਤਰਾਜ਼ਯੋਗ ਨਹੀਂ ਲੱਗਿਆ। ਬਹੁਤ ਸਪਸ਼ਟ ਜੀ ਗੱਲ ਹੈ। ਸੈਂਸਰ ਬੋਰਡ ਕਿਉਂ ਫਿਲਮ ਨੂੰ ਰਿਲੀਜ਼ ਹੋਣ ਦੇਊਗਾ ਜੇ ਇਹੋ ਜੀ ਕੋਈ ਗੱਲ ਹੋਊਗੀ ਤਾਂ? ਆਪਾਂ ਅਨੇਕਾਂ ਫਿਲਮਾਂ ਦਾ ਇਹਦੇ ਚ ਜ਼ਿਕਰ ਕਰ ਸਕਦੇ ਆ ਐਪੀਸੋਡ ਦੇ ਵਿੱਚ। ਐਪੀਸੋਡ ਛੋਟਾ ਪੈ ਜਾਏਗਾ, ਪਰ ਗੱਲ ਇਹ ਹੈ ਸੈਂਸਰ ਬੋਰਡ ਨੇ ਕਦੀ ਵੀ ਕਿਸੇ ਦੀ ਜੀਵਨੀ ਨੂੰ ਸੁਧਾਰਨ ਵਾਸਤੇ ਕੋਈ ਕੰਮ ਕੀਤਾ ਹੋਏ, ਕੋਈ ਅਜਿਹੀ ਪਿਕਚਰ ਲਿਆਂਦੀ ਹੋਏ, ਮੈਂ ਪੀਕੇ ਵਰਗੀ ਫਿਲਮ ਬਣੀ ਸੀ, ਪੂਰੀ ਦੁਨੀਆ ਨੇ ਦੇਖੀ ਹੈ ਨਾ, ਉਦੋਂ ਵਿਰੋਧ ਹੋਇਆ ਸੀ ਜੀ। ਬਿਲਕੁਲ ਵਿਰੋਧ ਹੋਇਆ ਸੀ ਉਹਦਾ। ਕਿਸੇ ਵੀ ਰਿਲੀਜਨ ਨੂੰ ਛੇੜਛਾੜ ਕਰਨੀ, ਟੱਚ ਕਰਨਾ, ਮੇਰੇ ਹਿਸਾਬ ਨਾਲ ਪੰਜਾਬ ਦੀ ਧਰਤੀ ਤੇ ਪੈਦਾ ਹੋਣ ਦੇ ਮੁਤਾਬਕ, ਭਾਰਤ 'ਚ ਰਹਿਣ ਦੇ ਮੁਤਾਬਕ ਬਿਲਕੁਲ ਗਲਤ ਹੈ। ਪਰ ਇਹਦੇ ਰਿਲੀਜੀਅਨ ਕਿੱਥੇ ਹੈ ਮੈਨੂੰ ਨਹੀਂ ਸਮਝ ਆ ਰਿਹਾ। ਮੈਂ ਵੀ ਟ੍ਰੇਲਰ ਦੇਖਿਆ। ਪਾਲੀ ਭੁਪਿੰਦਰ ਜੀ, ਰਿਲੀਜੀਅਨ ਸਮਝ ਆ ਰਿਹਾ ਤੁਹਾਨੂੰ ਇਹਦੇ ਵਿੱਚ? ਨਹੀਂ, ਬਿਲਕੁਲ ਵੀ ਨਹੀਂ। ਧਰਮ ਕਿਤੇ ਦੱਸ ਰਿਹਾ ਵੀ ਕਿਸੇ ਧਰਮ ਦੀ ਇੱਥੇ ਜਾਂ ਕਿਸੇ ਨੂੰ ਉੱਚਾ ਦਿਖਾਇਆ ਗਿਆ, ਨੀਵਾਂ ਪੰਜਾਬ ਦੇ ਹਾਲਾਤਾਂ ਨੂੰ ਬਿਆਨ ਕੀਤਾ ਗਿਆ। ਬਿਲਕੁਲ ਇੱਕ ਇਨਸੀਡੈਂਟ ਇਹੋ ਜਿਹੇ ਪੰਜਾਬ 'ਚ ਅਨੇਕਾਂ ਹੀ ਵਾਪਰੇ ਹੈਗੇ, ਉਹਨਾਂ ਤੋਂ ਇਨਸਪਾਇਰ ਹੋ ਕੇ ਇੱਕ ਫਿਲਮ ਬਣੀ ਹੈਗੀ। ਤਾਂ ਉਹ ਮੇਕਰਸ ਨੇ ਕਿਤੇ ਦਾਵਾ ਨਹੀਂ ਕੀਤਾ ਕਿ ਅਸੀਂ ਟਾਰਗੇਟ ਕਰ ਰਹੇ ਹਾਂ। ਮੈਂ ਫਿਰ ਕਹਿਣਾ, ਤੁਸੀਂ ਇਸ ਗੱਲ ਨੂੰ ਸਮਝ ਲਓ ਕਿ ਜੇ ਕਿਸੇ ਧਰਮ ਨੂੰ ਨੀਵਾਂ ਦਿਖਾਇਆ ਗਿਆ ਹੁੰਦਾ, ਭਾਰਤੀ ਸੈਂਸਰ ਬੋਰਡ ਇਹਨੂੰ ਅਲਾਉ ਨਹੀਂ ਸੀ ਕਰਦਾ। ਔਰ ਇਸ ਗੱਲ ਦੇ ਉੱਪਰ ਸਿਰਫ ਪ੍ਰਜ਼ੰਪਸ਼ਨ ਹੈ। ਅਸੀਂ ਅੱਛਾ, ਗੱਗੀ ਪੰਡਤ ਜੀ ਕੀ ਕਹਿ ਰਹੇ ਨੇ? ਗੱਗੀ ਵੀਰ ਜੀ ਦੀ ਪਹਿਲੀ ਗੱਲ ਤਾਂ ਮੈਂ ਸਰ ਤੁਹਾਡੀ ਗੱਲ ਦੀ ਬਹੁਤ ਦਾਦ ਦੇਣੀ ਚਾਹੂੰਗਾ। ਜਿੱਥੋਂ ਤੁਸੀਂ ਆਪਣੀ ਗੱਲ ਸ਼ੁਰੂ ਕੀਤੀ, ਤੁਸੀਂ ਕਿਹਾ ਕਿ ਮੈਂ ਬੀਇੰਗ ਪੰਜਾਬੀ ਗੱਲ ਕਰ ਰਿਹਾ। ਮੈਨੂੰ ਚੰਗਾ ਲੱਗੀ ਗੱਲ ਇਹ ਕਿ ਤੁਸੀਂ ਬੀਇੰਗ ਪੰਜਾਬੀ ਗੱਲ ਕਰ ਰਹੇ ਹੋ। ਤਾਂ ਫਿਰ ਸਰ ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਜਿਹੜੇ ਲੋਕ ਫਿਲਮ ਬਣਾ ਰਹੇ ਨੇ ਇਹੋ ਜਿਹੇ ਵਿਸ਼ਿਆਂ ਨੂੰ ਲੈ ਕੇ, ਜਿਵੇਂ ਤੁਸੀਂ ਇਤਰਾਜ਼ ਕੀਤਾ ਕਿ ਬੱਬਰਾਂ ਨੂੰ ਲੈ ਕੇ, ਜਾਂ 2-3 ਹੋਰ, ਇੱਕ ਤੂਫਾਨ ਸਿੰਘ ਫਿਲਮ ਦੇ ਉੱਪਰ ਉਹ ਰਿਲੀਜ਼ ਹੀ ਨਹੀਂ ਹੋਣ ਦਿੱਤੀ। ਉਹ ਕਹਿੰਦੇ ਉਹਦਾ ਵਿਰੋਧ ਨਹੀਂ ਕੀਤਾ, ਕੋਈ ਵਿਰੋਧ ਨਹੀਂ ਕੀਤਾ। ਮੈਨੂੰ ਆਪਣੀ ਗੱਲ ਪੂਰੀ ਕਰ ਲੈਣ ਦਿਓ ਪਲੀਜ਼, 1 ਮਿੰਟ। ਉਸ ਤੋਂ ਪਹਿਲਾਂ ਸਾਡਾ ਹੱਕ ਫਿਲਮ ਵਾਲਿਆਂ ਨਾਲ ਜਿੰਨੀ ਤੁਹਾਨੂੰ ਮਾੜੀ ਹੋਈ ਤੁਹਾਨੂੰ ਪਤਾ ਹੀ ਹੈ ਸਾਰਾ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਨ੍ਹਾਂ ਲੋਕਾਂ ਦੀ ਅਸੀਂ ਗੱਲ ਕਰਨੀ ਚਾਹੁੰਦੇ ਹਾਂ, ਕੀ ਉਹ ਸਾਡੇ ਪੰਜਾਬ ਦਾ ਹਿੱਸਾ ਨਹੀਂ? ਠੀਕ ਹੈ, ਜੇ ਮੰਨ ਲਓ ਅਸੀਂ ਕਹਿੰਦੇ ਹਾਂ ਕਿ ਸਾਡਾ ਹੱਕ ਦੀ ਗੱਲ, ਭਾਵੇਂ ਉਹ ਹਵਾਲਾ ਸਾਹਿਬ ਸੀ, ਜੋ ਵੀ ਸੀ, ਅਸੀਂ ਕਹਿੰਦੇ ਹਾਂ ਕਿ ਤੁਸੀਂ ਉਹਨਾਂ ਨੂੰ ਲੋਕਾਂ ਸਾਹਮਣੇ ਰੱਖਣ ਦਿਓ। ਭਾਰਤੀ ਸੈਂਸਰ ਬੋਰਡ ਕਹਿੰਦਾ ਓਕੇ, ਸਾਨੂੰ ਫਿਲਮ ਤੇ ਕੋਈ ਇਤਰਾਜ਼ ਨਹੀਂ। ਹੁਣ ਲੋਕਾਂ ਦੀ ਕਚਹਿਰੀ ਵਿੱਚ ਫਿਲਮ ਜਾਣ ਦਿਓ। ਜੇ ਲੋਕੀ ਕਹਿਣਗੇ ਫਿਲਮ ਮਾੜੀ ਔਰ ਰਿਜੈਕਟ ਕਰ ਦੇਣਗੇ, ਉਹ ਨਹੀਂ ਦੇਖਣਗੇ। ਜਵਾਬ ਲੈ ਲੈ। ਹੁਣ ਜਣਾ ਖਣਾ ਉੱਠ ਕੇ ਜੇ ਫਿਲਮ ਦੇ ਕਲਾ ਦੇ ਮਾਮਲੇ ਵਿੱਚ ਦਖਲ ਦੇਊਗਾ, ਪ੍ਰੋਬਲਮ ਇਹ ਹੈ ਕਿ ਕਲਾ ਚੱਲੂਗੀ ਕਿਵੇਂ, ਸਿਨੇਮਾ ਚੱਲੂਗਾ ਕਿਵੇਂ? ਜਵਾਬ ਲੈ ਲੈਣੇ ਆ। ਮੈਂ ਭਾਜੀ ਨਾਲ ਇਸ ਗੱਲ ਤੇ ਗੱਲ ਕਰਨੀ ਚਾਹਨਾ ਵੀ ਭਾਜੀ ਤੁਸੀਂ ਬੱਬਰ ਪਿਕਚਰ ਦੇਖੀ? ਨਹੀਂ, ਮੈਂ ਅਨਫੋਰਚੂਨੇਟਲੀ ਉਹਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਦੇ 3 ਬੱਚੇ ਮਰਡਰ ਕਰਦੇ ਆ। ਠੀਕ ਹੈ, ਉਹ ਤੁਸੀਂ ਦੇਖੋ ਉਹਨਾਂ ਦੇ ਹੱਥ 'ਚ ਕੱਟਾ ਹੈ। ਅਸੀਂ ਪੰਜਾਬ ਨੂੰ ਕੀ ਪਰੋਸ ਰਹੇ ਹਾਂ? ਤੁਸੀਂ ਅਗਨੀਪਥ ਦੇਖੀ? ਹਾਂਜੀ ਦੇਖੀ। ਛੋਟਾ ਹੁੰਦਾ ਅਮਿਤਾਭ ਬੱਚਨ ਕਤਲ ਕਰ ਦਿੰਦਾ, ਫਿਰ ਪੂਰਾ ਇੰਡੀਆ ਕਤਲ ਕਰੀ ਜਾਂਦਾ। ਉਹਨਾਂ ਦਾ ਤੇ ਸਾਡੇ ਕਲਚਰ 'ਚ ਜ਼ਮੀਨ ਅਸਮਾਨ ਦਾ ਵੱਡਾ ਫਰਕ ਹੈ। ਨਹੀਂ ਕਰ ਸਕਦੇ ਤੁਸੀਂ ਕੀ ਫਰਕ ਹੈ ਮੈਨੂੰ ਦੱਸੋ? ਉਹਨਾਂ ਦੇ ਕਲਚਰ ਤੇ ਸਾਡੇ ਕਲਚਰ 'ਚ ਕੋਈ ਫਰਕ ਨਹੀਂ ਜੀ। ਕੀ ਸਾਡੇ ਕਲਚਰ ਵਾਲੇ ਲੋਕ ਬੰਦੂਕਾਂ ਹੀ ਚੱਕ ਕੇ ਬੈਠੇ, ਮੈਨੂੰ ਇਹ ਦੱਸੋ। ਨਹੀਂ, ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਤੁਹਾਨੂੰ ਵੀ ਅਸੀਂ ਉਹਨਾਂ ਦੇ ਕਲਚਰ ਦੇ ਮੁਤਾਬਕ, ਉਹਨਾਂ ਦੇ ਤਾਂ ਨਿੱਕੇ ਨਿੱਕੇ ਬੱਚੇ ਜੇਬਾਂ ਕੱਟਦੇ ਆ। ਪੰਜਾਬ ਦਾ ਕੋਈ ਨਿੱਕਾ ਬੱਚਾ ਜੇਬ ਕੱਟਦਾ ਸੁਣਿਆ ਕਦੀ? ਨਸ਼ੇ ਤਾਂ ਕਰਦੇ ਆ ਉਹ। ਤਾਂ ਮੇਰੀ ਗੱਲ ਸੁਣੋ, ਸਰਕਾਰਾਂ ਨੇ ਲੈ ਕੇ ਨਸ਼ੇ ਆ। ਨਹੀਂ, ਸਵਾਲ ਇਹ ਨਹੀਂ, ਸਵਾਲ ਗੱਗੀ ਵੀਰ ਜੀ ਇਹ ਨਹੀਂ ਕਿ ਉਹਨਾਂ ਦਾ ਕਲਚਰ ਕੀ ਹੈ, ਸਾਡਾ ਕਲਚਰ ਕੀ ਹੈ। ਅਸਰ ਪੈਂਦਾ ਕਿ ਨਹੀਂ ਪੈਂਦਾ? ਗੱਲ ਤਾਂ ਸਵਾਲ ਇਹ ਤਾਂ ਹੈ। ਫਿਲਮ ਨਾਲ ਪੰਜਾਬ ਦੇ ਨੌਜਵਾਨੀ ਤੇ ਅਸਰ ਪੈਂਦਾ ਸਰ। ਜੇ ਸੁਣੋ, ਜੇ ਤੁਸੀਂ ਕਹਿੰਦੇ ਹੋ, ਇੱਕ ਸੁਣੋ, ਮੈਂ ਇੱਕ ਸਵਾਲ ਕਰਦਾ, ਜੇ ਇੱਕ ਮਾੜੀ ਫਿਲਮ ਦੇਖ ਕੇ ਅਸਰ ਪੈਂਦਾ ਤਾਂ ਮੇਰਾ ਸਵਾਲ ਹੈ ਕਿ ਇੱਕ ਚੰਗੀ ਫਿਲਮ ਜਦੋਂ ਆਂਦੀ ਹੈ, ਹੁਣ 3 ਇਡੀਅਟਸ ਆਈ, ਉਹਨੂੰ ਵੇਖ ਕੇ ਤਾਂ ਦੇਸ਼ ਦੇ ਜਵਾਕ, ਮੈਨੂੰ ਤਾਂ ਲੱਗਦਾ ਨਹੀਂ ਕਿ ਮਾਂ ਪਿਓ ਸੁਧਰ ਕੇ ਵਾਂਗੜੂ ਬਣ ਗਏ ਹੁਣ ਸਾਰੇ। ਹਾਂ, ਉਹ ਬਣ ਕੇ ਸਾਰਾ ਦੇਸ਼ ਐਡਾ ਵੱਡਾ ਟੀਚਰ ਬਣ ਗਿਆ। ਜਦ ਫਿਲਮ ਆਈ, ਐਡੇ ਲੋਕਾਂ ਨੇ ਸ਼ਰਧਾ ਦੇ ਨਾਲ ਦੇਖੀ। ਮੈਨੂੰ ਦੱਸੋ ਕਿੰਨੇ ਜਵਾਕ ਹੈ ਜਿਹੜੇ ਸੁਧਰ ਗਏ? ਸਮੁੱਚੇ ਭਾਰਤ ਨੇ, ਮੈਨੂੰ ਲੱਗਦਾ ਵੀ ਉਹਦੇ ਤੁਹਾਡੇ ਕੋਲੇ ਵਿਰੋਧ ਕਰਨ ਨੂੰ ਸੀਗਾ ਨਹੀਂ ਕੁਝ, ਮੈਨੂੰ ਲੱਗਦਾ। ਨਹੀਂ ਜੀ, ਨਹੀਂ, ਇਹ ਗੱਲ ਕੀ ਵਿਰੋਧ ਕਰ ਸਕਦੇ ਸੀਗੇ? ਤੇਗ ਬਹਾਦਰ ਸਾਹਿਬ ਦੀ ਸਾਰਾ ਇਹਦੇ ਜਿਵੇਂ ਇਹ ਖਾੜਕੂਵਾਦ ਸ਼ਬਦ ਵਰਤਿਆ ਗਿਆ, ਇਹਦਾ ਵੀ ਕੁਝ ਲੋਕਾਂ ਨੇ ਵਿਰੋਧ ਕੀਤਾ ਵੀ ਉਹ ਤਾਂ ਅੱਤਵਾਦ ਸੀਗਾ, ਤੁਸੀਂ ਖਾੜਕੂਵਾਦ ਕਿਵੇਂ ਕਹਿ ਦਿੰਦੇ ਹੋ? ਕਿ ਖਾੜਕੂ ਕੌਣ ਹੁੰਦੇ ਆ? ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਕੀ ਤੁਸੀਂ ਉਸ ਦੌਰ ਨੂੰ, ਪੰਜਾਬ ਨੂੰ ਨਹੀਂ ਚਾਹੁੰਦੇ ਕਿ ਉਹ ਦੌਰ ਜਿਹੜਾ ਪੰਜਾਬ ਦੇਖੇ? ਅਸੀਂ ਚਾਹੁੰਦੇ ਨਹੀਂ ਜੀ ਪੰਜਾਬ ਉਸ ਦੌਰ 'ਚ ਦੁਬਾਰਾ ਜਾਏ। ਦੁਬਾਰਾ ਜਾਣ ਦੀ ਗੱਲ ਤੇ ਦੁਬਾਰਾ ਦਿਖਾਉਣ ਦੀ ਗੱਲ 'ਚ ਫਰਕ ਹੈ। ਨਹੀਂ, ਬਿਲਕੁਲ ਕੋਈ ਫਰਕ ਨਹੀਂ। ਕਿਤੇ ਨਾ ਕਿਤੇ 25-20% ਜਿਹੜਾ ਤੁਸੀਂ ਉਧਰਲੇ ਪਾਸੇ ਨੂੰ ਉਹਨੂੰ ਧੱਕਣ ਦੀ ਕੋਸ਼ਿਸ਼ ਕਰ ਰਹੇ ਹੋ। ਕਿੱਧਰ ਪਾਸੇ ਨੂੰ? ਪੁਰਾਣੇ ਦੌਰ ਵਾਲੇ। ਨਹੀਂ, ਕੋਈ ਕੌਣ ਧੱਕ ਰਿਹਾ? ਕੌਣ ਕੀ ਕਰ ਰਿਹਾ ਹੈ ਐਸਾ ਜਿਹੜਾ ਫਿਲਮੀ ਸੈਂਸਰ ਬੋਰਡ ਉਸ ਪਾਸੇ ਬਿਲਕੁਲ ਧਿਆਨ ਨਹੀਂ ਦੇ ਰਿਹਾ। ਠੀਕ ਹੈ, ਜਦੋਂ ਛੋਟੇ ਛੋਟੇ ਜਵਾਕਾਂ ਨੂੰ ਹਥਿਆਰ ਪ੍ਰਮੋਟ ਕਰਾਂਗੇ, ਸਿੱਖ ਕੌਮ 'ਚ ਮਸੰਦ ਸੀਗੇ, ਉਹਨਾਂ ਮਸੰਦਾਂ ਦਾ ਜ਼ਿਕਰ ਕੀਤਾ ਜਾ ਰਿਹਾ ਫਿਲਮ ਦੇ ਵਿੱਚ। ਆਪਣੀ ਕੌਮ ਦੀ ਉਹ ਗੱਲ ਕਰ ਰਹੇ, ਉਦੋਂ ਇਲਾਵਾ ਕਿਸੇ ਨੂੰ ਛੇੜਿਆ ਨਹੀਂ ਜਾ ਰਿਹਾ, ਤਾਂ ਉਸ ਗੱਲ ਦਾ ਵਿਰੋਧ ਕੀ ਤਰ੍ਹਾਂ ਹੈ? ਕਿਸੇ ਨੂੰ ਕੀ ਤਰ੍ਹਾਂ ਫਿਲਮ ਆਈ, ਉਹਦੇ 'ਚ ਮਸੰਦਾਂ ਦਾ ਜ਼ਿਕਰ ਸੀ, ਮਸੰਦਾਂ ਨੂੰ ਸਾੜਦੇ ਵੀ ਦਿਖਾਇਆ ਗਿਆ, ਗੁਰੂ ਮਰਿਆਦਾ ਦੇ ਤਹਿਤ ਸਭ ਕੁਝ ਦਿਖਾਇਆ ਗਿਆ। ਕਿਸੇ ਬੰਦੇ ਨੇ ਬਿਲਕੁਲ ਵਿਰੋਧ ਨਹੀਂ ਕੀਤਾ ਕਿਉਂਕਿ ਉਹ ਗੁਰੂ ਮਤ ਦੇ ਮੁਤਾਬਕ ਪਿਕਚਰ ਸੀ। ਇਹ ਫਿਲਮ ਗੁਰੂ ਮਤ ਦੇ ਮੁਤਾਬਕ ਆਏ, ਇਹਦਾ ਸਾਰੇ ਸਤਿਕਾਰ ਕਰਨਗੇ। ਤੁਸੀਂ ਦੇਖ ਲਓ ਫਿਲਮ ਇੱਕ ਵਾਰੀ,
ਫਿਲਮ ਦੇਖੋ, ਉਸ ਤੋਂ ਬਾਅਦ ਤੁਹਾਨੂੰ ਲੱਗੇ ਤੁਸੀਂ ਇਤਰਾਜ਼ ਭੇਜੋ ਵੀ ਆਹ ਚੀਜ਼ਾਂ, ਜਿਵੇਂ ਤੁਸੀਂ ਡਾਇਲੋਗ ਦਾ ਕਹਿ ਰਹੇ ਹੋ, ਡਾਇਲੋਗ ਕੱਢਿਆ ਜਾ ਸਕਦਾ ਜੇ ਇਤਰਾਜ਼ ਹੈ ਤਾਂ। ਨਹੀਂ, ਜਦੋਂ ਸੈਂਸਰ ਬੋਰਡ ਨਹੀਂ ਕੱਢ ਰਿਹਾ ਹੁਣ ਐ ਤਾਂ ਦੇਖੋ, ਫਿਰ ਤਾਂ ਕੋਈ ਫਿਲਮ ਬਣ ਹੀ ਨਹੀਂ ਸਕਦੀ। ਇੱਕ ਇੰਡਸਟਰੀ ਹੈ ਬਕਾਇਦਾ, ਇਹ ਇੰਡਸਟਰੀ ਆਪਣੇ ਤਰੀਕੇ ਨਾਲ ਚੱਲ ਰਹੀ ਹੈ, ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੀ ਹੈ, ਬਹੁਤ ਵੱਡੀ ਇੰਡਸਟਰੀ ਹੈ। ਜੇ ਕਿਤੇ ਇਹ ਇੰਡਸਟਰੀ ਨਾ ਹੁੰਦੀ, ਪੰਜਾਬ ਦੇ ਵੇਲੇ ਹੋਰ ਇੰਡਸਟਰੀ ਬਚੀ ਕਿਹੜੀ ਹੈ? ਤੇ ਇਹਨੂੰ ਅਸੀਂ ਖੜੇ ਰਹਿਣ ਦੇਣਾ ਕਿ ਨਹੀਂ ਰਹਿਣ ਦੇਣਾ? ਇਹਨੂੰ ਕੰਮ ਕਰਨ ਦੇਣਾ ਕਿ ਨਹੀਂ ਦੇਣਾ? ਇਹ ਸਾਡੇ ਕਿੰਨੇ ਨੌਜਵਾਨਾਂ ਨੂੰ ਕੰਮ ਦੇ ਰਹੀ ਹੈਗੀ, ਕਿੰਨੇ ਲੋਕ ਇਸ ਵਿੱਚ ਲੱਗੇ ਹੋਏ ਨੇ। ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਗੱਲ ਸੁਣੋ, ਕਿਹੜੀ ਭਾਵਨਾ? ਧਾਰਮਿਕ ਭਾਵਨਾ। ਬਿਨਾਂ ਗੱਲ ਤੋਂ ਧਾਰਮਿਕ ਭਾਵਨਾਵਾਂ ਭੜਕੀ ਜਾਵੇ, ਹੁਣ ਅਸੀਂ ਕਿੱਥੇ ਉਹਨੂੰ ਆਪਾਂ ਚੱਲੀ ਜਾਵਾਂਗੇ? ਦੱਸੋ, ਅਸੀਂ ਬਿਨਾਂ ਇਹ ਐਪਲੀਕੇਬਲ ਆਪਣੇ ਤੇ ਵੀ ਤਾਂ ਹੋਣਾ ਚਾਹੀਦਾ। ਫਿਰ ਮੈਂ ਸਿੱਖਾਂ ਤੇ ਵੀ ਐਪਲੀਕੇਬਲ ਹੋਣੀ ਚਾਹੀਦੀ ਹੈ, ਹਰੇਕ ਧਰਮ ਤੇ ਐਪਲੀਕੇਬਲ ਹੋਣੀ ਚਾਹੀਦੀ ਹੈ, ਲੇਕਿਨ ਪਤਾ ਤਾਂ ਲੱਗੇ ਵੀ ਉਹ ਇਸ ਧਰਮ ਨੂੰ ਟਾਰਗੇਟ ਕਰ ਰਹੇ ਵੀ ਹੈ ਕਿ ਨਹੀਂ। ਸੁਣੋ, ਮੈਂ ਤੁਹਾਨੂੰ ਸਵਾਲ ਕਰਦਾ ਪਰ ਇਹ ਰਿਸਪੈਕਟ ਦੀ ਗੱਲ ਨਹੀਂ ਹੈ। ਕਿਸੇ ਦੀ ਜੇ ਧਾਰਮਿਕ ਭਾਵਨਾ ਹੈ, ਜੇ ਉਹਨੂੰ ਮਹਿਸੂਸ ਹੁੰਦਾ ਹੈ ਵੀ ਤੁਸੀਂ ਸੋਧਾ ਸ਼ਬਦ ਵਰਤਤਾ ਜਾਂ ਤੁਸੀਂ ਖਾੜਕੂ ਸ਼ਬਦ ਵਰਤਾ, ਸਾਨੂੰ ਇਹ ਨਹੀਂ ਮਨਜ਼ੂਰ ਹੈ, ਪੀਸ ਐਂਡ ਹਾਰਮਨੀ ਪਿੱਛੇ ਬਦਲ ਦਿਓ। ਫਿਰ ਸੁਣੋ, ਫਿਰ ਤਾਂ ਕਿਸੇ ਨਾ ਕਿਸੇ ਸੈਕਟ ਨੂੰ ਪ੍ਰੋਬਲਮ ਹੋ ਜਾਊਗੀ ਤਾਂ ਫਿਲਮ ਦੇ, ਇਹਦਾ ਮਤਲਬ ਫਿਲਮ ਇਤਿਹਾਸ ਦੀ ਗੱਲ ਹੀ ਨਾ ਕਰੇ। ਇੱਕ ਪਾਸੇ ਤਾਂ ਅਸੀਂ ਇਤਰਾਜ਼ ਕਰਦੇ ਹਾਂ ਕਿ ਪੰਜਾਬੀ ਫਿਲਮਾਂ ਦੇ ਵਿੱਚ ਹੁੰਦਾ ਕੀ ਹੈ ਜੀ, ਹਾਂ ਹੀ ਕਮੇਡੀ ਹੁੰਦੀ ਹੈ, ਕੋਈ ਸਿਰ ਪੈਰ ਦੀ ਸਟੋਰੀ ਨਹੀਂ ਹੁੰਦੀ, ਕੋਈ ਚੱਜ ਦੀ ਗੱਲ ਨਹੀਂ ਕਰਦੇ। ਜੇ ਅਸੀਂ ਕੋਈ ਚੱਜ ਦੀ ਗੱਲ ਕਰਨ ਲੱਗਦੇ ਹਾਂ, ਉਸ ਵੇਲੇ ਕੋਈ ਨਾ ਕੋਈ ਸੈਕਟ ਇਤਰਾਜ਼ ਲੈ ਕੇ ਪਹੁੰਚ ਜਾਂਦਾ। ਫਿਰ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਡਸਟਰੀ, ਇਹ ਸਵਾਲ ਇਕੱਲੀ ਇੰਡਸਟਰੀ ਦਾ ਨਹੀਂ ਹੈ, ਇਹ ਪੂਰੀ ਦੀ ਪੂਰੀ ਕਲਾ ਦਾ, ਇਹ ਲਿਟਰੇਚਰ ਦਾ, ਸਾਹਿਤ ਦਾ, ਜਿਹੜਾ ਸਿਲੇਬਸਾਂ 'ਚ ਪੜ੍ਹਾਉਂਦੇ ਆ। ਇੱਕ ਰਾਈਟਰ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਲਿਖਾਂ ਕੀ। ਨਿੱਕੀ ਜਿਹੀ ਗੱਲ ਤੇ 295 ਪਰ ਕੱਲੇ ਪਿਛਲੇ 30 ਸਾਲਾਂ ਦੇ ਇਤਿਹਾਸ ਦੀ ਫਿਰ ਕਿਉਂ ਜ਼ਿਕਰ ਹੋ ਰਿਹਾ? ਜਿੰਨੀਆਂ ਫਿਲਮਾਂ ਦੀ ਇਹ ਗੱਲ ਕਰ ਰਹੇ ਨੇ, 250 ਸਾਲ ਪੁਰਾਣਾ, 300 ਸਾਲ ਪੁਰਾਣਾ ਇਤਿਹਾਸ ਵੀ ਦਿਖਾਓ। ਸਾਡੇ ਕਹਿੰਦੇ ਕਿ ਪਿਛਲਾ ਇਤਿਹਾਸ ਦਿਖਾ ਦਿਓ। ਜਿਹੜਾ ਇਤਿਹਾਸ ਦੇਸ਼ ਨੂੰ ਸੂਟ ਕਰਦਾ ਹੈ, ਕਿ ਜਦੋਂ ਤੱਕ ਗੁਰੂ ਤੇਗ ਬਹਾਦਰ ਜੀ ਆ ਕੇ ਦੇਸ਼ ਦੇ ਲਈ ਕੁਰਬਾਨੀ ਦੇ ਦੇਣ ਤਾਂ ਉਹ ਗੁੱਡ ਐਂਡ ਵੈਲ ਹੈ। ਫਿਰ ਤਾਂ ਤੁਸੀਂ ਉਹਨਾਂ ਦੀ ਗੱਲ ਵਾਰ-ਵਾਰ ਕਰੋ। ਜੇ ਸਾਡੇ ਵਿੱਚੋਂ 4 ਬੰਦੇ ਉੱਠ ਕੇ ਪੰਜਾਬ ਦੇ ਹੱਕਾਂ ਦੇ ਲਈ ਜਾਂ ਸਿੱਖਾਂ ਦੇ ਹੱਕਾਂ ਲਈ ਲੜ ਪੈਣ ਤਾਂ ਫਿਰ ਸਾਨੂੰ ਇਤਰਾਜ਼। ਇਸ ਗੱਲ ਦਾ ਜਵਾਬ ਦਿਓ ਦੇਖੋ, ਸਾਨੂੰ ਸਾਰਾ ਕਿ ਤੁਹਾਨੂੰ ਜਿਹੜਾ ਸੂਟ ਕਰਦਾ ਤੁਸੀਂ ਉਹ ਚਾਹੁੰਦੇ ਹੋ ਇਕੱਲਾ ਬਣੇ। ਸਾਨੂੰ ਸਾਰਾਗੜੀ ਵੀ ਸ਼ੂਟ ਕਰਦੀ ਸੀ, ਉਹਦਾ ਵੀ ਸਤਿਕਾਰ ਹੈ। ਉਹਦੇ ਵਿੱਚ ਵੀ ਸਾਰਾਗੜੀ ਵਿੱਚ ਸ਼ਹੀਦੀ ਦਿੱਤੀ, ਅਸੀਂ ਸ਼ਹੀਦੀ ਦੇਈ ਜਾਈਏ ਤਾਂ ਫਿਰ ਸਾਰਾ ਕੁਝ ਠੀਕ ਹੈ। ਜਿੱਦਣ ਅਸੀਂ ਕਹੀਏ ਕਿ ਨਹੀਂ ਅਸੀਂ ਆਪਣੇ ਲਈ ਲੜਨਾ ਤੇ ਫਿਰ ਇਹ ਤਾਂ ਗਲਤ ਗੱਲ ਹੈ। ਮੈਂ ਉੱਥੇ ਲੈ ਕੇ ਆਉਣਾ ਤੁਹਾਨੂੰ ਇਸ ਗੱਲ ਤੇ ਵੀ ਸ਼ਹਾਦਤਾਂ ਪੂਰੇ ਭਾਰਤ ਨੇ ਦਿੱਤੀਆਂ। ਜੇ ਕਹਿਣ ਵੀ ਮਹਾਰਾਣਾ ਪ੍ਰਤਾਪ ਨੇ ਦਿੱਤੀ, ਸ਼ਿਵਾਜੀ ਮਹਾਰਾਜ ਤੇ ਉਹਨਾਂ ਦੇ ਫਿਲਮਾਂ ਬਣ ਵੀ ਤਾਂ ਰਹੀ ਹੈ, ਕੋਈ ਇਤਰਾਜ਼ ਵੀ ਤਾਂ ਨਹੀਂ ਕਰਦਾ, ਉਹਨਾਂ ਨੂੰ ਗਲੋਰੀਫਾਈ ਕਰੀ ਜਾਂਦੇ ਆ। ਅਸੀਂ ਚਾਹੁੰਦੇ ਹਾਂ ਤੁਸੀਂ ਬਣਾਓ, ਸਿੱਖ ਇਤਿਹਾਸ ਤੇ ਫਿਲਮਾਂ ਬਣਾਓ, ਮਹਾਰਾਜਾ ਰਣਜੀਤ ਸਿੰਘ ਤੇ ਬਣਾਓ, ਕੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੇ ਭਾਈ ਹਵਾਰਾ ਤੇ ਫਿਲਮ ਬਣੇ, ਭਾਈ ਰਾਜੋਆਣਾ ਤੇ ਫਿਲਮ ਬਣੇ, ਭਾਈ ਦਿਲਾਵਰ ਸਿੰਘ ਤੇ ਫਿਲਮ ਬਣੇ, ਤੁਹਾਨੂੰ ਇਹ ਮਨਜ਼ੂਰ ਨੇ? ਦੇਖੋ, ਮੈਂ ਇਸ ਹੱਕ 'ਚ ਬਿਲਕੁਲ ਨਹੀਂ ਵੀ ਜਿਹੜੇ ਬੰਦੇ ਅੰਦਰ ਜੇਲ੍ਹਾਂ 'ਚ ਬੰਦ ਹੈ, ਆਪਾਂ ਉਹਨਾਂ ਦੇ ਫਿਲਮ ਬਣਾ ਕੇ ਉਸ ਚੀਜ਼ ਨੂੰ ਉਹਨਾਂ ਦੀ ਜੀਵਨੀ ਤੇ ਬਣਾਓ, ਠੀਕ ਆ, ਬਣਾਓ, ਕੋਈ ਦਿੱਕਤ ਨਹੀਂ। ਜੀਵਨੀ ਗੱਲ ਜੋ ਹੋਇਆ ਇੰਦਰਾ ਗਾਂਧੀ ਜਾਂ ਫਿਰ ਉਸ ਤੋਂ ਬਾਅਦ 84 ਦੇ ਜੋ ਜੈਨੋਸਾਈਡ ਹੋਇਆ, ਕੀ ਇਹ ਫਿਲਮ? ਮੈਂ ਇੰਦਰਾ ਗਾਂਧੀ, ਤੁਸੀਂ ਲੋਕ ਕਹਿੰਦੇ ਹੋ, ਮੀਡੀਆ ਕਹਿੰਦਾ ਮੈਂ ਬੇਗਮ ਇੰਦਰਾ ਦੇ ਹੱਕ 'ਚ ਨਾ ਕਦੀ ਸੀ ਨਾ ਕਦੀ ਹੋਇਆ। ਮੈਂ ਸ਼ੁਰੂ ਤੋਂ ਕਾਂਗਰਸ ਦੇ ਬਾਪੂ ਗਾਂਧੀ ਦੇ ਖਿਲਾਫ, ਠੀਕ ਹੈ, ਨੱਥੂਰਾਮ ਗੌਡਸੇ ਦੇ ਹੱਕ 'ਚ ਸੀ, ਉਹਦੇ ਹੱਕ 'ਚ ਹਾਂ, ਕਿਉਂਕਿ ਸਾਡਾ ਜਿੰਨਾ ਨੁਕਸਾਨ ਉਧਰਲੇ ਪੰਜਾਬ 'ਚ, ਗਾਂਧੀ ਸਾਡਾ ਕਾਤਲ ਸੀ, ਗਾਂਧੀ ਨੂੰ ਸਜ਼ਾ ਦੇਣ ਲਈ ਨੱਥੂਰਾਮ ਗੌਡਸੇ ਦੇ 101% ਹਮਾਇਤੀ ਸੀ। ਔਰ ਅੱਜ ਵੀ ਬੇਗਮ ਜੋ ਐਸਟੈਬਲਿਸ਼ਮੈਂਟ ਨੂੰ ਸੂਟ ਕਰ ਰਿਹਾ ਗੌਡਸੇ ਵਾਲਾ, ਉਹੀ ਗੌਡਸੇ ਹੁਣ ਤੁਸੀਂ ਪੰਜਾਬ 'ਚ ਲੈ ਕੇ ਆਏ। ਬੇਗਮ ਸੂਟ ਕਰਦਾ। ਮੈਂ ਬਗੀਚਾ ਸਿੰਘ ਜੀ ਨੂੰ ਸਮਾਂ ਨਹੀਂ ਦਿੱਤਾ, ਬਹੁਤ ਦੇਰ ਹੋ ਗਈ। ਜੇ ਗੌਡਸੇ ਗੋਲੀ ਚਲਾਏ ਉਹ ਤੇ ਹੋ ਗਿਆ ਠੀਕ, ਤੇ ਜੇ ਕੋਈ ਪੰਜਾਬ ਵਿੱਚ ਕੋਈ ਆਪਣੇ ਇੱਥੇ ਇਸ ਵਾਸਤੇ ਗੋਲੀ ਚਲਾਉਂਦਾ ਤੇ ਉਹ ਬੱਚਿਆਂ ਨੂੰ ਖਰਾਬ ਕਰਦਾ। ਇਹ ਤਾਂ ਯਾਨੀ ਕਿ ਉਹੀ ਗੱਲ, ਜੋ ਇਹਨਾਂ ਨੂੰ ਸੂਟ ਲੱਗਦਾ ਉਹੀ ਸਾਰਾ ਕੁਝ ਵਧੀਆ ਹੈ। ਹੁਣ ਜਿਹੜੀ ਕਸ਼ਮੀਰ ਫਾਈਲਸ ਫਿਲਮ ਬਣੀ, ਉਹਨੂੰ ਭਾਰਤ ਸਰਕਾਰ ਨੇ ਉਹਨੂੰ ਜਿਹੜਾ ਟੈਕਸ ਮਾਫ ਕਰਤਾ, ਉਹਨੂੰ ਫ੍ਰੀ ਕਰਤਾ। ਜਿਹੜੀ ਤੇ ਉਹਨੂੰ ਤਾਂ ਕਿਸੇ ਨੇ ਰੋਕਿਆ ਨਹੀਂਗਾ। ਉਹਦੇ ਵਿੱਚ ਵਿਖਾਇਆ ਗਿਆ, ਉਹਦੇ ਵਿੱਚ ਕਿਹੜਾ ਵੀ ਕੋਈ ਨਾਮ ਜਪਜੀ ਵਿਖਾਇਆ ਗਿਆ, ਉਹਦੇ ਵਿੱਚ ਪੂਰਾ ਕਤਲੇਆਮ ਵਿਖਾਇਆ ਗਿਆ ਕਿ ਕਿਵੇਂ ਕੋਈ ਲੋਕਾਂ ਨੇ ਕਤਲੇਆਮ ਕੀਤਾ, ਕਿਵੇਂ ਬਲਾਤਕਾਰ ਕੀਤਾ। ਉਹਦੇ ਕਿਉਂ ਨਹੀਂ ਰੋਕ ਲੱਗੀ? ਤੇ ਜੇ ਪੰਜਾਬ ਦੇ ਹਾਲਾਤਾਂ ਦੇ ਕੋਈ ਫਿਲਮ ਬਣਦੀ ਆ, ਜਿਹੜੇ ਪੰਜਾਬੀਆਂ ਦਾ ਧੱਕਾ ਹੋਇਆ, ਜਿਹੜੇ ਸਿੱਖ ਕੌਮ ਦੇ ਉੱਤੇ ਧੱਕਾ ਆਇਆ, ਉਹਦੇ ਉੱਤੇ ਇਹਨਾਂ ਨੂੰ ਹਮੇਸ਼ਾ ਵਿਰੋਧ ਕਰਦੇ ਆ। ਟ੍ਰੇਲਰ ਤੇ ਬਿਲਕੁਲ ਸਪਸ਼ਟ ਹੈ ਕਿ ਫਿਲਮ ਬਹੁਤ ਹੀ ਪੋਜ਼ਿਟਿਵ ਨੋਟ ਦੇ ਉੱਪਰ ਖੜੀ ਹੈ ਕਿ ਜੇ ਕੋਈ ਬੰਦਾ ਵਿਲਨ ਬਣ ਕੇ, ਠੀਕ ਹੈ, ਜਿਹੜਾ ਇਹਦਾ ਭਾਵੇਂ ਉਹ ਸਿੱਖੀ ਰੂਪ ਚ ਕਿਉਂ, ਸਰੂਪ ਚ ਕਿਉਂ ਨਾ ਹੋਵੇ, ਬਿਲਕੁਲ, ਮੈਂ ਭਾਵੇਂ ਉਹ ਦਸਤਾਰ ਬੰਦਾ ਨਿਹੰਗ ਦੇ ਬਾਣੇ ਚ ਹੋਵੇ, ਵਿਲਨ ਹੈ ਤਾਂ ਉਹ ਵਿਲਨ ਹੈ। ਵਿਲਨ ਤਾਂ ਵਿਲਨ ਹੈ। ਸਗੋਂ ਇਹ ਗੱਲ ਬਹੁਤ ਵੱਡੀ ਗੱਲ ਹੈ। ਤੁਸੀਂ ਵੀ ਇਹ ਗੱਲ ਕਹੋ ਕਿ ਕੋਈ ਵੀ ਕਿਸੇ ਵੀ ਧਰਮ ਫਿਰਕੇ ਨਾਲ ਜੁੜਿਆ ਬੰਦਾ ਹੈ, ਉਹ ਜੇ ਮਸੰਦ ਹੈ ਤਾਂ ਮਸੰਦ ਹੈ। ਉਹ ਗੱਲ ਕੱਲੀ ਸਿੱਖੀ ਦੀ ਨਹੀਂ ਹੈ, ਕਿਸੇ ਵੀ ਧਰਮ ਵਾਲਾ ਮਸੰਦ ਹੈ। ਜੇ ਬੱਚਿਆਂ ਨਾਲ ਰੇਪ ਕਰੂਗਾ, ਫਿਰ ਬੰਦਾ ਜਿਹੜੇ ਮਰਜ਼ੀ ਧਰਮ ਦਾ ਹੋਵੇ, ਜਿਹੜੇ ਮਰਜ਼ੀ ਬਾਣੇ ਦੇ ਵਿੱਚ ਹੋਵੇ, ਉਹ ਕੰਡੈਮੇਬਲ ਹੈ। ਦੇਖੋ, ਕਸ਼ਮੀਰ ਦੇ ਵਿੱਚ ਇੱਕ ਛੋਟੀ ਬੱਚੀ ਗੁੜੀਆ ਦੇ ਨਾਲ ਮੰਦਿਰ ਦੇ ਪੁਜਾਰੀਆਂ ਦੇ, ਔਰ ਆਪਾਂ ਸਾਰੀ ਘਟਨਾ ਜਾਣਦੇ ਆ, ਅਸੀਂ ਸਾਰੇ ਹਿੱਲ ਗਏ, ਸਾਡਾ ਧਰਮ ਤੋਂ ਵਿਸ਼ਵਾਸ ਹਿੱਲ ਗਿਆ। ਠੀਕ ਹੈ, ਪਰ ਇਸ ਤਰ੍ਹਾਂ ਦਾ ਪਾਲੀ ਜੀ ਇੱਕ ਘਟਨਾ ਜਾਓਗੇ ਤਾਂ ਐਂ ਤਾਂ ਗੁਰਦੁਆਰੇ 'ਚ ਬਹੁਤ ਸਾਰੇ ਗ੍ਰੰਥੀ ਮਿਲ ਜਾਣਗੇ ਜਿਨ੍ਹਾਂ ਨੇ ਕੀਤਾ ਹੈ, ਜਿਹੜੇ ਮਰਜ਼ੀ ਧਰਮ 'ਚ ਹੋਵੇ, ਆਪਾਂ ਧਰਮ ਦੇ ਨਾਮ ਇਹਨੂੰ ਮੈਂ ਧਰਮ ਵੱਲ ਨਹੀਂ ਲਿਜਾਣਾ ਚਾਹੁੰਦਾ।
ਚਾਹੁੰਦਾ ਇਸ ਡਿਬੇਟ ਨੂੰ, ਮੈਂ ਅਸੀਂ ਧਰਮ ਧਰਮ ਤੋਂ ਵੱਲ ਪਾਸੇ ਨਹੀਂ ਜਾ ਰਹੇ। ਰੱਖਣਾ ਮੇਰੇ ਚਾਹੁੰਦਾ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਗਲਤ ਬੰਦਾ ਹੈ, ਭਾਵੇਂ ਉਹ ਧਰਮ ਦੇ ਚੋਲੇ 'ਚ ਹੋਵੇ, ਭਾਵੇਂ ਰਾਜਨੀਤੀ ਵਿੱਚ ਹੋਵੇ, ਭਾਵੇਂ ਉਹ ਐਜੂਕੇਸ਼ਨ 'ਚ ਹੋਵੇ, ਕਿਤੇ ਵੀ ਹੋਵੇ, ਗਲਤ ਬੰਦੇ ਦੇ ਖਿਲਾਫ ਤੁਹਾਨੂੰ ਤਾਂ ਸਪੋਰਟ ਕਰਨੀ ਚਾਹੀਦੀ ਸੀ, ਕਰਨੀ ਚਾਹੀਦੀ ਕਿ ਮਸੰਦ ਨੂੰ ਮਸੰਦ ਕਹਿ ਗਿਆ ਸੀ, ਇਹਦੇ ਨਾਲ ਖੜੇ ਆ। ਤੁਸੀਂ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਗਲਤ ਕੀਤਾ, ਤੁਸੀਂ ਆਪ ਕਹਿ ਰਹੇ ਹੋ, ਤਾਂ ਤੁਸੀਂ ਨਾਲ ਖੜੋ ਫਿਲਮ ਦੇ ਆ ਕੇ। ਬਿਲਕੁਲ ਤੁਸੀਂ ਹੱਕ 'ਚ ਦੇਖੋ ਆ ਕੇ, ਤੁਸੀਂ ਜਥੇਬੰਦੀਆਂ ਜਿਹੜੀਆਂ ਵਿਰੋਧ ਕਰ ਰਹੀਆਂ, ਹਿੰਦੂ ਜਥੇਬੰਦੀਆਂ, ਉਹਨਾਂ ਨੂੰ ਸਮਝਾਓ ਕਿ ਜੇ ਫਿਲਮ ਉਸ ਬੰਦੇ ਤੇ ਬਣੀ ਹੈ ਤਾਂ ਬਹੁਤ ਵਧੀਆ ਗੱਲ ਹੈ, ਬਣੀ ਹੈ ਤਾਂ। ਦੇਖੋ ਮੈਂ ਤੁਹਾਡੇ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਕੈਮਰੇ ਦੀ ਹਾਜ਼ਰੀ 'ਚ ਕਹਿ ਰਿਹਾ, ਤੁਹਾਡੀ ਹਾਜ਼ਰੀ 'ਚ ਕਹਿ ਰਿਹਾ, ਜੇ ਪੂਲੇ ਤੇ ਬਣੀ ਹੈ ਠੀਕ ਹੈ ਤਾਂ ਬਿਲਕੁਲ ਨਾਲ ਆ। ਪਰ ਜੇ ਦੇਖੋ ਤੁਸੀਂ ਦੂਜੀ ਕਮਿਊਨਿਟੀ ਨੂੰ ਟਾਰਗੇਟ ਕੀਤਾ, ਜਿਵੇਂ ਦੇ ਟ੍ਰੇਲਰ ਸਾਹਮਣੇ ਆ ਰਹੇ ਆ, ਫਿਰ ਉਹ ਗਲਤ ਹੈ। ਨਹੀਂ ਕਿਉਂਕਿ ਵੀਰ ਜੀ ਪਰ ਇਹ ਟਾਰਗੇਟ, ਮੈਂ ਉਹੀ ਗੱਲ ਤੇ ਆ ਰਿਹਾ ਕਿ ਇਹਨੂੰ ਅਸੀਂ ਡਿਫਾਈਨ ਕਿਵੇਂ ਕਰਾਂਗੇ, ਕਿ ਜਿਵੇਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਭੜਕ ਜਾਂਦੀਆਂ, ਜਾਂ ਇਹ ਕਹਿ ਦੇਣਾ ਟਾਰਗੇਟ, ਸਿਰਫ ਟਿੱਕਾ ਲਾਇਆ ਹੋਇਆ ਤਾਂ ਤੁਹਾਨੂੰ ਇਹ ਲੱਗਿਆ ਕਿ ਟਾਰਗੇਟ ਕੀਤਾ। ਤੁਸੀਂ ਮੈਨੂੰ ਕਹਿੰਦਾ ਪੂਰਾ ਦਾ ਪੂਰਾ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦਾ ਪਿਆ, ਉਹਦੀ ਪੂਰਾ ਸਿੱਖੀ ਬਾਣੇ ਦੇ ਵਿੱਚ ਹੈ ਠੀਕ ਹੈ। ਉਹ ਇੱਕ ਛੋਟਾ ਜਿਹਾ ਕਰੈਕਟਰ ਹੈ, ਇੱਕ ਛੋਟਾ ਜਿਹਾ ਸੀਨ ਹੈ, ਹਜੇ ਉਹ ਸਾਹਮਣੇ ਆਇਆ ਕਿ ਉਹਦੇ ਵਿੱਚ ਇੱਕ ਹਿੰਦੂ ਬੰਦਾ ਖੜਾ, ਐਕਸੀਡੈਂਟ ਹੁੰਦਾ, ਡਿੱਗ ਪੈਂਦਾ, ਉਹਦੇ ਉੱਪਰ ਅਟੈਕ ਹੁੰਦਾ ਹੈ। ਤਾਂ ਆਪਾਂ ਇੰਨੀ ਜੀ ਗੱਲ ਤੋਂ ਆਪਾਂ ਐਡਾ ਵੱਡਾ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਬੰਦੇ ਹਾਈ ਕੋਰਟ ਪਹੁੰਚ ਜਾਣ ਕੇ ਸਾਡੇ। ਪਤਾ ਕੀ ਹੈਗਾ, ਆਪਾਂ ਥੋੜਾ ਜਿਹਾ ਲਿਬਰਲ ਹੋਈਏ, ਆਪਾਂ ਇੰਨਾ ਵੀ ਕਲਾ ਦੇ ਉੱਪਰ ਚੈੱਕ ਨਾ ਲਾਈਏ ਕਿ ਕਲਾਕਾਰ ਦਾ ਦਮ ਘੁੱਟ ਜੇ। ਕੱਲ ਨੂੰ ਅਸੀਂ ਕੋਈ ਵੀ ਗੱਲ ਕਰਨ ਲੱਗਿਆਂ ਡਰਨ ਲੱਗ ਪਈਏ, ਫਿਰ ਇੰਡਸਟਰੀ ਵਿੱਚ ਯਾਦ ਰੱਖੋ, ਫਿਰ ਆਹੀ ਵਿਆਹ ਦੀਆਂ ਫਿਲਮਾਂ ਬਣਨਗੀਆਂ, ਕਮੇਡੀ ਫਿਲਮਾਂ ਬਣਨਗੀਆਂ, ਫਿਰ ਤੁਸੀਂ ਕਹੋਗੇ ਕਿ ਸਾਡੇ ਯੂਥ ਨੂੰ ਵਿਗਾੜੀ ਜਾਂਦੇ ਆ ਠੀਕ ਹੈ। ਫਿਰ ਤੁਸੀਂ ਉਧਰ ਨੂੰ ਚੱਲ ਪਓਗੇ, ਯਾਰ ਤੁਸੀਂ ਸਾਨੂੰ ਸਿਖਾਉਂਦੇ ਹੀ ਕੁਝ ਨਹੀਂ। ਦੇਖੋ ਇਤਿਹਾਸ ਹਮੇਸ਼ਾ ਹੀ ਜਿਹੜਾ ਹੈ ਡਿਸਕਸ ਕੀਤਾ ਜਾਂਦਾ, ਥੋੜੀ ਜਿਹੀ ਲਿਬਰਟੀ ਲੈਣੀ ਪੈਂਦੀ ਹੈ ਕਲਾਕਾਰ ਨੂੰ, ਥੋੜਾ ਜਿਹਾ ਲਿਬਰਲ ਹੋਣਾ ਚਾਹੀਦਾ, ਕਿਉਂਕਿ ਵੀਰ ਜੀ ਦੇਖੋ ਇਹਦੇ ਬਿਨਾਂ ਚੱਲਦਾ ਨਹੀਂ। ਮੈਂ ਤੁਹਾਨੂੰ ਇਹ ਕਹੂੰਗਾ ਕਿ ਤੁਸੀਂ ਇਸ ਬਾਰੇ ਲਿਬਰਲ ਹੋ ਕੇ ਚੱਲੋ, ਇਹਦੇ ਨਾਲ ਕੋਈ, ਮੈਨੂੰ ਨਹੀਂ ਲੱਗਦਾ ਕਿ ਕੋਈ ਕਲਾਕਾਰ। ਤੁਹਾਨੂੰ ਲੱਗਦਾ ਪੰਜਾਬ 'ਚ ਜੋ ਮੌਜੂਦਾ ਹਾਲਾਤ ਬਣੇ 2-3 ਦਿਨ ਪਹਿਲਾਂ, ਜੋ ਅੰਮ੍ਰਿਤਸਰ ਦੇ ਵਿੱਚ ਕਾਂਡ ਹੁੰਦਾ ਹੈ, ਇਸ ਦੌਰ ਦੇ ਵਿੱਚ ਇਨਸਾਈਟ ਹੁੰਦਾ ਯੂਥ, ਜਾਂ ਉਹ ਹੋਰ ਜ਼ਿਆਦਾ ਇਸ ਤਰ੍ਹਾਂ ਜੇ ਫਿਲਮ ਦੇਖ ਕੇ ਜਾਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਉਹ ਹੋਰ ਅਗਰੈਸਿਵ ਹੁੰਦਾ? ਤੁਸੀਂ ਕਿਤੇ ਨਾ ਕਿਤੇ ਚੰਗਾ ਕੀਤਾ ਵੀ ਪਿਕਚਰ ਦੇ ਨਾਲ ਨਾਲ, ਚਲੋ ਇਹ ਤਾਂ ਕਿਤੇ ਨਾ ਕਿਤੇ ਸਹਿਮਤੀ, ਕੋਈ ਨਾ ਕੋਈ ਸਿਸਟਮ ਬਣ ਸਕਦਾ। ਪਰ ਪੰਜਾਬ ਦੇ ਜਿਹੜੇ ਮੌਜੂਦਾ ਦੌਰ ਤੇ ਤੁਸੀਂ ਕੁਐਸਚਨ ਕੀਤਾ, ਉਹ ਹੁਣ ਤੁਸੀਂ ਦੇਖੋ, ਆਪਾਂ ਪਿਛਲੇ ਦੌਰਾਂ ਚਲੇ ਜਾਂਦੇ, ਆਪਾਂ ਕਹਿ ਦਿੰਦੇ ਉਹਨਾਂ ਨੇ ਇਹ ਕਰਤਾ, ਉਹਨਾਂ ਨੇ ਉਹ ਕਰਤਾ, ਤੇ ਉਹਨਾਂ ਨੇ ਉਹ ਕਰਤਾ, ਸਾਰਿਆਂ ਨੂੰ ਛੱਡਦਾ। ਅੱਜ ਜੋ ਪੰਜਾਬ 'ਚ ਹੋ ਰਿਹਾ, ਇਤਿਹਾਸ ਦੁਬਾਰਾ ਕਰਵਟ ਲੈਣ ਜਾ ਰਿਹਾ, ਜੋ 1978 'ਚ ਠੀਕ ਹੈ ਹੋਇਆ ਸੀ 1993 ਤੱਕ, ਉਹ ਦੁਬਾਰਾ ਫਿਰ ਇਤਿਹਾਸ ਉਵੇਂ ਕਰਵਟ ਲੈ ਰਿਹਾ, ਉਵੇਂ ਏਜੰਸੀਆਂ ਕੰਮ ਕਰ ਰਹੀਆਂ ਠੀਕ ਹੈ, ਉਵੇਂ ਦੋਨੇ ਫਿਰਕੂਆਂ ਨੂੰ ਆਪਸ ਦੇ ਵਿੱਚ, ਫਿਰਕਿਆਂ ਨੂੰ ਵੰਡ ਕੇ ਆਪਣੇ ਗਿਣੇ ਮਿੱਥੇ ਪਲਾਨ ਦੇ ਮੁਤਾਬਕ ਕਾਮਯਾਬ ਹੋਣ ਜਾ ਰਹੀਆਂ ਠੀਕ ਹੈ, ਜਿਹਦੇ 'ਚ ਸਰਕਾਰ ਮੌਜੂਦਾ ਮੌਕੇ ਦੀ ਸੀਐਮ ਸਮੇਤ ਡੀਜੀਪੀ, ਉਹਨਾਂ ਦਾ ਸੀਪੀ ਉਸ ਸ਼ਹਿਰ ਦਾ, ਜਿਹੜਾ 31 ਤਰੀਕ ਨੂੰ ਬਿਆਨ ਦੇ ਦਿੰਦਾ ਵੀ 4 ਤਰੀਕ ਨੂੰ ਅਜਿਹੀਆਂ ਘਟਨਾਵਾਂ ਹੋਣਗੀਆਂ, ਅੰਮ੍ਰਿਤਸਰ ਦੇ ਵਿੱਚ ਗੋਲੀਆਂ ਵੀ ਚੱਲ ਸਕਦੀਆਂ, ਬੰਬ ਧਮਾਕਾ ਵੀ ਹੋ ਸਕਦਾ। ਇੱਕ ਸੀਪੀ ਬਹੁਤ ਵੱਡੀ ਪੋਸਟ ਹੁੰਦੀ ਹੈ ਠੀਕ ਹੈ, ਕਮਿਸ਼ਨਰ ਹੈ, ਉਹਨੂੰ ਐਡਵਾਂਸ ਕਿਵੇਂ ਗੱਲ ਦਾ ਪਤਾ ਹੈ ਠੀਕ ਹੈ। ਇਹ ਸਾਰਾ ਕੁਝ ਏਜੰਸੀਆਂ ਦਾ ਮੈਨੂਪਲੇਟ ਕੀਤਾ ਹੋਇਆ ਸਿਸਟਮ ਹੈ, ਤੇ ਉਹਨਾਂ ਨੇ ਕਰਕੇ ਜੋ ਦੋਵੇਂ ਫਿਰਕੇ ਸਮਝ ਕਿਉਂ ਨਹੀਂ ਰਹੇ ਇਸ ਗੱਲ? ਮੈਂ ਇਸ ਗੱਲ ਦੇ ਉੱਪਰ ਫਿਰ ਦਾਦ ਦੇਣੀ ਚਾਹੂੰਗਾ ਗੱਗੀ ਵੀਰ ਜੀ ਨੂੰ, ਬੜੀ ਦਲੇਰੀ ਦੇ ਨਾਲ ਇਹਨਾਂ ਨੇ ਏਜੰਸੀਆਂ ਦਾ ਨਾਮ ਲਿੱਤਾ। ਆਮ ਤੌਰ ਤੇ ਸਾਨੂੰ ਸ਼ਿਕਾਇਤ ਹੀ ਇਹ ਰਹੀ ਹੈ ਕਿ ਪੰਜਾਬ ਦੀ ਹਿੰਦੂ ਕਮਿਊਨਿਟੀ ਜਦੋਂ ਵੀ ਕੋਈ ਇਹੋ ਜਿਹੀ ਗੱਲ ਹੁੰਦੀ ਹੈ, ਕਦੇ ਸਿੱਖਾਂ ਦੇ ਸਿਰ ਤੇ ਪਾਉਂਦੀ ਹੈ। ਇਹਨਾਂ ਨੇ ਬੜੀ ਦਲੇਰੀ ਦੇ ਨਾਲ ਇੱਕ ਗੱਲ ਸੱਚ ਨੂੰ ਸਾਹਮਣੇ ਲੈ ਕੇ ਆਂਦਾ। ਮੈਂ ਬਕਾਇਦਾ ਨਾਲ ਜ਼ਰੂਰੀ ਹੈ, ਤੁਸੀਂ ਇਹ ਮੰਨਦੇ ਹੋ ਕਿ ਜੋ ਹੋਇਆ ਉਹ ਕਿਸੇ ਭਾਵਨਾਵਾਂ ਚੋਂ ਨਿਕਲਿਆ ਹੋਇਆ? ਦੇਖੋ ਮੱਕੜ ਸਾਹਿਬ, ਕੱਲ ਨੂੰ ਕਿਸੇ ਵੀ ਸਿੱਖ ਵਿਦਵਾਨ ਦਾ ਮਰਡਰ ਹੋ ਜਾਂਦਾ ਹੈ ਤੇ ਉਹਨੂੰ ਮਰਡਰ ਕਰਨ ਵਾਲਾ ਤੁਹਾਡੇ ਸਾਹਮਣੇ ਕੋਈ ਨਾ ਕੋਈ ਟਿੱਕੇ ਵਾਲਾ ਤੇ ਹਿੰਦੂ ਜੈਂਟਲਮੈਨ ਹੋਏਗਾ। ਕਿਉਂ? ਬੜਾ ਜ਼ਰੂਰੀ ਹੈ। ਜੇ ਉਹਨਾਂ ਸੂਰੀ ਸਾਹਿਬ ਦਾ ਹੋਇਆ ਤਾਂ ਉੱਥੇ ਸਿੱਖ ਨੌਜਵਾਨ ਹੋਣਾ ਬਹੁਤ ਜ਼ਰੂਰੀ ਸੀ, ਕਿਉਂਕਿ ਏਜੰਸੀਆਂ ਦਾ ਜਿਹੜਾ ਮਨੋਰਥ ਆ ਕੰਪਲੀਟ ਨਹੀਂ ਸੀ ਹੋ ਸਕਦਾ। ਦੇਖੋ ਕਿਸੇ ਦਾ ਕਤਲ ਹੋ ਜਾਣਾ ਬੜੀ ਮਾੜੀ ਗੱਲ ਹੈ, ਪਰ ਸਰਕਾਰ ਮੁਗਲ ਸ਼ਾਸਨ ਜਿਹੜਾ ਉਹਨੂੰ ਦੁਬਾਰਾ ਕਿਤੇ ਨਾ ਕਿਤੇ ਸਾਨੂੰ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਚਾਹੇ ਉਹ ਸਿੱਧੂ ਸਾਹਿਬ ਦਾ ਮਰਡਰ ਸੀ ਠੀਕ ਹੈ, ਮੂਸੇ ਵਾਲਿਆਂ ਦਾ, ਚਾਹੇ ਉਹ ਨੌਜਵਾਨ ਕਬੱਡੀ ਖਿਡਾਰੀ ਦਾ ਮਰਡਰ ਸੀ, ਚਾਹੇ ਇਹ ਮਰਡਰ ਹੈ। ਜਿਹੜਾ ਵੀ ਸਰਕਾਰ ਦੇ ਖਿਲਾਫ ਕੋਈ ਨਾ ਕੋਈ ਨੁਕਤਾਚੀਨੀ ਕਰ ਰਿਹਾ, ਦਿੱਲੀ 'ਚ ਬੈਠੇ ਲਾਲਾ ਜੀ ਆਪਣੇ ਉਂਗਲਾਂ ਦੇ ਇਸ਼ਾਰੇ ਤੇ ਏਜੰਸੀਆਂ ਦੇ ਨੱਚ ਕੇ ਸਾਡੇ ਸੀਐਮ ਨੂੰ ਯੂਜ਼ ਕਰਕੇ ਇੱਥੇ ਜਿਹੜਾ ਕਤਲੋ ਗੈਰਤ ਦੀ ਰਾਜਨੀਤੀ ਕਰ ਰਹੇ ਆ। ਇਹ ਗੱਲ ਤੁਹਾਡੇ ਵਾਲੀ, ਜਿਹੜੇ ਬਾਕੀ ਦੇ ਜਿੰਨੇ ਸ਼ਿਵ ਸੈਨਾ ਦੇ ਆਗੂ ਨੇ ਪੰਜਾਬ ਦੇ ਵਿੱਚ, ਵੱਖ-ਵੱਖ ਲੁਧਿਆਣੇ ਵਾਲੇ ਖਾਸ ਤੌਰ ਤੇ, ਦੇਖੋ ਮੈਂ ਸਨਾਤਨੀ ਆ ਠੀਕ ਹੈ, ਬੜਾ ਕਲੀਅਰ ਕੱਟ ਹੈ, ਮੈਂ ਹਿੰਦੂ ਆ, ਮੈਂ ਜਿਉਣੇ ਖਾੜੇ ਨਾਲ ਜੁੜਿਆ ਹੋਇਆ। ਮੈਂ ਜਿਹੜੇ ਸਾਡੇ ਹਿੰਦੂਆਂ ਦੇ ਸ਼ੰਕਰਾਚਾਰੀਆ ਨੇ, ਜਗਤ ਗੁਰੂ ਪੰਚਾਨੰਦ ਗਿਰੀ ਜੀ, ਉਹਨਾਂ ਦਾ OSD ਆ, ਪਰ ਮੈਂ ਨਾ ਕਿਸੇ ਸ਼ਿਵ ਸੈਨਾ ਚ ਨਹੀਂ। ਮੈਂ ਇਹ ਕਹਿ ਰਿਹਾ ਕਿ ਉਹ ਕਿਉਂ ਨਹੀਂ ਸਮਝ ਰਹੇ ਇਸ ਗੱਲ ਨੂੰ? ਦੇਖੋ ਸੋਚ ਆਪੋ ਆਪਣੀ, ਉਹ ਤਾਂ ਕਹਿ ਰਿਹਾ ਕਿ ਸਾਡਾ ਭਰਾ ਮਾਰਤਾ ਔਰ ਇਸ ਤਰ੍ਹਾਂ ਹੋ ਗਿਆ, ਕੋਈ ਅੱਜ ਉਹ ਪਾ ਕੇ ਫਿਰਦਾ ਹੈ। ਦੇਖੋ ਜਿਹੜਾ ਬੰਦਾ ਟਿੱਕਾ ਲਾ ਕੇ ਬੈਠਾ ਸੀ, ਸਨਾਤਨੀ ਆ, ਮੰਦਿਰ ਦੀ ਲੜਾਈ ਲੜ ਰਿਹਾ ਸੀ, ਉਹ ਸਾਡਾ ਭਰਾ ਸੀ ਠੀਕ ਹੈ। ਪਰ ਗੱਲ ਇਹ ਹੈ, ਜਦੋਂ ਏਜੰਸੀਆਂ ਕੁਝ ਕਰਦੀਆਂ, ਮੈਂ ਕਿਸੇ ਨੂੰ ਵੀ ਟਾਰਗੇਟ ਨਹੀਂ ਕਰਨਾ ਚਾਹੁੰਦਾ,
ਜਦੋਂ ਕਿ ਸਰਕਾਰ ਨੂੰ ਟਾਰਗੇਟ ਕਰਨਾ ਚਾਹੀਦਾ। 39% ਪੰਜਾਬ 'ਚ ਹਿੰਦੂ ਹੈ, 39% ਦੇ ਵਿੱਚੋਂ 32% ਲੋਕਾਂ ਨੇ ਝਾੜੂ ਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਹੈ। ਜੇ ਬਣਾਈ ਹੈ ਤਾਂ ਅੱਜ ਉਹਨਾਂ ਨੁਮਾਇੰਦਿਆਂ ਨੂੰ ਪੁੱਛਣ ਵੀ ਸਰਕਾਰ ਦੇ ਵਿੱਚ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਹੈ ਉਹ ਡੀਜੀਪੀ ਤੇ ਸੀਐਮ ਦੀ ਹਾਜ਼ਰੀ 'ਚ ਕਿਉਂ? ਪਰ ਗੱਗੀ ਵੀਰ ਜੀ ਜਿਹੜੀ ਏਜੰਸੀਆਂ ਉਹ ਤਾਂ ਮੈਨੂੰ ਲੱਗਦਾ ਭਾਰਤ ਸਰਕਾਰ ਦੇ ਅੰਦਰ ਆਉਂਦੀਆਂ ਕਿ ਪੰਜਾਬ ਸਰਕਾਰ ਦੇ ਅੰਦਰ? ਪੰਜਾਬ ਸਰਕਾਰ ਭਾਰਤ ਸਰਕਾਰ ਦੇ ਇਸ਼ਾਰਿਆਂ ਦੀ ਨੱਚ ਰਹੀ ਹੈ ਜੀ। ਅੱਛਾ, ਡੈਮੋ ਕਰਮ ਤੇ ਪੜ ਰਹੀ ਹੈ। 1100 ਕਰੋੜ ਰੁਪਏ ਲਿਆ ਹੈ। ਤੁਹਾਡਾ ਭਾਈ ਅਮਰਤਪਾਲ ਸਿੰਘ ਬਾਰੇ ਕੀ ਓਪੀਨੀਅਨ ਹੈ? ਵੀ ਆ ਉਹ ਵੀ ਜਿਹੜਾ ਪੰਜਾਬ ਦਾ ਕਲਚਰ ਹੈ ਉਹਨੂੰ ਕਿਤੇ ਨਾ ਕਿਤੇ ਅੱਗ ਲਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ। ਮੈਂ ਚੈਨਲ ਦੇ ਮਾਧਿਅਮ ਨਾਲ ਬਗੀਚਾ ਸਿੰਘ ਜੀ ਸਿੱਖੀ ਦਾ ਪ੍ਰਚਾਰ ਕਰਦਾ ਉਹ ਅਗਲੇ ਨੂੰ ਜੇ ਸੂਰੀ ਕਹਿ ਦੇ ਵੀ ਆ ਪਿਸਤੌਲ ਚੱਕੋ ਤੇ ਤੁਸੀਂ ਆਪਣੇ ਕੋਲ ਮੋਟਰਸਾਈਕਲ ਨਾ ਲਓ ਤੇ ਪਿਸਤੌਲ ਰੱਖੋ, ਉਹ ਠੀਕ ਕਹਿੰਦਾ। ਜੇ ਉਹ ਕਹਿੰਦਾ ਵੀ ਜਿਹੜੇ 2% ਨੇ ਉਹਨਾਂ ਨੂੰ ਮਸਲ ਦਿਓ, ਮਾਰ ਦਿਓ, ਫਿਰ ਠੀਕ ਕਹਿੰਦਾ। ਉਦੋਂ ਕਿਉਂ ਨਹੀਂ ਕੋਈ ਵਿਰੋਧ ਕਰਦਾ? ਕੋਈ 2% ਨਹੀਂ। ਸਾਡੇ ਜੇ ਸੂਰੀ ਮਰਿਆ ਆਪਣੇ ਕਰਤੂਤੋਂ ਮਰਿਆ, ਉਹਨੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਭੜਕਾਈਆਂ, ਉਹਨੇ ਸਿੱਖਾਂ ਦੇ ਖਿਲਾਫ ਬੜਾ ਕੁਝ ਬੋਲਿਆ, ਧੀਆਂ ਪਿੰਡਾਂ ਦੇ ਖਿਲਾਫ ਬੋਲਿਆ, ਜੋ ਮੈਂ ਤੁਹਾਡੇ ਕੈਮਰੇ ਸਾਹਮਣੇ ਨਹੀਂ ਬੋਲ ਸਕਦਾ। ਤੁਸੀਂ ਜਸਟੀਫਾਈ ਕਰ ਰਹੇ ਹੋ ਇਸ ਮੌਤ ਨੂੰ? ਬਿਲਕੁਲ, ਮੈਂ ਉਹਦੇ ਨਹੀਂ, ਪਰ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਪੰਜਾਬੀ ਹੋਣ ਦੇ ਨਾਤੇ ਇਹ ਮੌਤ ਨੂੰ, ਕਿਸੇ ਦੇ ਕਤਲ ਨੂੰ ਜਸਟੀਫਾਈ ਕਰਨਾ? ਦੇਖੋ, ਮੈਂ ਉਹਨਾਂ ਦਾ ਜਵਾਬ ਦੇ ਰਿਹਾ ਜੀ, ਮੈਨੂੰ ਜਵਾਬ ਲੈ ਲੈਣ ਦਿਓ। ਜਿਹੜਾ ਆਮ ਕਿਸੇ ਬੰਦੇ ਨੂੰ ਕਤਲ ਕਰ ਦੇਣਾ ਉਹ ਬਿਲਕੁਲ ਮਾੜੀ ਗੱਲ ਆ, ਪਰ ਜਿਹੜਾ ਬੰਦਾ ਦੋ ਫਿਰਕਿਆਂ ਨੂੰ ਲੜਾਉਣ ਦੀ ਕੋਸ਼ਿਸ਼ ਕਰਦਾ ਹੈ, ਉਹਦੀ ਵਜ੍ਹਾ ਦੇ ਨਾਲ ਪੰਜਾਬ 'ਚ ਦੰਗੇ ਭੜਕ ਸਕਦੇ ਸੀਗੇ, ਉਹਦੀ ਵਜ੍ਹਾ ਨਾਲ ਕਈ ਜਿਹੜੇ ਬੇਕਸੂਰ ਮਾਰੇ ਜਾ ਸਕਦੇ ਸੀਗੇ। ਇਸ ਕਰਕੇ ਜਿਹੜਾ ਬੰਦਾ ਭੜਕਾਊ ਬਿਆਨ ਉਹ ਤਾਂ ਉਹਦੇ ਮਾਰਨ ਤੋਂ ਬਾਅਦ ਵੀ ਹਾਲਾਤ ਖਰਾਬ ਹੋ ਸਕਦੇ ਸੀਗੇ। ਉਹਦਾ ਮਰਨਾ ਤੈਅ ਹੋ ਸਕਦੇ ਆ ਬਾਅਦ ਦੇ ਵਿੱਚ, ਜੇ ਪਹਿਲੋਂ ਜ਼ਿਆਦਾ ਹੋ ਸਕਦਾ ਵੀ ਜਦੋਂ ਬੰਦਾ ਇੱਕ ਅਗਵਾਈ ਕਰਕੇ ਕਰ ਰਿਹਾ ਤੇ ਉਹਦੇ ਨਾਲ ਤੇ ਨੁਕਸਾਨ ਹੋਣਾ ਹੀ ਹੋਣਾ, ਉਹ 'ਚ ਕੋਈ ਦੋ ਰਾਹ ਵਾਲੀ ਗੱਲ ਨਹੀਂ। ਉਹ ਹਮੇਸ਼ਾ ਕਹਿੰਦਾ ਸੀਗਾ ਪਿਸਤੌਲ ਰੱਖੋ। ਜੇ ਉਹ ਹਥਿਆਰ ਰੱਖਣ ਦੀ ਗੱਲ ਕਰੇ ਉਹਨੂੰ ਇਹ ਠੀਕ ਕਹਿਣਗੇ। ਅਮਰਤਪਾਲ ਕਹਿ ਰਿਹਾ ਅੰਮ੍ਰਿਤ ਛਕੋ, ਉਹ ਗਲਤ ਹੋ ਗਿਆ। ਮੈਂ ਕਹਿੰਦਾ ਮੈਂ ਗੱਲ ਸੁਣੋ, ਮੇਰੇ ਅੰਮ੍ਰਿਤ ਦੇ ਵਿੱਚ 100% ਵਿਸ਼ਵਾਸ ਹੈ, ਛਕਣਾ ਚਾਹੀਦਾ। ਨੌਜਵਾਨਾਂ ਨੂੰ ਗਨ ਕਲਚਰ ਤੇ ਨਸ਼ੇ ਤੋਂ ਛੱਡ ਕੇ ਆਪਣੇ ਜਿਹੜੀ ਸੱਭਿਅਤਾ ਹੈ ਉਹਦੇ ਲੜ ਲੱਗਣਾ ਚਾਹੀਦਾ। ਪਰ ਜਦੋਂ ਲੜ ਲਾਣਾ, ਟੀਚਰ ਹੈ ਜਿਹੜਾ, ਪ੍ਰੋਫੈਸਰ ਹੈ ਜਿਹੜਾ, ਉਹਨੂੰ ਲੀਡ ਕਰ ਰਿਹਾ, ਉਹਨੂੰ ਗੱਲ ਆ ਸਾਡੀ ਬੇਸਿਕ ਸਿੱਖਿਆ ਦੇਣੀ ਬੜੀ ਜ਼ਰੂਰੀ ਹੈ। ਜਦੋਂ ਸਿੱਖ ਨੌਜਵਾਨ ਨੂੰ ਤੁਸੀਂ ਅੰਮ੍ਰਿਤ ਛਕਾ ਰਹੇ ਹੋ, ਨੌਜਵਾਨਾਂ ਨੂੰ ਲੈ ਕੇ ਜਾ ਰਹੇ ਹੋ ਅੰਮ੍ਰਿਤ ਛਕਾਉਣ ਵਾਸਤੇ, ਉਹਨਾਂ ਨੂੰ ਬੇਸਿਕ ਜਿਹੜੀ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ। ਜੇ ਕੋਈ ਹਿੰਦੂ ਨੌਜਵਾਨ ਜਨੇਊ ਧਾਰਨ ਕਰਦਾ ਹੈ, ਯੱਗ ਪਵਿੱਤਰ ਕਰਦਾ ਹੈ, ਤਾਂ ਉਹਨੂੰ ਬੇਸਿਕ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ। ਉਹ ਜ਼ਿੰਮੇਵਾਰੀ ਬਣ ਜਾਂਦੀ ਹੈ ਗੱਗੀ ਪੰਡਤ ਦੀ। ਜੇ ਮੈਂ ਉਹਨੂੰ ਜਨੇਊ ਧਾਰਨ ਕਰਾ ਰਿਹਾ ਤੇ ਜਦੋਂ ਤੁਸੀਂ ਬਾਹਰ ਉਹਨੂੰ ਕੋਈ ਦੋ ਕੁਐਸਚਨ ਕਰੋ, ਉਹ ਜ਼ਰੂਰੀ ਹੈ। ਉਹ ਕਹਿੰਦੇ ਕਿ ਗੁਰੂ ਸਾਹਿਬ ਨੇ ਉਹ ਕਹਿੰਦੇ ਕਿ ਸੱਚਧਾਰੀ ਹੋਣਾ, ਜਿਹੜਾ ਅੰਮ੍ਰਿਤ ਛਕਾਉਣ ਦਾ ਪ੍ਰੋਸੀਜਰ ਆ ਉਹ ਤੇ ਸਿੱਖ ਧਰਮ ਕਰਦਾ, ਦੂਜਾ ਧਰਮ ਮੇਰੀ ਗੱਲ ਤਾਂ ਸੁਣੋ। ਅਸੀਂ ਕੀ ਕਰ ਰਹੇ? ਇੰਟਰਫੇਅਰ ਕੌਣ ਕਰ ਰਿਹਾ? ਬਗੀਚਾ ਸਿੰਘ ਨਹੀਂ ਸਿਖਾਉਣਾ ਚਾਹੀਦਾ। ਬਗੀਚਾ ਸਿੰਘ ਜੀ ਮੇਰੀ ਗੱਲ ਤਾਂ ਸੁਣੋ, ਤੁਹਾਡੇ ਚੈਨਲ ਤੇ ਦਰਸਾ ਰਹੇ, ਅਸੀਂ ਨਹੀਂ ਦਰਸਾ ਰਹੇ। ਤੁਹਾਡੇ ਮੇਰੀ ਗੱਲ ਸੁਣੋ, ਪਹਿਲਾਂ ਉਹਨਾਂ ਸਿੱਖਿਆ ਦਿਓ, ਉਹ ਕਹਿੰਦੇ ਕਿ ਬੇਸਿਕ ਸਿੱਖਿਆ ਦੇ ਦਿਓ। ਬੇਸਿਕ ਸਿੱਖਿਆ ਤੋਂ ਕੀ ਭਾਵ ਹੋਊਗਾ? ਮੈਂ ਦੱਸਦਾ ਜੀ, ਮੈਂ ਉੱਥੇ ਲੈ ਕੇ ਆਣਾ ਇੱਕ ਮੰਤਰੀ, ਪ੍ਰਧਾਨ ਮੰਤਰੀ ਬਾਜੇ ਕੇ ਹੈ ਨਾ, ਉਹਨੂੰ ਤੁਹਾਡੇ ਹੀ ਪੱਤਰਕਾਰ ਛੱਡ ਦਿਓ ਤੁਸੀਂ। ਮੇਰੀ ਗੱਲ ਸੁਣੋ, ਆਪਾਂ ਜੇ ਉਹਨਾਂ ਲੋਕਾਂ ਤੇ ਜਾਵਾਂਗੇ ਜਿਨ੍ਹਾਂ ਦੀ ਰੈਲੇਵੈਂਸੀ ਨਹੀਂ ਹੈ ਪੰਜਾਬ ਦੇ ਵਿੱਚ, ਤੁਸੀਂ ਇੱਕ ਗੱਲ ਦਾ ਜਵਾਬ ਦਿਓ ਕਿ ਕੀ ਉਹ ਲੋਕ ਉਹਨਾਂ ਲੋਕਾਂ ਨੂੰ ਲੀਡ ਕਰ ਰਿਹਾ ਅੰਮ੍ਰਿਤਪਾਲ? ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਕਿ ਸਿਰਫ ਉਹਨਾਂ ਲੋਕਾਂ ਨੂੰ ਲੀਡ ਕਰ ਰਿਹਾ? ਬਗੀਚਾ ਸਿੰਘ ਜੀ ਵਰਗੇ ਉਹ ਲੋਕ ਨੇ ਜਿਨ੍ਹਾਂ ਨੇ ਹਥਿਆਰਬੰਦ ਸੰਘਰਸ਼ ਲੜਿਆ, ਇਹ ਉਸ ਲਹਿਰ ਦੇ ਵਿੱਚ ਰਹੇ ਨੇ, ਇਹ ਵੀ ਤਾਂ ਉਹਨਾਂ ਦੇ ਨਾਲ ਹੱਕ ਦੇ ਵਿੱਚ ਆ ਕੇ ਖੜ ਗਏ ਨਾ। ਬਿਲਕੁਲ, ਅਸੀਂ ਸਪੋਰਟ ਕਰ ਰਹੇ ਹਾਂ, ਲੀਡ ਕਰ ਰਹੇ ਹਾਂ। ਇੱਕ ਬੰਦਾ ਆਊਟ ਆਫ ਕੰਟਰੀ ਆ ਕੇ ਲੀਡ ਕਰਨ ਲੱਗ ਗਿਆ। ਮੈਂ ਤਾਂ ਤੁਹਾਡੇ ਚੈਨਲ ਤੇ ਬੜੇ ਕਲੀਅਰ ਕੱਟ ਕਹਿਣਾ ਚਾਹੁੰਦਾ ਵੀ ਜਿਹੜਾ ਉਹ ਹੈ ਅੰਮ੍ਰਿਤਪਾਲ, ਉਹ ਬੀਜੇਪੀ ਦਾ ਨੁਮਾਇੰਦਾ ਹੈ ਪੰਜਾਬ ਦੇ ਵਿੱਚ, ਤੇ ਬੀਜੇਪੀ ਦੇ ਕਹਿਣ ਤੇ ਇਸ਼ਾਰੇ ਦੇ ਕੰਮ ਕਰ ਰਿਹਾ, ਤੇ ਉਹਨੇ ਉਸੇ ਇਸ਼ਾਰੇ ਤੇ ਕੰਮ ਕਰਨਾ। ਇੱਕ ਮੈਨੂਪਲੇਟ ਏਜੰਸੀ ਹੈ। ਮੈਂ ਜੇ ਕਹਾਂ ਤੁਸੀਂ ਆਈਐਸਆਈ ਦੇ ਪਾਕਿਸਤਾਨ ਦੇ ਇਸ਼ਾਰੇ ਤੇ ਬੈਠੇ ਹੋ ਇੱਥੇ, ਜੇ ਮੈਂ ਤੁਹਾਨੂੰ ਕਹਾਂ ਤਾਂ ਜੇ ਮੰਨ ਲਓਗੇ? ਤੁਸੀਂ ਮੰਨ ਲਓਗੇ ਮੇਰੀ ਗੱਲ? ਬਿਲਕੁਲ ਨਹੀਂ। ਮੈਨੂੰ ਪ੍ਰੂਵ ਕਰਨਾ ਪਊਗਾ ਨਾ। ਤੁਹਾਨੂੰ ਪ੍ਰੂਵ ਕਰਨਾ ਪਊਗਾ। ਤੁਸੀਂ ਇਸ ਗੱਲ ਨੂੰ ਪ੍ਰੂਵ ਕਰ ਸਕਦੇ ਹੋ ਕਿ ਬੀਜੇਪੀ ਦੇ ਇਸ਼ਾਰੇ ਤੇ ਚੱਲ ਰਹੇ? ਮੈਂ ਉਹਨਾਂ ਤੋਂ ਜਵਾਬ ਲੈਣਾ। ਬਗੀਚਾ ਸਿੰਘ ਜੀ ਤੁਹਾਡੇ ਵੱਲ ਆ ਰਿਹਾ, ਮੈਂ ਉਹਨਾਂ ਤੋਂ ਜਵਾਬ ਲੈਣਾ। ਏਜੰਸੀਆਂ ਰੇਡ ਕਰਦੀਆਂ, ਠੀਕ ਹੈ। ਇਹ ਤਾਂ ਵੇਗ ਜੀ ਸਟੇਟਮੈਂਟ ਹੈ, ਇਹ ਕਹਿ ਦੇਣਾ ਕਿ ਇਸ ਤਰੀਕੇ ਦੇ ਨਾਲ ਆਪਰੇਟ ਕਰ ਰਿਹਾ। ਇੱਕ ਚੀਜ਼ ਬੜੇ ਜਿਹੜੇ ਪਾਰਖੂ ਲੋਕ ਆ ਜਾਂ ਜਿਹੜੇ ਲੋਕ ਸ਼ਹਿਰ ਦਾ ਸਟੇਟ ਵਾਸਤੇ ਜਿਹੜੇ ਜਾਗਦੇ ਆ, ਉਹ ਅੱਖਾਂ ਖੋਲ ਕੇ ਦੇਖਦੇ ਆ। ਹੁਣ ਜੇ ਸਾਨੂੰ ਇਹ ਗੱਲ ਪਤਾ ਹੈ ਵੀ ਸਰਕਾਰ ਕਿਤੇ ਨਾ ਕਿਤੇ ਆਪਣੀ ਮਿਲੀ ਭੁਗਤ ਨਾਲ ਇੱਕ ਗੁੰਡਾਗਰਦੀ ਦਾ ਨੰਗਾ ਨਾਚ ਨੱਚ ਰਹੀ ਹੈ, ਤੇ ਸਾਨੂੰ ਇਹ ਵੀ ਪਤਾ ਹੈ ਵੀ ਅਮਰਤਪਾਲ ਸਿੰਘ ਦੇ ਘਰ ਜੇ ਰੇਡ ਮਾਰਦੀ ਹੈ ਤੇ ਯੂਐਨਏ ਵਾਪਸ ਖਾਲੀ ਚਲੀ ਜਾਂਦੀ ਹੈ, ਕੋਈ ਐਕਸ਼ਨ ਨਹੀਂ। ਜੇ ਕੱਲ ਸਿਰਫ ਨਜ਼ਰਬੰਦ ਕੀਤਾ ਜਾਂਦਾ, ਠੀਕ ਹੈ, ਉਹਨੂੰ ਨਜ਼ਰਬੰਦ ਕਰਕੇ ਕੋਈ ਐਕਸ਼ਨ ਨਹੀਂ। ਜੇ ਸਰਕਾਰ ਇੰਨਾ ਪਲੋਸ ਕੇ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਏਜੰਸੀਆਂ ਤੋਂ ਬਿਨਾਂ ਨਹੀਂ। ਜੇ ਕੋਈ ਬਗੀਚਾ ਸਿੰਘ ਜੀ ਕੰਮ ਕਰਨ, ਐਕਸ਼ਨ ਕਿਸ ਗੱਲ ਦਾ? ਜੇ ਬਗੀਚਾ ਸਿੰਘ ਜੀ ਕਿਸੇ ਧਰਮ ਦੇ ਖਿਲਾਫ ਬੋਲਦੇ, ਮੇਰਾ ਸਵਾਲ ਹੈ ਕਿ ਐਕਸ਼ਨ ਕਿਸ ਗੱਲ ਤੇ ਲੈਂਦੀ ਸਰਕਾਰ? ਕਿਸ ਗੱਲ ਦਾ ਐਕਸ਼ਨ ਲੈਂਦੀ? ਉਹ ਸ਼ਰੇਆਮ ਇੱਕ ਗੱਲ ਕਹਿੰਦਾ ਟੀਵੀ ਚੈਨਲਾਂ ਤੇ, ਉਹਨਾਂ ਉੱਤੇ ਹੈਗਾ ਮੇਰੇ ਕੋਲ ਮੋਬਾਈਲ 'ਚ ਪਿਆ ਸਕਰੀਨਸ਼ਾਟ, ਠੀਕ ਹੈ, ਵੀ ਜਿਹੜਾ ਵੀ ਨੌਜਵਾਨ ਸੌਦਾ ਲਾ ਕੇ ਆਂਦਾ ਹੈ ਜਾਂ ਕੋਈ ਕੰਮ ਕਰਕੇ ਆਂਦਾ ਹੈ, ਠੀਕ ਹੈ, ਉਹ ਸਹੀ ਹੈ। ਕੁਛ ਨਾ ਕੁਛ ਜਿਹੜੇ ਸਿਰਫਰੇ ਲੋਕ ਆ ਉਹਨਾਂ ਨੂੰ ਸੌਦਾ ਲਾਣਾ ਪਏਗਾ, ਠੀਕ ਹੈ। ਅਜਿਹੀਆਂ ਗੱਲਾਂ ਕਰਕੇ ਆਪਾਂ ਕਿਤੇ ਨਾ ਕਿਤੇ ਲੋਕਾਂ ਨੂੰ ਹਨੇਰੇ ਵਾਲੇ ਪਾਸੇ ਨਹੀਂ ਲੈ ਕੇ ਜਾ ਰਹੇ। ਦੂਸਰੀ ਗੱਲ, ਜੇ ਬਗੀਚਾ ਸਿੰਘ ਜੀ ਕੋਈ ਗੱਲ ਕਰ ਦਿੰਦੇ ਆ, ਸਾਹਮਣੇ ਬੈਠੇ ਆ,
ਕਿਸੇ ਰਿਲੀਜਨ ਦੇ ਖਿਲਾਫ ਇਹਨਾਂ ਦੇ ਨਾਲ ਦੀ ਨਾਲ 295 ਦਾ ਪਰਚਾ ਦਰਜ ਹੁੰਦਾ। ਜੇ ਮੈਂ ਕੋਈ ਗੱਲ ਕਰ ਦੇਣਾ ਰਿਲੀਜਨ ਦੇ ਖਿਲਾਫ, ਮੇਰੇ ਖਿਲਾਫ 295 ਦਾ ਪਰਚਾ ਦਰਜ ਹੁੰਦਾ, ਠੀਕ ਹੈ, ਮੈਂ ਜੇਲ੍ਹ ਜਾ ਕੇ 29 ਦਿਨ ਲਾ ਕੇ 153 ਚ, ਤੇ ਤੁਸੀਂ ਇਹ ਦੱਸੋ ਉਹਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਬਗੀਚਾ ਸਿੰਘ ਜੀ ਇਸ ਗੱਲ ਦਾ ਜਵਾਬ ਦੇ ਦਿਓ, ਕਿਉਂ ਨਹੀਂ ਹੋ ਰਹੀ? ਇਹਦੇ ਖਿਲਾਫ ਕਾਰਵਾਈ ਉਹ ਏਜੰਸੀਆਂ ਦਾ ਬੰਦਾ, ਇਹ ਏਜੰਸੀਆਂ ਦਾ ਬੰਦਾ ਹੈ, ਕਹਿੰਦੇ ਅੰਮ੍ਰਿਤਪਾਲ ਇਸ ਕਰਕੇ ਉਹਦੇ ਤੇ ਕੋਈ ਪਰਚਾ ਨਹੀਂ ਹੈ, ਕੋਈ ਕਾਰਵਾਈ ਨਹੀਂ ਹੋ ਰਹੀ। ਦੇਖੋ ਜੀ, ਉਹ ਇਸ ਟਾਈਮ ਪੂਰਾ ਪੀਕ ਤੇ ਆ, ਸੰਗਤ ਨਾਲ ਜੁੜੀ ਹੋਈ ਆ, ਤੇ ਸਰਕਾਰਾਂ ਵੀ ਸਭ ਕੁਝ ਦੇਖਦੀਆਂ ਨੇ, ਠੀਕ ਹੈ। ਮੇਰੇ ਤੇ ਪਰਚਾ, ਹੁਣ ਮੈਂ ਨਿਸ਼ਾਨ ਸਾਹਿਬ ਲਾਇਆ ਸੀ, ਮੇਰੇ ਤੇ ਪਰਚਾ ਦਰਜ ਕਰਤਾ ਇਹਨਾਂ ਨੇ, ਦੇਸ਼ ਵਿਰੋਧ ਦਾ ਕਰਤਾ। ਜੇ ਮੈਂ ਵੀਡੀਓ ਇੱਕ ਪਾ ਕੇ ਮੂਸੇਵਾਲੇ ਦੇ ਹੱਕ 'ਚ ਗੱਲ ਕੀਤੀ ਤੇ ਮੇਰੇ ਤੇ ਸਮਾਣਾ ਪੁਲਿਸ ਨੇ ਪਰਚਾ ਦਰਜ ਕਰਤਾ ਦੰਗੇ ਭੜਕਾਉਣ ਦਾ। ਪਰ ਜਿਹੜਾ ਅੰਮ੍ਰਿਤਪਾਲ ਸਿੰਘ ਆ, ਜੋ ਅੱਜ ਉਹ ਪ੍ਰਚਾਰ ਕਰ ਰਿਹਾ, ਉਹਨੇ ਕੋਈ ਇਹੋ ਜਿਹੀ ਗੱਲ ਕੀਤੀ ਨਹੀਂ ਜਿਹਦੇ ਨਾਲ ਸਰਕਾਰ ਨੂੰ ਕੋਈ ਪ੍ਰੋਬਲਮ ਕਹਿ ਰਹੇ ਆ ਵੀ ਉਹ ਕਹਿੰਦਾ ਕਿ ਸੌਦਾ ਲਾ ਕੇ ਆ ਜਾਓ, ਸੌਦਾ ਲਾ ਕੇ ਆ ਜਾਓ। ਸ਼ਸਤਰਧਾਰੀ ਹੋਣ ਦੇ ਹੱਕ ਚੋਂ ਤੁਸੀਂ ਸ਼ਸਤਰ ਰੱਖਣਾ ਚਾਹੀਦਾ। ਸ਼ਸਤਰ ਦੇਖੋ ਕੱਲਾ ਸਰਕਾਰ ਨੇ ਦਿੱਤੇ ਜਿਹੜੇ ਲਾਇਸੈਂਸ ਦੇ ਨਾਲ ਹੈਗੇ ਉਹਨੂੰ ਕੋਈ ਵਿਰੋਧ ਕਰ ਸਕਦਾ। ਸਮੁੱਚਾ ਭਾਰਤ ਜਿਹੜਾ ਜਿਨ੍ਹਾਂ ਦੀਆਂ ਕੌਮਾਂ ਸ਼ਸਤਰਧਾਰੀ ਜੰਗ ਲੜਦੀਆਂ ਆਈਆਂ, ਉਹ ਜਿਹੜਾ ਸ਼ਸਤਰ ਰੱਖਣ ਦਾ ਹੱਕਦਾਰ ਹੈ। ਨਾਲੇ ਸਿੱਖ ਕੌਮ ਨੂੰ ਪੰਜਾਬ ਦਾ ਹੱਕਦਾਰ ਹੈ ਜਿਹੜਾ ਸੰਵਿਧਾਨ ਹੈ। ਤੁਸੀਂ ਹੁਣੇ ਥੋੜੀ ਦੇਰ ਪਹਿਲਾਂ ਕਹਿ ਰਹੇ ਸੀ ਕਿ ਫਿਲਮ ਮਸੰਦ ਜਿਹੜੀ ਹੈ ਬੈਨ ਹੋਵੇ ਕਿਉਂਕਿ ਉਹਦੇ ਚ ਵਾਇਲੈਂਸ ਦਿਖਾਈ ਗਈ ਹੈ ਤੇ ਪੰਜਾਬ ਦੇ ਨੌਜਵਾਨ ਜਿਹੜਾ ਉਹ ਹਥਿਆਰ ਚੁੱਕ ਲੈਣਗੇ। ਮੈਂ ਉੱਥੇ ਦੋ ਕੰਟਰਰੀ ਗੱਲਾਂ ਗੁਰੂਆਂ ਦੇ ਸਾਨੂੰ ਸ਼ਸਤਰ ਬਖਸ਼ੇ ਆ, ਠੀਕ ਹੈ। ਸਾਨੂੰ ਗੁਰੂ ਸਾਹਿਬਾਨ ਨੇ ਇਹ ਨਹੀਂ ਕਿਹਾ ਵੀ ਤੁਸੀਂ ਆ ਜਿਹੜੇ ਕੱਟੇ ਬਣਾ ਕੇ ਜਾਂ ਨਜਾਇਜ਼ ਅਸਲਾ ਲੈ ਕੇ ਲੁੱਟਾਂ ਖੋਹਾਂ ਵਾਲੇ ਪਾਸੇ ਸਮਾਜ ਨੂੰ ਲੈ ਕੇ ਜਾਓ। ਉਹਨਾਂ ਨੇ ਆਤਮ ਰੱਖਿਆ ਵਾਸਤੇ ਸਾਨੂੰ ਕਿਰਪਾਨ ਬਖਸ਼ੀ, ਠੀਕ ਹੈ, ਰੱਖਣੀ ਚਾਹੀਦੀ ਹੈ, ਸ਼ਸਤਰ ਰੱਖਣਾ ਚਾਹੀਦਾ। ਦੇਖੋ ਤੁਹਾਨੂੰ ਭਾਰਤ ਦਾ ਸੰਵਿਧਾਨ ਆਗਿਆ ਦਿੰਦਾ ਰੱਖਣ ਦੀ, ਤੁਹਾਨੂੰ ਆਰਟੀਕਲ 25 ਦਿੰਦਾ ਵੀ ਰੱਖੋ, ਪਰ ਆਰਟੀਕਲ 25 ਇਹ ਨਹੀਂ ਕਹਿੰਦਾ ਵੀ ਤੁਸੀਂ ਨਜਾਇਜ਼ ਵੈਪਨ ਰੱਖੋ। 25 54 59 ਵੀ ਨਾਲ ਲੱਗਦੀ ਹੈ। ਜੇ ਕਿਤੇ ਕੁਝ ਗਲਤ ਹੋ ਰਿਹਾ ਹੈ, ਇਨਸਾਫ ਵਾਸਤੇ ਲੜਨਾ ਚਾਹੀਦਾ। ਦੇਖੋ ਇਨਸਾਫ ਵਾਸਤੇ ਸ਼ਸਤਰ ਵਰਤਣਾ ਚਾਹੀਦਾ। ਇਨਸਾਫ ਵਾਸਤੇ ਹਮੇਸ਼ਾ ਜਿਹੜੀ ਭਾਰਤ ਦੀ ਪ੍ਰਿਥਵੀ ਹੈ, ਪੰਜਾਬ ਦੀ ਪ੍ਰਿਥਵੀ ਹੈ, ਇਹ ਲੜਦੀ ਰਹੀ ਹੈ, ਹੈਨਾ। ਅਸੀਂ ਆਪਣੇ ਨਹੀਂ, ਮੇਰਾ ਇਹ ਸਵਾਲ ਹੈ, ਮੈਂ ਤਾਂ ਫਿਲਮ ਦੇ ਕੰਟੈਕਸਟ ਤੋਂ ਵੀ ਸੋਚ ਰਿਹਾ ਗੱਲ ਕਿ ਟ੍ਰੇਲਰ 'ਚ ਮੈਂ ਦੇਖ ਰਿਹਾ ਕਿ ਜਿਹੜਾ ਉਹ ਮਸੰਦ ਹੁੰਦਾ ਹੈ ਉਹ ਉਹਦੇ ਤੇ ਕਤਲ ਦੀ ਤੇ ਸੋਧੇ ਦੀ ਗੱਲ ਜਿਹੜੀ ਕਰ ਰਹੇ ਆਪਾਂ ਉਹ ਆਉਂਦੀ ਹੈ, ਤਾਂ ਉਹ ਸ਼ਸਤਰ ਵਰਤਿਆ ਨਾ ਉਹਨਾਂ ਨੇ ਉੱਥੇ। ਕੀ ਇਨਸਾਫ ਖਾਤਰ ਵਰਤਣਾ ਚਾਹੀਦਾ? ਜੇ ਕੁਝ ਗਲਤ ਹੋ ਰਿਹਾ, ਅਨਿਆਂ ਹੋ ਰਿਹਾ ਤਾਂ ਵਰਤਣਾ ਚਾਹੀਦਾ। ਬਿਲਕੁਲ ਵਰਤਣਾ ਚਾਹੀਦਾ ਜੀ, ਠੀਕ ਹੈ। ਪਰ ਜੇ ਹੁਣ ਅਸੀਂ ਇਹ ਗੱਲ ਕਹੀਏ ਵੀ ਜੋ ਅੰਮ੍ਰਿਤਪਾਲ ਸਟੇਟ 'ਚ ਕਰ ਰਹੇ ਆ, ਜੇ ਉਹ ਕ੍ਰਿਸਚਨਾਂ ਨਾਲ ਜਿਵੇਂ ਦਾ ਵਿਹਾਰ ਕਰ ਰਿਹਾ, ਜੋ ਸਿਸਟਮ ਚੱਲ ਰਿਹਾ, ਮੈਂ ਕ੍ਰਿਸਚਨਾਂ ਦੇ ਹੱਕ 'ਚ ਨਹੀਂ, ਕਿਉਂਕਿ ਮੈਂ ਧਰਮ ਪਰਿਵਰਤਨ ਦੇ ਖਿਲਾਫ ਸਭ ਤੋਂ ਪਹਿਲਾਂ ਉਹਨਾਂ ਦੇ ਖਿਲਾਫ ਆਵਾਜ਼ ਚੱਕੀ ਸੀ ਸਟੇਟ 'ਚ। ਪਰ ਆਵਾਜ਼ ਚੱਕਣ ਦਾ ਕੋਈ ਤਰੀਕਾ ਹੈ, ਠੀਕ ਹੈ, ਉਹਨੂੰ ਸਿਸਟਮੈਟਿਕਲੀ ਚੱਕਣੀ ਚਾਹੀਦੀ ਹੈ ਆਵਾਜ਼ ਨੂੰ। ਜਦੋਂ ਮੋਗੇ ਵਾਲਾ ਐਡਾ ਵੱਡਾ ਧਰਮ ਪਰਿਵਰਤਨ ਕਰਾਉਣ ਚੰਨੀ ਆਪ ਜਾ ਰਿਹਾ ਸੀ, ਸਟੇਟ ਦਾ ਸੀਐਮ, ਆਪਾਂ ਵਿਰੋਧ ਕੀਤਾ। ਬਗੀਚਾ ਬਾਬਾ ਜੀ ਨੂੰ ਪਤਾ, ਬਾਬਾ ਬਖਸ਼ੀਸ਼ ਹੋਣੀ, ਹੋਰ ਸਾਰੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਆ ਕੇ ਸਾਰਿਆਂ ਨੇ ਵਿਰੋਧ ਕੀਤਾ। ਇਹ ਮੈਂ ਤੁਹਾਡੇ ਵੱਲ ਆ ਰਿਹਾ, ਇਹ ਸਮਾਂ ਸ਼ਸਤਰਧਾਰੀ ਹੋਣ ਦਾ ਹੈ ਜਾਂ ਨਹੀਂ ਹੈ? ਤੁਹਾਨੂੰ ਕੀ ਲੱਗਦਾ ਹੈ? ਕਿਉਂਕਿ ਬਹੁਤ ਇਹ ਚਰਚਾ ਰਹਿੰਦੀ ਕਿ ਹੁਣ ਹਾਲਾਤ ਬਦਲ ਗਏ, ਸਮਾਂ ਬਦਲ ਗਿਆ, ਸਾਡੇ ਵੈਪਨ ਵੀ ਬਦਲ ਜਾਣੇ ਚਾਹੀਦੇ। ਦੇਖੋ, ਦੋ ਗੱਲਾਂ ਨੇ, ਇੱਕ ਟ੍ਰੈਡੀਸ਼ਨ ਹੈ, ਇੱਕ ਪ੍ਰੈਜ਼ੈਂਟ ਸਮੇਂ ਦੀ ਲੋੜ ਹੈ, ਠੀਕ ਹੈ। ਸਾਡੀ ਸਿੱਖਾਂ ਨੂੰ, ਜਿਵੇਂ ਕਿ ਗੱਗੀ ਵੀਰ ਜੀ ਨੇ ਵੀ ਕਿਹਾ ਕਿ ਸਾਡੇ ਸਿੱਖਾਂ ਦੇ ਵਿੱਚ ਪਰੰਪਰਾ ਹੈ ਸ਼ਸਤਰ ਦੀ ਸਾਨੂੰ ਭਾਰਤ ਸਰਕਾਰ ਵੀ ਇਜਾਜ਼ਤ ਦਿੰਦੀ ਹੈ, ਸਾਡਾ ਸੰਵਿਧਾਨ ਇਜਾਜ਼ਤ ਦਿੰਦਾ ਹੈ। ਔਰ ਸਿੱਖਾਂ ਦਾ ਸ਼ਸਤਰਾਂ ਦੇ ਨਾਲ ਇੱਕ ਬਹੁਤ ਪੁਰਾਣਾ ਮਤਲਬ ਕਿ ਸੰਬੰਧ ਹੈ, ਕਨੈਕਸ਼ਨ ਹੈ। ਸਿੱਖ ਸ਼ਸਤਰ ਰੱਖ ਕੇ ਜੇ ਖੁਸ਼ੀ ਮਹਿਸੂਸ ਕਰਦੇ ਆ ਤਾਂ ਦੇਖੋ ਉਹਨਾਂ ਨੂੰ ਰਾਈਟ ਵੀ ਹੈ, ਔਰ ਇਹਦੇ ਵਿੱਚ ਕੋਈ ਇਤਰਾਜ਼ ਵਾਲੀ ਗੱਲ ਵੀ ਨਹੀਂ ਹੈਗੀ, ਕਿਉਂਕਿ ਸ਼ਸਤਰ ਇਤਿਹਾਸ ਦੇ ਵਿੱਚ ਸਿੱਖਾਂ ਨੇ ਜਦੋਂ ਵੀ ਸ਼ਸਤਰ ਚੱਕੇ ਆ, ਤੁਸੀਂ ਨੋਟ ਕਰਕੇ ਚੱਲੋ ਕਿ ਉਹਨਾਂ ਨੇ ਦੇਸ਼ ਦੀ, ਪੰਜਾਬ ਦੀ, ਖਿੱਤੇ ਦੀ, ਕੌਮ ਦੀ, ਸੱਚ ਦੀ ਲੜਾਈ ਹੀ ਲੜੀ ਆ। ਉਹਨਾਂ ਨੇ ਕੋਈ ਮਿਸਯੂਜ਼ ਨਹੀਂ ਕੀਤੇ। ਠੀਕ ਹੈ, ਮਿਸਯੂਜ਼ ਹੁੰਦੇ ਵੀ ਆਏ ਹੋਣਗੇ, ਆਪਾਂ ਕਦੇ ਗਰੰਟੀ ਵੀ ਨਹੀਂ ਲੈ ਸਕਦੇ ਹੁੰਦੇ ਕਿ ਸਾਰੀਆਂ ਕੌਮਾਂ ਦੇ ਵਿੱਚ ਸਾਰੇ ਲੋਕ ਇੱਕੋ ਤਰੀਕੇ ਨਾਲ ਸੋਚ ਰਹੇ ਹੁੰਦੇ ਆ। ਪਰ ਦੂਜਾ ਸਵਾਲ ਹੈ ਪ੍ਰੈਕਟੀਕਲਿਟੀ ਦਾ। ਅੱਜ ਦੇ ਜ਼ਮਾਨੇ ਦੇ ਵਿੱਚ ਹਰ ਇੱਕ ਦੌਰ ਦੀ ਲੜਾਈ ਦੇ ਆਪਣੇ ਹਥਿਆਰ ਹੁੰਦੇ ਆ। ਕਿਸੇ ਵੇਲੇ ਅਸੀਂ ਜੰਗਲ ਦੇ ਵਿੱਚ ਜਦੋਂ ਰਹਿੰਦੇ ਸੀ, ਅਸੀਂ ਪੱਥਰਾਂ ਦੀ ਲੜਾਈ ਲੜਦੇ ਰਹੇ, ਫਿਰ ਕੁਹਾੜੀਆਂ ਆ ਗਈਆਂ ਸਾਡੇ ਕੋਲੇ, ਫਿਰ ਅਸੀਂ ਹੋਰ ਸ਼ਾਰਪ ਐਜ ਵੈਪਨਸ ਤਿਆਰ ਕੀਤੇ, ਫਿਰ ਅਸੀਂ ਇੱਦਾਂ ਬੰਦੂਕਾਂ ਬਣਾ ਲਈਆਂ, ਰੈਕਲੇ ਬਣਾ ਲਏ, ਉਸ ਤੋਂ ਬਾਅਦ ਫਿਰ ਤੋਪਾਂ ਆਈਆਂ ਤੇ ਫਿਰ ਪਰਮਾਣੂ ਬੰਬ, ਤੁਸੀਂ ਸਾਰਾ ਜਾਣਦੇ ਹੋ। ਹੁਣ ਜਿਹੜੀ ਲੜਾਈ ਹੈ ਨਾ, ਬਹੁਤੀ ਕਰਕੇ ਤੁਸੀਂ ਦੇਖ ਲਓ ਕਿ ਉਹ ਇਕਨੋਮਿਕਲ ਫਰੰਟ ਤੇ ਲੜੀ ਜਾ ਰਹੀ ਹੈ। ਕੌਮਾਂ ਬਹੁਤ ਇੰਟੈਲੈਕਚੁਅਲ ਤਰੀਕੇ ਦੇ ਨਾਲ ਅੱਗੇ ਵਧਦੀਆਂ ਨੇ, ਬਿਜ਼ਨਸ ਦੇ ਉੱਪਰ ਜਾ ਕੇ ਕਬਜ਼ੇ ਕਰਦੀਆਂ ਨੇ, ਇੱਦਾਂ ਕਿਉਂਕਿ ਉਹ ਸੋਰਸ ਆਫ ਪ੍ਰੋਡਕਸ਼ਨ ਉਹਦੇ ਉੱਪਰ ਜਾ ਕੇ ਕਬਜ਼ੇ ਕਰਦੀਆਂ ਨੇ। ਤਾਂ ਹੁਣ ਹਰ ਇੱਕ ਯੁੱਗ ਦੀ ਲੜਾਈ ਵੱਖਰੀ ਹੁੰਦੀ ਹੈ। ਮੈਨੂੰ ਲੱਗਦਾ ਹੈ ਕਿ ਹੁਣ ਜਿਹੜੇ ਹੈਗੇ ਲੜਾਈ ਬਦਲ ਗਈ ਹੈ। ਹੁਣ ਸਾਨੂੰ ਲੋੜ ਜੇ ਪੈਂਦੀ ਹੈ, ਫਾਰ ਐਗਜ਼ਾਮਪਲ ਤੁਸੀਂ ਹਥਿਆਰ ਚੱਕੀ ਫਿਰਦੇ ਹੋ, ਚੱਕ ਲਓ, ਕੋਈ ਪ੍ਰੋਬਲਮ ਨਹੀਂ, ਪਰ ਵਰਤਣੇ ਕਿਹਦੇ ਖਿਲਾਫ ਹੈ? ਹਥਿਆਰ ਵਰਤਣਾ ਸੌਖਾ ਹੈ, ਕਿਹਦੇ ਖਿਲਾਫ ਕਦੋਂ ਵਰਤਣਾ ਹੈ ਤੇ ਵਰਤ ਕੇ ਸਹੀ ਵੀ ਰਹਿਣਾ, ਇਹ ਸਭ ਤੋਂ ਵੱਡੀ ਸਟ੍ਰੈਟਜੀ ਹੁੰਦੀ ਹੈ। ਇਹਦੇ ਬਿਨਾਂ ਕੋਈ ਕੌਮ ਸਰਵਾਈਵ ਨਹੀਂ ਕਰ ਸਕਦੀ। ਮੈਂ ਇਸ ਗੱਲ ਦੇ ਉੱਪਰ ਬਿਲਕੁਲ ਸਹੀ ਹਾਂ ਕਿ ਸਾਨੂੰ ਨਾਲ ਵਿਚਾਰ ਚਾਹੀਦਾ, ਪਹਿਲਾਂ ਤਲਵਾਰ ਬਾਅਦ ਦੇ ਵਿੱਚ ਚਾਹੀਦੀ ਹੈ। ਇਹ ਨਹੀਂ ਹੈ ਕਿ ਵਿਚਾਰ ਹੋ ਰਿਹਾ ਹੁਣ ਬਗੀਚਾ ਸਿੰਘ ਜੀ, ਜਿਵੇਂ ਪਾਲੀ ਭੁਪਿੰਦਰ ਜੀ ਕਹਿ ਰਹੇ ਆ ਕਿ ਪਹਿਲਾਂ ਵਿਚਾਰ ਕਰੋ ਤੇ ਫਿਰ ਹਥਿਆਰ ਫੜੋ ਜੇ ਲੋੜ ਪੈਂਦੀ ਹੈ ਤਾਂ। ਬਿਲਕੁਲ ਜੀ, ਵਿਚਾਰ ਵੀ ਜ਼ਰੂਰੀ ਹੈ,
ਜਦੋਂ ਇਹ ਬਿਲਕੁਲ ਮੈਂ ਗੱਲ ਸਹਿਮਤ ਹਾਂ ਕਿ ਜਦੋਂ ਵਿਚਾਰਾਂ ਦੇ ਗੱਲ ਉੱਪਰ ਲੰਘ ਜਾਂਦੀ ਹੈ ਫਿਰ ਹਥਿਆਰ ਚੁੱਕਣੇ ਫਿਰ ਜਾਇਜ਼ ਹੈ। ਸਾਨੂੰ ਗੁਰੂ ਮਹਾਰਾਜ ਨੇ ਕਿਹਾ ਕਿ ਜਦੋਂ ਤੁਹਾਡੇ ਤੇ ਕੋਈ ਨਹੀਂ ਤੁਹਾਡੀ ਵਿਚਾਰਾਂ ਨਾਲ ਲੜਾਈ ਲੜੀ, ਕਾਨੂੰਨ ਮੁਲਕ ਦੇ ਵਿੱਚ ਕਨਸਟੀਟਿਊਸ਼ਨ ਹੈ, ਬਕਾਇਦਾ ਕਾਨੂੰਨ ਹੈ, ਜੇ ਕਿਸੇ ਨੂੰ ਸਜ਼ਾ ਦੇਣੀ ਹੈ ਜਾਂ ਕਿਸੇ ਨੂੰ ਜੇ ਕੋਈ ਅਨਿਆਂ ਕਰ ਰਿਹਾ ਤਾਂ ਉਹ ਰਾਹ ਕਿਉਂ ਨਹੀਂ ਚੁਣਿਆ ਜਾਂਦਾ? ਅੱਜ ਹੈ ਹੀ ਨਹੀਂ ਤਾਂ ਕਾਨੂੰਨ ਦੇ ਨਾਂ ਦੀ ਕਿਹੜੀ ਚੀਜ਼ ਰਹਿ ਗਈ ਆ? ਜਿਹੜੇ ਸੁਪਰੀਮ ਕੋਰਟ ਦੇ ਜੱਜ ਨੇ, ਜਿਹੜੇ ਮੇਨ ਜੱਜ ਨੇ ਸੁਪਰੀਮ ਕੋਰਟ ਦੇ, ਉਹ ਵੀ ਇਹ ਗੱਲ ਕਹਿੰਦੇ ਆ ਵੀ ਅੱਜ ਇੱਥੇ ਕਾਨੂੰਨ ਨਾਂ ਦੀ ਕੋਈ ਚੀਜ਼ ਰਹੀ ਨਹੀਂ। ਉਹਨਾਂ ਤੋਂ ਦਬਾਅ ਦੇ ਨਾਲ ਕੰਮ ਲਿਆ ਜਾਂਦਾ ਹੈ। ਉਹ ਸਰਕਾਰ ਜਿਹੜੀ ਮੌਕੇ ਦੀ ਸਰਕਾਰ ਆ, ਉਹ ਜੱਜਾਂ ਨੂੰ ਕਹਿ ਕੇ ਆਪਣੇ ਫੈਸਲੇ ਕਰਾਉਂਦੀ ਆ। ਉਲੇ ਨਿਹੰਗ ਨੂੰ ਜੇ ਜੇਲ੍ਹ ਦੇ ਵਿੱਚ ਮਾਰ ਦਿੱਤਾ ਤਾਂ ਠੀਕ ਕੀਤਾ ਤੁਹਾਡੇ ਮੁਤਾਬਕ? ਬਿਲਕੁਲ। ਮੈਂ ਤੁਹਾਨੂੰ ਇਹ ਲੱਗਦਾ ਸੀਗਾ ਕਿ ਕਦੇ ਉਹਨੂੰ ਕਾਨੂੰਨਨ ਸਜ਼ਾ ਨਹੀਂ ਮਿਲ ਸਕਦੀ ਸੀ? ਜਿਵੇਂ ਸਰਸੇ ਵਾਲਾ ਬਾਹਰ ਆ ਗਿਆ ਐਵੇਂ ਉਹਨੇ ਬਾਹਰ ਆ ਜਾਣਾ ਸੀਗਾ। ਜਿਵੇਂ ਸਰਸੇ ਵਾਲਾ ਬਲਾਤਕਾਰ ਕਰਕੇ, ਮਰਡਰ ਕਰਕੇ ਉਹ ਅੱਜ ਫੇਰ ਬਾਹਰ ਆ ਗਿਆ। ਇਹ ਕੌਣ ਤੈਅ ਕਰਿਆ ਕਰੂਗਾ ਵੀ ਇਹ ਠੀਕ ਹੈ, ਇਹਨੂੰ ਮਾਰਨਾ ਗਲਤ ਹੈ, ਇਹਨੂੰ ਮਾਰਨਾ ਠੀਕ ਹੈ? ਇਹਦੇ ਮੌਕਾ ਹੀ ਦੱਸਦਾ ਹੈ। ਜਿਵੇਂ ਤੁਸੀਂ ਤਾਂ ਸੂਰੀ ਦੇ ਕਤਲ ਨੂੰ ਜਾਇਜ਼ ਠਹਿਰਾਤਾ। ਬਿਲਕੁਲ ਜੀ। ਉਹ ਗੱਗੀ ਜੀ ਬੈਠੇ ਹੋ ਕਹਿੰਦੇ ਕਿ ਜਾਇਜ਼ ਨਹੀਂ ਹੈ। ਦੇਖੋ ਸੂਰੀ ਨੇ ਕਤਲ ਜਾਇਜ਼ ਹੈ, ਕੋਈ ਵੀ ਮਰਡਰ ਜਿਹੜਾ ਹੈ ਪੰਜਾਬ ਦੇ ਵਿੱਚ ਹੋ ਰਿਹਾ ਕਿਸੇ ਦਾ ਵੀ, ਜੇ ਉਹ ਕੋਈ ਮਸੰਦ ਹੈ ਜਾਂ ਕੋਈ ਅਨਿਆਂ ਕਰ ਰਿਹਾ ਤਾਂ ਕੀ ਉਹਨੂੰ ਮਾਰ ਦੇਣਾ ਠੀਕ ਹੈ ਜਾਂ ਕਾਨੂੰਨਨ ਲੜਾਈ ਲੜਨੀ ਚਾਹੀਦੀ? ਦੇਖੋ ਇਹਦੀ ਗੱਲ ਤਾਂ ਸਿੱਧੀ ਜੀ ਉਹੀ ਹੈ ਕਿ ਜਿਹੜੀ ਗੱਲ ਬਗੀਚਾ ਸਿੰਘ ਜੀ ਤੁਹਾਡੇ ਸਾਹਮਣੇ ਰੱਖ ਰਹੇ ਆ ਉਹ ਆਪਣੇ ਤਰੀਕੇ ਨਾਲ ਕਹਿ ਨਹੀਂ ਪਾ ਰਹੇ। ਜਦੋਂ ਸਿਸਟਮ ਟੁੱਟਦਾ, ਜਦੋਂ ਬੰਦੇ ਦਾ ਸਿਸਟਮ ਤੋਂ ਭਰੋਸਾ ਉੱਠਦਾ, ਫਿਰ ਬੰਦਾ ਖਤਰਨਾਕ ਹੋ ਜਾਂਦਾ। ਠੀਕ ਹੈ, ਆਪਾਂ ਸ਼੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਦਾ ਇੱਕ ਇੰਸਟੈਂਸ ਲੈ ਸਕਦੇ ਹਾਂ। ਉਹ ਇੱਕ ਐਡੀ ਵੱਡੀ ਝਟਕਾ ਸੀ ਪੰਜਾਬ ਦੇ ਲਈ, ਖਾਸ ਤੌਰ ਤੇ ਸਿੱਖ ਕੌਮ ਦੇ ਲਈ। ਦਰਬਾਰ ਸਾਹਿਬ ਦੇ ਉੱਪਰ ਅਟੈਕ ਕਿਹੜੇ ਵੀ ਕਾਰਨਾਂ ਤੇ ਹੋਇਆ ਛੱਡ ਦਿਓ, ਲੇਕਿਨ ਉਹ ਇੱਕ ਬਹੁਤ ਵੱਡੀ ਸਦਮੇ ਵਾਲੀ ਗੱਲ ਸੀ, ਇੱਕ ਅਣਇਤਿਹਾਸਕ ਚੀਜ਼ ਸੀ ਜਿਸ ਨੇ ਇਤਿਹਾਸ ਬਦਲਤਾ। ਤਾਂ ਉੱਥੇ ਬੇਅੰਤ ਸਿੰਘ ਤੇ ਸਤਵੰਤ ਸਿੰਘ ਜਿਹੜੇ ਫੈਸਲਾ ਕਰਦੇ ਨੇ ਕਿ ਅਸੀਂ ਇਸ ਗੱਲ ਨੂੰ ਅਜਾਈ ਨਹੀਂ ਜਾਣ ਦੇਵਾਂਗੇ। ਉਹ ਇੱਕ ਪਲੈਨਡ ਮਤਲਬ ਕਿ ਅਟੈਕ ਕੀਤਾ ਜਾਂਦਾ, ਇੱਕ ਮਰਡਰ ਹੁੰਦਾ। ਹੁਣ ਇਸ ਮਰਡਰ ਦੇ ਉੱਪਰ ਡਿਸਕਸ ਹੋ ਸਕਦਾ। ਤੁਸੀਂ ਇੱਥੇ ਗਲਤ ਸਹੀ ਦੇ ਨਾਲੋਂ ਇਸ ਗੱਲ ਦੇ ਉੱਪਰ ਫੋਕਸ ਕਰੋਗੇ ਕਿ ਹੋਇਆ ਕਿਉਂ ਇਹ। ਦੇਖੋ ਇਤਿਹਾਸ ਵਿੱਚ ਮਰਡਰ ਹੁੰਦੇ ਆਏ ਆ, ਕਤਲ ਹੁੰਦੇ ਆਏ ਆ, ਔਰ ਏਦਾਂ ਕੱਲੇ ਬੰਦੇ ਨੂੰ ਵੀ ਕਤਲ ਹੋਇਆ, ਲੇਕਿਨ ਇਹ ਹਮੇਸ਼ਾ ਉਹਦੀ ਵੈਲਿਊ ਜਿਹੜੀ ਹੈ ਸਮੇਂ ਦੇ ਪ੍ਰਸੰਗ ਵਿੱਚ ਹੁੰਦੀ ਹੈ ਔਰ ਦੇਖਣਾ ਪੈਂਦਾ ਕਿ ਸੁਸਾਇਟੀ ਟੁੱਟਦੀ ਹੈ। ਉਦਾਹਰਨ ਦੇ ਤੌਰ ਤੇ ਜਦੋਂ ਤੁਹਾਨੂੰ ਆਪ ਇਹ ਸਾਰੇ ਦੋਨੋਂ ਇਹ ਮੰਨ ਰਹੇ ਨੇ ਧਾਰਮਿਕ ਬੰਦੇ ਕਿ ਕਦੇ ਸੁਸਾਇਟੀ ਵਿੱਚ ਇਹੋ ਜਿਹੇ ਹਾਲਾਤ ਪੈਦਾ ਹੋ ਜਾਂਦੇ ਆ ਸਿਮਰਨ ਜੀ ਕਿ ਲੋਕਾਂ ਦਾ ਭਰੋਸਾ ਉੱਠ ਜਾਂਦਾ ਕਿ ਲਗਾਤਾਰ ਸਾਡੇ ਨਾਲ ਧੱਕਾ ਹੋ ਰਿਹਾ, ਉਹ ਬੰਦਾ ਹਥਿਆਰ ਚੁੱਕ ਲੈਂਦਾ। ਇਸੇ ਹੀ ਭਾਵਨਾ ਦੇ ਵਿੱਚੋਂ ਹਮੇਸ਼ਾ ਟੈਰੋਰਿਸਟਿਕ ਮੂਵਮੈਂਟਸ ਜਿਹੜੀਆਂ ਨਿਕਲਦੀਆਂ ਨੇ, ਹਥਿਆਰਬੰਦ ਸੰਘਰਸ਼ ਨਿਕਲਦੇ ਨੇ। ਔਰ ਜਨਰਲ ਸੁਬੇਗ ਸਿੰਘ ਦੀ ਤੁਸੀਂ ਇੱਕ ਉਦਾਹਰਨ ਹੈ। ਜਿਵੇਂ ਫਿਲਮ ਦੇ ਹਵਾਲੇ ਤੋਂ ਗੱਲ ਕਰ ਲਾਂ ਮੈਂ, ਜਿਹਦੇ ਤੇ ਆਪਾਂ ਬੈਠੇ ਹਾਂ, ਕਿ ਉਹ ਖਾੜਕੂਵਾਦ ਕਹਿ ਰਹੀ, ਉਹ ਅੱਤਵਾਦ ਨਹੀਂ ਕਹਿ ਰਹੇ। ਉਹ ਕਹਿ ਰਹੇ ਕਿ ਅੱਤਵਾਦ ਨੈਗੇਟਿਵ ਚੀਜ਼ ਹੈ, ਖਾੜਕੂਵਾਦ ਹੈ ਕਿ ਇਹ ਕਿਸੇ ਕੌਜ਼ ਵਾਸਤੇ ਲੜਿਆ ਗਿਆ ਸੰਘਰਸ਼ ਸੀਗਾ। ਚਲੋ ਤਾਂ ਸ਼ਬਦ ਨੇ, ਲੇਕਿਨ ਕਲੀਅਰ ਤਾਂ ਭਾਵਨਾ ਵੀ ਹਿੰਸਕ ਹੋ ਗਏ। ਇੱਕ ਅਕਸਰ ਸੰਘਰਸ਼ ਜਿਹੜੇ ਨੇ ਹਿੰਸਕ ਹੋ ਜਾਂਦੇ ਆ ਜਦੋਂ ਨਹੀਂ ਗੱਲ ਸੁਣੀ ਜਾਂਦੀ, ਚੂਕ ਆ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੱਲ ਕਹੀ ਹੈ ਵੀ ਜਿਹੜਾ ਜਿੰਨਾ ਅੱਤ ਚੱਕੀ ਹੁੰਦੀ ਹੈ ਉਹਦਾ ਵੱਧ ਕਰਨਾ। ਅੱਤਵਾਦੀ ਸ਼ਬਦ ਮਾੜਾ ਨਹੀਂਗਾ, ਪਰ ਲੋਕੀ ਜਿਵੇਂ ਬਣਾ ਲੈਂਦੇ ਆ ਉਹਨੂੰ ਸ਼ਬਦ ਨੂੰ ਸੋਚਣਾ ਸ਼ੁਰੂ ਕਰ ਦਿੰਦੇ ਆ ਵੀ ਇਹ ਸ਼ਬਦ ਮਾੜਾ ਹੈ। ਮੱਕੜ ਸਾਹਿਬ ਸਾਨੂੰ ਯਾਦ ਰੱਖੋ, ਸਾਡੇ ਕੋਲੇ ਇੱਕ ਕਨਸੈਪਟ ਪਿਆ ਸਿੱਖੀ ਦੇ ਵਿੱਚ, ਚੂਕਾਰ ਅੱਜ ਹਮਾ ਹੀਲ ਤੇ ਦਰ ਗੁਜਸ਼ਤ ਹਲਾਲਸਤ ਬਰਦਨ ਬਸ਼ਮਸ਼ੀਰ। ਠੀਕ ਹੈ, ਸਾਨੂੰ ਗੁਰੂ ਸਾਹਿਬ ਨੇ ਕਿਹਾ ਹੈ ਕਿ ਜਦੋਂ ਸਾਰੇ ਹੀਲੇ ਵਸੀਲੇ ਫੇਲ ਹੋ ਜਾਣ ਹਥਿਆਰ ਚੱਕ ਲਓ। ਲੇਕਿਨ ਹਮੇਸ਼ਾ ਇਸ ਗੱਲ ਦੀ ਹਮੇਸ਼ਾ ਸੋਚ ਬਣੀ ਰਹੂਗੀ ਕਿ ਬਾਕੀ ਹੀਲੇ ਵਸੀਲੇ ਫੇਲ ਹੋ ਗਏ, ਦੂਜੀ ਗੱਲ ਹਥਿਆਰ ਕਿਹੜੇ ਚੱਕਣੇ ਆ, ਕੀ ਉਹ ਹਥਿਆਰ ਇਫੈਕਟਿਵ ਹੈ ਵੀ ਕਿ ਨਹੀਂ। ਠੀਕ ਹੈ, ਸਾਨੂੰ ਇਹ ਜ਼ਰੂਰ ਨਾਲ ਸੋਚਣਾ ਪਊਗਾ। ਆਖਰੀ ਟਿੱਪਣੀ ਚਾਹੁੰਦਾ ਕਿ ਫਿਲਮ ਤੇ ਕੋਈ ਰੋਕ ਟਿਪ ਨਹੀਂ ਹੋਣੀ ਚਾਹੀਦੀ। ਫਿਲਮ ਬਿਲਕੁਲ ਹੀ ਨਹੀਂ, ਇਹ ਤਾਂ ਸਿੱਧੀ ਕਲਾ ਦੇ ਮਾਮਲੇ ਵਿੱਚ ਦਖਲ ਹੈ। ਇਹ ਕੁਝ ਵੀ ਨਹੀਂ ਹੈ। ਇਹ ਤੁਸੀਂ ਦੇਖ ਲਓ, ਦੇਸ਼ ਦੇ ਵਿੱਚ ਕਲਾਕਾਰਾਂ ਨੂੰ ਚੁੱਪ ਕਰਾਇਆ ਜਾਂਦਾ ਹੈ। ਮੈਂ ਇੱਕ ਐਗਜ਼ਾਮਪਲ ਹੋਰ ਦੇਣੀ ਚਾਹੁੰਦਾ। ਜਦੋਂ ਸਰਕਾਰਾਂ ਨੂੰ ਸੂਟ ਕਰਦਾ ਉਦੋਂ 295 ਕਿਤੇ ਨਹੀਂ ਹੁੰਦੀ। ਤੁਸੀਂ ਭੁੱਲ ਗਏ ਜਿੱਦਣ ਸੂਰੀ ਸਾਹਿਬ ਦਾ ਮਰਡਰ ਹੁੰਦਾ, ਹਾਂ ਸੂਰੀ ਸਾਹਿਬ ਦਾ ਮਰਡਰ ਹੁੰਦਾ ਹੈ, ਉਹਦਾ ਮੁੰਡਾ ਕੀ ਕਹਿੰਦਾ, ਉਹਦਾ ਮੁੰਡਾ ਵੀ ਇਹੀ ਗੱਲ ਕਹਿੰਦਾ, ਅਸੀਂ ਸਰਦਾਰ ਚੁਣ ਕੇ ਮਾਰ ਦਿਆਂਗੇ। ਬਾਅਦ ਮਾਫੀ ਮੰਗਿਆ, ਖੈਰ ਉਹ ਨਹੀਂ, ਅਸੀਂ ਤੁਸੀਂ ਕੀਕੂ ਸ਼ਾਰਦਾ ਨੂੰ ਤਾਂ ਮਾਫ ਨਹੀਂ ਕੀਤਾ, ਉਹਨੇ ਤਾਂ ਸਰਸੇ ਵਾਲੇ ਬੰਦੇ ਦੀ ਕਮੇਡੀ ਕੀਤੀ ਸੀ ਸਿੰਪਲ। ਠੀਕ ਹੈ, ਜਿਹਦੇ ਪਿਓ ਨੂੰ ਮਾਰਿਆ ਗਿਆ ਹੋਵੇ, ਕਈ ਵਾਰ ਜਜ਼ਬਾਤਾਂ ਚ ਆ ਕੇ ਬਿਆਨ ਦੇ ਬੈਠਦਾ। ਨਹੀਂ, ਮੈਂ ਮੰਨ ਲਿਆ, ਅਸੀਂ ਮਾਫ ਕਰਤਾ, ਪਰ ਉਹ ਅਗਲੇ ਦਿਨ ਸਾਰੇ ਚੈਨਲਾਂ ਤੇ ਉਹਨੇ ਮਾਫੀ ਮੰਗੀ। ਅਸੀਂ ਵੀ ਮਾਫ ਕਰਤਾ। ਮੈਂ ਸਵਾਲ ਇਹ ਕਰਦਾ ਕਿ ਉੱਥੇ ਸਰਕਾਰ ਤੁਹਾਡੇ ਵਰਗਾ ਸੁਹਿਰਦ ਬੰਦਾ ਵੀ ਐਸੀ ਗੱਲ ਨੂੰ ਲੈ ਕੇ ਜੇ ਨਹੀਂ ਮੈਂ ਤੁਹਾਡਾ ਧਿਆਨ ਦਿਵਾਉਣਾ ਮੈਂ ਤੁਹਾਡਾ ਧਿਆਨ ਇਸ ਗੱਲ ਤੇ ਦਿਵਾਉਣਾ ਚਾਹੁੰਦਾ ਕਿ ਜਿੱਥੇ ਸਰਕਾਰਾਂ ਨੂੰ ਸੂਟ ਕਰਦੀ ਆ, ਕਿਹਦੇ ਖਿਲਾਫ ਸੂਟ ਕਰਦਾ, ਕਲਾਕਾਰਾਂ ਤੇ ਠੋਕ। ਤੁਸੀਂ ਜੇ ਇੱਧਰ 295 ਉਹਨਾਂ ਦਾ ਨਾਲ ਦੀ ਨਾਲ ਬਿਆਨ ਆ ਗਿਆ ਕਿ ਅੰਮ੍ਰਿਤਪਾਲ ਤੇ ਕਿਉਂ ਨਹੀਂ ਲੱਗ ਰਹੀ। ਮੈਂ ਉਹੀ ਤਾਂ ਕਹਿੰਦਾ ਕਿ ਸਰਕਾਰਾਂ ਨੂੰ ਜਿਹੜੇ ਬੰਦੇ ਸੂਟ ਕਰਦੇ ਆ ਉੱਥੇ ਨਹੀਂ ਲਾਉਂਦੇ, ਕਲਾਕਾਰਾਂ ਤੇ ਲਾਣਗੇ, ਪਰਿਵਰਤਨ ਕਾ ਵੀ ਫਿਲਮਾਂ ਤੇ ਲਾਣਗੇ, ਇਹ ਕਲਾਕਾਰਾਂ ਤੇ ਲਾਣਗੇ, ਫਿਲਮਾਂ ਤੇ ਲਾਣਗੇ, ਪੱਤਰਕਾਰਾਂ ਤੇ ਲਾਣਗੇ, ਇਹ ਬੋਲਣ ਵਾਲੇ ਲੋਕਾਂ ਤੇ ਲਵਾਣਗੇ। ਇਹ ਪੋਲੀਟੀਸ਼ੀਅਨ ਇੱਕ ਦੂਜੇ ਤੇ ਕਦੇ ਨਹੀਂ ਲਵਾਉਂਦੇ। ਕਿਸੇ ਪੋਲੀਟੀਸ਼ੀਅਨ ਦੇ 295 ਦਾ ਪਰਚਾ ਨਹੀਂ ਹੁੰਦਾ। ਸਮਾਜਿਕ ਕਾਰਕੁਨਾਂ ਤੇ ਹੋ ਜਾਂਦਾ, ਕਲਾਕਾਰਾਂ ਤੇ ਹੋ ਜਾਂਦਾ,
ਔਰ ਤੁਸੀਂ ਦੇਖ ਲਓ ਕਿੱਕੂ ਸ਼ਾਰਦਾ ਵਰਗੇ ਬੰਦੇ ਚੱਕ ਕੇ ਠੋਕਦੇ। ਇਹ ਕਲਾਕਾਰਾਂ ਨੂੰ ਦਬਾਉਣ ਦਾ ਇੱਕ ਤਰੀਕਾ ਮੈਨੂੰ ਲੱਗਦਾ ਸਰਕਾਰਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਕਿ ਕਲਾ ਸਮਾਜ ਦੇ ਲੋਕਾਂ ਨੂੰ ਬੰਨ ਕੇ ਰੱਖਦੀ ਹੈ, ਉਹਨਾਂ ਨੂੰ ਸਹੀ ਪਾਸੇ ਲੈ ਕੇ ਜਾਂਦੀ ਹੈ। ਟੋਲਰੈਂਟ ਹੋਣਾ ਚਾਹੀਦਾ ਸਾਨੂੰ, ਤੁਹਾਨੂੰ ਲੱਗਦਾ ਕਿ ਇੰਨੀ ਟੋਲਰੈਂਸ ਦਿਖਾਈਏ। ਬਿਲਕੁਲ ਕਿ ਜੇ ਪੀਕੇ ਵੀ ਬਣੀ ਸੀ ਤਾਂ ਸਾਰੇ ਮੁਲਕ ਨੇ ਦੇਖੀ ਔਰ ਸੁਪਰ ਹਿੱਟ ਫਿਲਮ ਗਈ। ਵਰਗੀ ਫਿਲਮ ਜਿਹੜੀ ਹੈ ਉਹ ਘੱਟੋ ਘੱਟ ਤੁਹਾਨੂੰ ਇੱਕ ਹਿਸਟਰੀ ਰਿਵੀਲ ਕਰਦੀ ਹੈ, ਤੁਹਾਡੇ ਸਾਹਮਣੇ ਕੁਝ ਨਵਾਂ ਫੈਕਟ ਲੈ ਕੇ ਆਂਦੀ ਹੈ, ਔਰ ਉਹਨਾਂ ਨੇ ਕਿਤੇ ਵਿਚਾਰਿਆਂ ਨੇ ਕਲੇਮ ਨਹੀਂ ਕੀਤਾ ਕਿ ਅਸੀਂ ਪੂਲੇ ਦੀ ਜ਼ਿੰਦਗੀ ਤੇ ਬਣਾਈ ਹੈ। ਹਾਂ, ਨਿਊਨੈਸ ਵੀ ਹੈ, ਤੁਸੀਂ ਉਹੀ ਕਮੇਡੀ ਦੇਖ ਦੇਖ ਕੇ ਅੱਕ ਚੁੱਕੇ ਹੋ। ਤੇ ਕੁਝ ਨਵਾਂ ਦੇਖੋ, ਤੁਹਾਡੇ ਇਤਿਹਾਸ ਤੋਂ ਕੁਝ ਮਿਲੂਗਾ। ਆਖਰੀ ਟਿੱਪਣੀ ਸਿਰਫ 35,000 ਦੀ ਗੱਲ ਨਾ ਕਰਿਓ, ਕਿਉਂਕਿ ਹਰ ਵਾਰੀ ਗੱਲ ਸ਼ੁਰੂ ਤੇ ਅਖੀਰ ਉੱਥੇ ਹੀ ਹੁੰਦੀ ਹੈ। ਇੱਕ ਗੱਲ ਇਹ ਵੀ ਹੈ ਵੈਸੇ ਬਗੀਚਾ ਸਿੰਘ ਜੀ, ਜੇ 35,000 ਨਹੀਂ ਸੀ 3500 ਹੋਊਗਾ, 350 ਹੋਊਗਾ, ਕੱਲੇ 35 ਹੋਣਗੇ, ਕਦੇ ਉਹਦਾ ਕੰਡੈਮ ਕਰ ਦਿਆ ਕਰੋ ਕਿ ਜੋ ਹੋਇਆ ਗਲਤ ਹੋਇਆ। ਦੇਖੋ ਜਿਹੜੇ ਵੀ ਉਦੋਂ ਮਾਰੇ ਗਏ, ਜਿਹੜੇ ਹਿੰਦੂ ਵੀਰ ਮਾਰੇ ਗਏ ਕਰਦੇ ਤੁਸੀਂ, ਜਿਹੜੇ ਹਿੰਦੂ ਬੱਸਾਂ ਚੋਂ ਕੱਢ ਕੇ ਹਿੰਦੂ ਵੀਰ ਮਾਰੇ ਗਏ, ਸਿੱਖਾਂ ਨੇ ਨਹੀਂ ਮਾਰੇ, ਉਹ ਏਜੰਸੀਆਂ ਨੇ ਮਾਰੇ ਆ। ਏਜੰਸੀਆਂ ਬੰਦੇ ਆਪਣੇ ਤਿਆਰ ਕਰਦੀਆਂ ਸਨ। ਤੁਸੀਂ ਫਿਲਮਾਂ 'ਚ ਤਕਰੀਬਨ ਹੀ ਆ ਵੇਖਦੇ ਹੋ, ਜਿਹੜੀ ਇੱਕ ਫਿਲਮ ਆਈ ਆ ਚੱਲਦੀ ਪਈ ਸੀ, ਮੈਂ ਨਾਮ ਵਿਸਰ ਗਿਆ, ਉਹਦੇ ਵਿੱਚ ਤਕਰੀਬਨ ਹੀ ਵਿਖਾਇਆ ਗਿਆ ਕਿ ਕਿਵੇਂ ਏਜੰਸੀਆਂ ਆਪ ਬੰਦੇ ਮਾਰ ਕੇ ਤੇ ਦੂਜੇ ਦੇ ਜਿਹੜੇ ਚੱਲ ਰਿਹਾ ਹੁੰਦਾ ਭਾਵੇਂ ਏਜੰਸੀਆਂ ਨੇ ਵੀ ਮਾਰੇ। ਬਗੀਚਾ ਸਿੰਘ ਜੀ ਨਿੰਦ ਦਿਓ ਉਹਨੂੰ, ਕਹੋ ਕਿ ਮਾੜਾ ਹੋਇਆ। ਜਿਹੜੇ ਹਿੰਦੂ ਵੀਰ ਇਸ ਦੌਰਾਨ ਮਾਰੇ ਗਏ, ਬੋਲ ਦਿਓ ਕਿ ਉਹ ਗਲਤ ਹੋਇਆ। ਜਿਹੜਾ ਨਿਰਦੋਸ਼ ਮਾਰਿਆ ਗਿਆ ਉਹ ਗਲਤ ਹੋਇਆ, ਤੇ ਜਿਹੜੇ ਇਹਨਾਂ ਨੇ ਸਾਡੇ ਸਿੱਖ ਵੀ ਨਜਾਇਜ਼ ਮਾਰੇ ਗਏ ਆ ਉਹ ਵੀ ਗਲਤ ਹੋਇਆ, ਤੇ ਇਹਨਾਂ ਨੇ ਕਦੀ ਕਿਹਾ ਵੀ ਉਹ ਗਲਤ ਹੋਏ? ਬਿਲਕੁਲ ਬਿਲਕੁਲ ਬਗੀਚਾ ਸਿੰਘ ਜੀ, ਜਿਹੜਾ ਦੇਖੋ ਪੰਜਾਬ ਦੇ ਵਿੱਚ, ਮਾਝੇ ਦੇ ਵਿੱਚ, ਦੁਆਬੇ ਦੇ ਵਿੱਚ 16 17 ਸਾਲ, ਕਈ ਥਾਵਾਂ ਤੇ 19 ਸਾਲ ਬਰਾਤਾਂ ਨਹੀਂ ਚੜੀਆਂ, ਠੀਕ ਹੈ। ਉਹਨਾਂ ਨੂੰ ਮਾਰਨ ਵਾਲੇ ਜਿਹੜੇ ਲੋਕ ਸੀ ਉਹ ਵੀ ਤਾਂ ਪੰਜਾਬੀ ਸੀ। ਬਿਲਕੁਲ, ਜਿਹੜੇ ਉਦੋਂ ਫੜੇ ਗਏ ਨਾ, ਕਈ ਪੁਲਿਸ ਮੁਲਾਜ਼ਮ ਫੜੇ ਗਏ ਸੀਗੇ, ਜਿਹੜੇ ਜਾ ਕੇ ਲੋਕਾਂ ਦੇ ਘਰ ਰੋਟੀ ਖਾਂਦੇ ਸੀਗੇ ਤੇ ਬਾਅਦ ਚ ਉਹਨਾਂ ਦਾ ਧੀਆਂ ਨਾਲ ਮਾੜਾ ਕੰਮ ਵੀ ਕਰਦੇ ਸੀ, ਤੇ ਜਦੋਂ ਪਿੰਡ ਵਾਲਾ ਇਕੱਠੇ ਹੋ ਕੇ ਫੜਿਆ, ਬਾਅਦ ਚ 2 ਪੁਲਿਸ ਮੁਲਾਜ਼ਮ ਲਿਖੇ। ਉਹ ਇਸੇ ਗੱਲ ਕਰਕੇ ਕਿਹਾ ਜਾਂਦਾ ਵੀ ਜਿਹੜਾ ਪੰਜਾਬ ਹੈ, ਰੱਬ ਦਾ ਵਾਸਤਾ ਨੂੰ ਕਾਲੇ ਦੌਰ ਚ ਦੁਬਾਰਾ ਨਾ ਲੈ ਕੇ ਜਾਓ, ਕਿਉਂਕਿ ਮੇਰਾ ਵੀ ਜਿਹੜਾ ਡੇਟ ਆਫ ਬਰਥ ਹੈ 82 ਦਾ ਹੈ, ਮੈਂ ਉਹ ਕਾਲਾ ਦੌਰ ਆਪਣੀ ਅੱਖਾਂ ਨਾਲ ਦੇਖਿਆ, ਅਸੀਂ ਹੰਡਾਇਆ। ਗੱਲ ਇਹ ਆ, ਨਹੀਂ ਤੁਸੀਂ 82 ਦੇ ਵਿੱਚ ਨਹੀਂ ਦੇਖਿਆ ਹੋਣਾ ਭਾਜੀ, ਅਸੀਂ ਨਹੀਂ, ਮੈਂ 82 ਦਾ ਡੇਟ ਆਫ, ਮੈਂ 90 ਤੱਕ ਦੇਖਿਆ ਜੀ। ਤੁਸੀਂ ਤਾਂ ਮੇਰੇ ਤੋਂ ਬਜ਼ੁਰਗ ਹੋ, ਤੁਸੀਂ ਅਮਰਿਤਪਾਲ ਸਿੰਘ ਨੇ ਕਿਹਾ ਕਿ ਕਾਲਾ ਦੌਰ ਇਹ ਡੈਰੋਗੇਟਰੀ ਹੈ, ਮੈਂ ਬਜ਼ੁਰਗ ਨਹੀਂ ਹੈਗਾ, ਪਹਿਲੀ ਗੱਲ ਤਾਂ। ਤੇ ਉਹ ਕਹਿੰਦੇ ਕਿ ਮੈਂ ਕਾਲਾ ਦੌਰ, ਇਹਨੂੰ ਕਾਲਾ ਦੌਰ ਨਾ ਕਹੋ, ਕਹਿੰਦੇ ਅਮਰਿਤਪਾਲ ਨੇ ਵੀ ਗੱਲ ਕਹੀ। ਨਹੀਂ ਉਹ ਕਹਿ ਸਕਦਾ ਕਾਲਾ ਦੌਰ ਨਾ ਕਹੋ, ਉਹਦਾ ਨੁਕਸਾਨ ਨਹੀਂ ਹੋਇਆ ਹੋਣਾ। ਕਾਲਾ ਦੌਰ ਹੋਣੇ ਤਾਂ ਨਸ਼ਿਆਂ ਨਾਲ ਲੋਕ ਮਰਦੇ ਪਏ ਆ, ਉਦੋਂ ਕੋਈ ਕਾਲਾ ਦੌਰ ਨਹੀਂ ਸੀ। ਨਹੀਂ ਚਲੋ, ਮਰਨੇ ਕਿਸੇ ਵੀ ਤਰੀਕੇ ਨਾਲ ਨਹੀਂ ਚਾਹੀਦਾ, ਪੰਜਾਬੀ ਮਰਦੇ ਆ ਭਾਜੀ। ਬਗੀਚਾ ਸਿੰਘ ਜੀ ਵੀ ਸਪੋਰਟ ਕਰ ਰਹੇ, ਕਹਿੰਦੇ ਕਿ ਕਾਲਾ ਦੌਰ ਨਹੀਂ ਹੈਗਾ ਇਹ। ਬਿਲਕੁਲ, ਬਹੁਤ ਮਾੜੇ ਹਾਲਾਤ ਸੀ, ਠੀਕ ਹੈ, ਉਹਨਾਂ ਨੂੰ ਨਕਾਰਿਆ ਨਹੀਂ ਜਾ ਸਕਦਾ। ਇੱਕ ਘਰ ਦੇ ਵਿੱਚੋਂ 5-5 ਲਾਸ਼ਾਂ ਇਕੱਠੀਆਂ ਨਿਕਲਣੀਆਂ, ਇਕੱਠੇ ਸੰਸਕਾਰ ਹੋਣੇ, ਉਹ ਦਿਨ ਤੇ ਉਹ ਟਾਈਮ ਨਹੀਂ ਦੇਖਣਾ ਚਾਹੀਦੇ। ਮੁੜ ਕੇ ਅੱਜ ਸਜ਼ਾ ਹੋਈ 2 ਅਫਸਰਾਂ ਨੂੰ ਉਮਰ ਕੈਦ, 2 ਪੁਲਿਸ ਅਫਸਰਾਂ ਨੂੰ, ਤੇ ਇਹ ਆਪਾਂ ਰੋਜ਼ ਦੇਖਦੇ ਹਾਂ, ਥੋੜੇ ਚਿਰ ਬਾਅਦ ਹੋ ਰਹੀ ਹੈ ਉਹ ਸੱਚਾਈ ਜਿਹੜੀ ਸਾਹਮਣੇ ਆ ਰਹੀ ਹੈ। ਅੱਜ ਸੀਬੀਆਈ ਨੇ 2 ਅਫਸਰਾਂ ਨੂੰ ਸਿਰਫ ਇਸ ਕਰਕੇ ਸਜ਼ਾ ਦਿੱਤੀ ਹੈ ਕਿਉਂਕਿ ਉਹਨਾਂ ਨੇ ਘਰੋਂ ਬੇਕਸੂਰ ਨੌਜਵਾਨ ਚੁੱਕ ਕੇ ਉਹਨਾਂ ਦਾ ਕਤਲ ਕਰ ਦਿੱਤਾ ਸੀਗਾ, ਤੇ ਬਾਅਦ ਚ ਉਹਦੇ ਉੱਤੇ ਨਾਮ ਲਿਆ ਉਹਨਾਂ ਨੇ 50,000 ਰੁਪਇਆ। ਤੁਹਾਨੂੰ ਜਸਟਿਸ ਮਿਲ ਰਿਹਾ ਜੀ ਬਗੀਚਾ ਸਿੰਘ ਜੀ, ਉਹ ਲੈ ਰਹੇ ਉਹਨਾਂ ਲੜਕੇ। ਜਿਹੜੇ ਮੈਂ ਕਹਿ ਰਿਹਾ ਮੇਰੇ ਪਿੰਡ ਦੇ 4-4 ਲਾਸ਼ਾਂ ਇਕੱਠੀਆਂ ਹਿੰਦੂ ਬ੍ਰਾਹਮਣਾਂ ਦੇ ਘਰਾਂ ਦੀਆਂ ਨਿਕਲੀਆਂ, ਉਹਨਾਂ ਨੂੰ ਤਾਂ ਅਜੇ ਤੱਕ ਜਸਟਿਸ ਨਹੀਂ ਮਿਲਿਆ। ਆਪਾਂ ਲੋਕਾਂ ਨੂੰ ਕਿਉਂ ਵੰਡ ਰਹੇ ਆ ਭਾਜੀ? ਜੇ ਤੁਸੀਂ ਐਂ ਕਹੋਗੇ, ਮੈਂ ਕਹੂੰਗਾ ਦਿੱਲੀ ਦੇ ਵਿੱਚ ਇੱਕੋ ਦਿਨ ਦੇ ਵਿੱਚ 3000 ਬੰਦਾ ਮਾਰਦਾ, ਉਹਦੀ ਗੱਲ ਨਹੀਂ ਕੋਈ ਕਰਦਾ ਪਿਆ, ਠੀਕ ਹੈ। ਲੋਕਾਂ ਨੂੰ ਵੰਡ ਕੇ ਨਾ ਦੇਖੋ, ਜਿੱਥੇ ਵੀ ਮਰਦਾ ਹੈ, ਪੰਜਾਬੀ ਮਰਦਾ, ਹਿੰਦੂ ਮਰਦਾ, ਸਿੱਖ ਮਰਦਾ, ਕੋਈ ਵੀ ਮਰਦਾ, ਉਹ ਪੰਜਾਬ ਦਾ ਬੰਦਾ ਮਰਦਾ, ਹਿਊਮਨ ਮਰਦਾ। ਮੈਂ ਕਹਿੰਦਾ ਭਾਜੀ ਪੰਜਾਬ ਦੀ ਧਰਤੀ ਵਾਸਤੇ ਅੱਜ ਸਹਿਰਦ ਹੋਣਾ ਪੈਣਾ, ਤੁਹਾਨੂੰ ਪ੍ਰੈਸ ਨੂੰ ਨਾਲ ਸਾਥ ਦੇਣਾ ਪੈਣਾ, ਤੁਹਾਨੂੰ ਬਦਲਣਾ ਪੈਣਾ। ਮੈਂ ਤਾਂ ਬਦਲਿਆ ਜੀ। ਇਹ ਕਹਿਣਾ ਕਿ ਤੁਹਾਨੂੰ ਮਿਲ ਰਿਹਾ ਜਸਟਿਸ, ਸਾਨੂੰ ਨਹੀਂ ਮਿਲ ਰਿਹਾ, ਇਸ ਹਿਸਾਬ ਨਾਲ ਤਾਂ ਉਹ ਐਡੀ ਵੱਡੀ ਲਿਸਟ ਕੱਢ ਕੇ ਲੈ ਆਉਣਗੇ। ਜਿਹੜੀ ਉਹਨਾਂ ਨੇ ਕਿਹਾ 25,000 ਤੋਂ ਵੱਧ ਭਾਈ ਕਾਲੜਾ ਦੇ ਮੁਤਾਬਕ ਨੌਜਵਾਨ, ਕਿੰਨਿਆਂ ਨੂੰ ਜਸਟਿਸ ਮਿਲਿਆ, ਕਿੰਨਿਆਂ ਨੂੰ ਮਿਲਿਆ? ਕਸ਼ਮੀਰ ਤੇ ਲੈ ਕੇ ਆ ਗਿਆ ਸੀ, ਜਦੋਂ ਉਹਨਾਂ ਨੇ ਕਸ਼ਮੀਰ ਦੀ ਗੱਲ ਕੀਤੀ ਵੀ ਫਿਲਮ ਦਾ ਇਤਰਾਜ਼ ਨਹੀਂ ਹੋਇਆ, ਉਦੋਂ 3 ਲੱਖ ਲੋਕਾਂ ਨੂੰ ਆਪਣੇ ਘਰ ਛੱਡ ਕੇ ਉਜੜ ਕੇ ਆਉਣਾ ਪਿਆ, ਠੀਕ ਹੈ। ਉਹਨਾਂ ਨੂੰ ਅੱਜ ਤੱਕ ਜਸਟਿਸ ਨਹੀਂ ਮਿਲਿਆ। ਉਹ ਭਾਜੀ ਜਦੋਂ ਸਿਸਟਮ ਟੁੱਟਦਾ ਨਾ, ਉਹ ਸਾਰੇ ਲੋਕਾਂ ਨੂੰ ਹੀ ਸਫਰ ਕਰਨਾ ਪੈਂਦਾ। ਆਪਾਂ ਇਹੀ ਦੁਆ ਕਰੀਏ ਕਿ ਸਿਸਟਮ ਨਾ ਟੁੱਟੇ, ਔਰ ਕਲਾਕਾਰ ਸਿਸਟਮ ਨਹੀਂ ਤੋੜਦੇ, ਇਹ ਫਿਲਮ ਸਿਸਟਮ ਨਹੀਂ ਤੋੜੂਗੀ, ਮੈਂ ਤੁਹਾਡੇ ਨਾਲ ਵਾਅਦਾ ਕਰਦਾ। ਇੱਥੇ ਜਿਹੜੇ ਸਾਡੇ ਰਹਿਬਰ ਇਸ ਪ੍ਰਿਥਵੀ ਤੇ ਆਏ ਆ, ਭਾਰਤ ਜਿਹੜੀ ਮਾਵਾਂ, ਪੰਜਾਬ ਜਿਹੜੀ ਮਾਵਾਂ ਦੀ ਧਰਤੀ ਹੈ ਖਾਸ ਕਰਕੇ, ਇਹਨੇ ਬੜੇ ਵੱਡੇ ਮਹਾਵੀਰ ਯੋਧਿਆਂ, ਗੁਰੂਆਂ, ਪੀਰਾਂ ਤੇ ਔਲਵੀਆਂ ਨੂੰ ਜਨਮ ਦਿੱਤਾ। ਕਿਤੇ ਨਾ ਕਿਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਰਦਾਸ ਹੈ ਦਾਤੇ ਦੇ ਚਰਨਾਂ 'ਚ ਵੀ ਜਿਹੜਾ ਪੰਜਾਬ ਹੈ ਮਾੜੀਆਂ ਨਜ਼ਰਾਂ ਤੋਂ ਬਚਿਆ ਰਹੇ, ਤੇ ਜਿਹੜਾ ਠੰਡੇ ਹਵਾਵਾਂ ਨੇ ਉਹ ਹੀ ਰਹਿਣ। ਡੋਂਟ ਵਰੀ, ਇਹ ਫਿਲਮ ਕਰਕੇ ਕੋਈ ਮਾੜੀ ਹਵਾ ਨਹੀਂ ਆਉਂਦੀ, ਮੈਂ ਤੁਹਾਨੂੰ ਵਾਅਦਾ ਕਰਦਾ। ਜੇ ਫਿਲਮ ਦੇਖਣ ਜਾਈਓ, ਪਲੀਜ਼ ਇਹ ਫਿਲਮ ਦੇਖਣ ਜਾਈਓ, ਫਿਰ ਆਪਾਂ ਦੁਬਾਰਾ ਇਕੱਠੇ ਹੋ ਜਾਾਂਗੇ, ਠੀਕ ਹੈ ਜੀ। ਜੇ ਕਿਸੇ ਡਾਇਲੋਗ ਤੇ ਦਿੱਕਤ ਹੋਈ ਤਾਂ ਉਹ ਕਢਵਾ ਦੇਵਾਂਗੇ ਕਿ ਨਹੀਂ, ਇਹ ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਨਹੀਂ ਚਾਹੀਦਾ। ਉਹ ਹੈ ਨਹੀਂ ਕੁਝ ਨਹੀਂ, ਉਹ ਸੈਂਸਰ ਬੋਰਡ ਵਾਲੇ ਬਹੁਤ ਉੱਥੇ ਸਖਤ ਹੈਗੇ ਜੀ, ਉਹ ਨਹੀਂ। ਪੰਜਾਬ ਦੀਆਂ ਫਿਲਮਾਂ ਤੇ ਤਾਂ ਬਾਹਲਾ ਹੀ ਸਖਤ ਹੈ, ਇਸ ਕਰਕੇ ਤੁਸੀਂ ਮੰਨ ਕੇ ਚੱਲੋ ਕਿ ਇਹੋ ਜਿਹਾ ਕੁਝ ਨਹੀਂ ਹੈਗਾ ਫਿਲਮ ਦੇ ਵਿੱਚ। ਤੁਸੀਂ ਖੁੱਲੇ ਦਿਲ ਨਾਲ ਫਿਲਮ ਦਾ ਸਵਾਗਤ ਕਰੋ, ਔਰ ਇਹ ਬਹੁਤ ਪੈਸੇ ਲੱਗੇ ਹੁੰਦੇ ਸਰ ਪ੍ਰੋਡਿਊਸਰਾਂ ਦੇ, ਔਰ ਇੱਕ ਸਾਲ ਦੀ ਮਿਹਨਤ ਹੁੰਦੀ ਹੈ, ਜਾਨ ਲੱਗੀ ਹੁੰਦੀ ਹੈ,
ਔਰ ਤੁਹਾਡੇ ਤੋਂ ਵੱਧ ਕੌਣ ਜਾਣਦਾ ਹੈ? ਮੈਂ ਜਾਣਦਾ ਜੀ, ਇਸ ਕਰਕੇ ਮੇਰੀ ਦੁਆ ਹੈ ਕਿ ਇਹ ਜਿਹੜੀ ਮਸੰਦ ਫਿਲਮ ਆ ਰਹੀ ਹੈਗੀ ਦੇਖੀ ਜਾਵੇ, ਮੇਰੀ ਇੱਛਾ ਹੈ। ਤੁਹਾਡਾ ਬਹੁਤ ਧੰਨਵਾਦ ਸਾਰਿਆਂ ਦਾ ਇੱਥੇ ਸਟੂਡੀਓ 'ਚ ਆਉਣ ਲਈ ਔਰ ਗੱਲਬਾਤ ਕਰਨ ਵਾਸਤੇ। ਸੋ ਫਿਲਮ ਤਾਂ ਇਹ ਲੋਕਾਂ ਨੇ ਡਿਸਾਈਡ ਕਰਨਾ ਹੈ, ਆਵਾਮ ਨੇ ਦੇਖਣਾ ਹੈ, ਪਰ ਇਹੋ ਜਿਹਾ ਫਿਰਕੂ ਹਾਲੇ ਤੱਕ ਕੁਝ ਨਹੀਂ ਨਜ਼ਰ ਆ ਰਿਹਾ। ਪਰ ਗੱਗੀ ਪੰਡਤ ਜੀ ਹੋਣਾ ਦੇ ਆਪਣੇ ਜਜ਼ਬਾਤ ਨੇ, ਉਹਨਾਂ ਦੀ ਵੀ ਕਦਰ ਹੈ, ਉਹਨਾਂ ਦੇ ਇਸ਼ੂਜ਼ ਵੀ ਐਡਰੈਸ ਹੋਣੇ ਚਾਹੀਦੇ ਆ। ਪਰ ਪਾਲੀ ਭੁਪਿੰਦਰ ਹੋਣੇ ਕਹਿ ਰਹੇ ਆ ਕਿ ਧਾਰਮਿਕ ਭਾਵਨਾਵਾਂ ਐਂ ਹੀ ਭੜਕ ਜਾਂਦੀਆਂ, ਇਹ ਨਹੀਂ ਹੋਣਾ ਚਾਹੀਦਾ। ਇਹ ਕਲਾਕਾਰਾਂ ਤੇ ਪੱਤਰਕਾਰਾਂ ਦੇ ਉੱਤੇ ਰੋਕ ਟੋਕ ਨਹੀਂ ਹੋਣੀ ਚਾਹੀਦੀ। ਇਸ ਪੇਸ਼ਕਸ਼ 'ਚ ਇੰਨਾ ਹੀ। ਧੰਨਵਾਦ।